मैं पाल चाली हमेशा की तरह ਤੁਹਾਡਾ ਸਵਾਗਤ ਕਰਦੇ ਹਾਂ ਐਵਰੀ ਟਿਊਜ਼ਡੇ ਮਾਰਨਿੰਗ 11 ਤੋਂ 12 ਡਾਕਟਰ ਰਾਜ ਬੈਂਸ ਦੇ ਨਾਲ ਜਿਹਦੇ ਵਿੱਚ ਅਸੀਂ ਹੈਲਥ ਐਂਡ ਲਾਈਫ ਸਟਾਈਲ ਦੀ ਐਡਵਾਈਸ ਕਰਦੇ ਹਾਂ। ਇਹ ਜਿਹੜਾ ਸ਼ੋ ਹੁੰਦਾ ਇਸ ਟੋਟਲੀ ਐਡਵਾਈਸ ਹੁੰਦੀ ਹੈ ਤੇ ਕਿਉਂਕਿ ਤੁਹਾਡੀ ਮੈਡੀਕਲ ਕੰਡੀਸ਼ਨ ਦਾ ਨਹੀਂ ਪਤਾ ਹੁੰਦਾ ਇਟਸ ਆਲਵੇਜ਼ ਬੈਸਟ ਜੋ ਵੀ ਤੁਸੀਂ ਡਾਕਟਰ ਬੈਂਸ ਕੋਲੋਂ ਐਡਵਾਈਸ ਲੈਣੇ ਹੋ ਪਲੀਜ਼ ਮੇਕ ਸ਼ੋਰ ਤੁਸੀਂ ਆਪਣੇ ਜੀਪੀ ਕੋਲ ਚੈੱਕ ਕਰੋ ਕਿਉਂਕਿ ਜਿਹੜੀ ਤੁਹਾਡੀ ਔਨਗੋਇੰਗ ਮੈਡੀਕੇਸ਼ਨ ਦੇ ਤੁਹਾਡੀ ਔਨਗੋਇੰਗ ਜਿਹੜੀ ਪ੍ਰੋਬਲਮ ਹੈਗੀ ਆ ਉਹਦੇ ਨਾਲ ਤੁਹਾਨੂੰ ਖਾਣ ਨਾਲ ਕੋਈ ਦਿੱਕਤ ਨਾ ਹੋਵੇ। ਇਟਸ ਇੰਪੋਰਟੈਂਟ ਤੁਸੀਂ ਸਾਡੇ ਸ਼ੋਅ ਦੇ ਵਿੱਚੋਂ ਜੋ ਵੀ ਇਨਫੋਰਮੇਸ਼ਨ ਪਿਕ ਕਰਦੇ ਹੋ ਆਲਵੇਜ਼ ਚੈੱਕ ਵਿਦ ਯਰ ਜੀਪੀ। ਬਹੁਤ ਇੰਪੋਰਟੈਂਟ ਗੱਲ ਹੈ, ਪਲੀਜ਼ ਇਸ ਚੀਜ਼ ਦਾ ਧਿਆਨ ਰੱਖਿਓ। ਚਲੋ ਮੈਂ ਟਾਈਮ ਨਹੀਂ ਵੇਸਟ ਕਰਦਾ, ਅਸੀਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ। ਡਾਕਟਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰ ਇਹ ਬੜੀ ਗੱਲਾਂ ਇੰਪੋਰਟੈਂਟ ਹੋ ਗਈਆਂ ਕਿਉਂਕਿ ਬੜੀ ਆਫਕਮ ਦੀ ਰੈਗੂਲੇਸ਼ਨ ਵਗੈਰਾ ਹੁੰਦੀ ਹੈ ਤੇ ਇਹ ਲਫ਼ਜ਼ ਸਾਨੂੰ ਕਹਿਣੇ ਪੈਂਦੇ ਨੇ ਸਪੈਸ਼ਲੀ ਜੋ ਵੀ ਤੁਸੀਂ ਕਰਦੇ ਹੋ ਕਿਸੇ ਵੀ ਤਰ੍ਹਾਂ ਕਰਦੇ ਹੋ ਕਿਉਂਕਿ ਇੱਕ ਬੰਦਾ ਆਪਣੀ ਜੀਪੀ ਨਾਲ ਜੁੜਿਆ ਹੁੰਦਾ ਕਿਤੇ ਸਾਈਡ ਤੇ ਜਾ ਕੇ ਕੁਝ ਕਰਦਾ ਉਹਦਾ ਹਾਰਮ ਨਹੀਂ ਹੈ, ਇਹ ਹਾਰਮ ਹਾਂ ਜੇ ਨਹੀਂ ਹੈ ਲੇਕਿਨ ਫਿਰ ਵੀ ਉਹਦਾ ਫਰਜ਼ ਬੰਦਾ ਆਪਣੀ ਜੀਪੀ ਨਾਲ ਚੈੱਕ ਕਰ ਲੈ ਵੀ ਠੀਕ ਹੈਗਾ ਮੈਂ ਕਰ ਲਿਆ ਅੱਧਾ ਕਰ ਰਿਹਾ ਟੂ ਅਵਰ ਸਭ ਟੂ ਕਲੀਅਰ ਕਰ ਲੈ। ਹਾਂਜੀ ਠੀਕ ਹੈ। ਸੋ ਇੱਦਾਂ ਵੀ ਇਨਸਾਨ ਨੂੰ ਆਪਣੀ ਸਿਹਤ ਬਾਰੇ ਆਪ ਜ਼ਿੰਮੇਵਾਰੀ ਲੈਣੀ ਪੈਂਦੀ ਆ। ਬਿਲਕੁਲ ਬਿਲਕੁਲ। ਤੇ ਜਿਹੜੀਆਂ ਵੀ ਦਵਾਈਆਂ ਜੀਪੀ ਤੁਹਾਨੂੰ ਦਿੰਦੇ ਆ ਤੇ ਠੀਕ ਹੈ ਉਹ ਆਪਣੇ ਫਰਜ਼ ਨਾਲ ਤੁਹਾਨੂੰ ਦਿੰਦੇ ਆ ਪਰ ਉਹ ਖਾਣੀਆਂ ਨਹੀਂ ਖਾਣੀਆਂ ਤੁਹਾਡੀ ਮਰਜ਼ੀ ਆ। ਪਰ ਉਹਨਾਂ ਦੀ ਕੋਈ ਰੈਗੂਲੇਸ਼ਨ ਨਹੀਂ ਹੈਗੀ ਜੇ ਕੰਮ ਖਰਾਬ ਹੋ ਜਾਏ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਹਾਂ ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਦੈਟਸ ਦ ਪ੍ਰੋਬਲਮਸ ਕਿਉਂਕਿ ਸਾਈਡ ਇਫੈਕਟਸ ਬਹੁਤ ਹੋ ਜਾਂਦੇ ਆ। ਬਿਲਕੁਲ ਬਿਲਕੁਲ। ਤੇ ਉਹ ਵੀ ਆਪਾਂ ਲੇਟਰ ਔਨ ਡਿਸਕਸ ਕਰਾਂਗੇ ਕੀ ਹੋ ਜਾਂਦਾ ਤੇ ਪਰ ਉਹਨਾਂ ਦਾ ਕੋਈ ਕਮਬੈਕ ਹੈ ਨਹੀਂਗਾ। ਹਾਂਜੀ ਤੇ ਉਹਨਾਂ ਦੇ ਕੋਈ ਬਲੇਮ ਨਹੀਂ ਹੈਗਾ ਤੇ ਸਿਰਫ ਉਹਨਾਂ ਦਾ ਹੁੰਦਾ ਨੈਗਲੀਜੈਂਸ ਹੁੰਦੀ ਆ। ਬਿਲਕੁਲ। ਤੇ ਜੇ ਤੁਸੀਂ ਬਿਮਾਰੀ ਨਹੀਂ ਉਹਨਾਂ ਦੀ ਖੋਜ ਕੀਤੀ ਪਈ ਕੀ ਬਿਮਾਰੀ ਆ ਤਾਂ ਉਹਨਾਂ ਤੇ ਕੇਸ ਹੋ ਸਕਦਾ ਆ, ਉਹ ਵੀ ਉਹਨਾਂ ਦੀ ਇੰਸ਼ੋਰੈਂਸ ਹੋਈ ਹੁੰਦੀ ਆ। ਆਪਾਂ ਵਿਚਾਰੇ ਸਿੱਧੇ ਸਾਦੇ ਬੰਦੇ ਕੁਝ ਜ਼ਿਆਦਾ ਅੱਗੇ ਕਰਦੇ ਵੀ ਨਹੀਂ ਹੈਗੇ। ਹਾਂਜੀ ਕਿਉਂਕਿ ਬੰਦਾ ਕਹਿੰਦਾ ਚਲੋ ਭਲਾ ਕਿਸੇ ਦਾ ਕੀ ਬੁਰਾ ਕਰਨਾ ਹੈ, ਅਸੀਂ ਆਪ ਤਕਲੀਫ ਲਾ ਲਾਂਗੇ ਲੇਕਿਨ ਕਿਸੇ ਨੂੰ ਤਕਲੀਫ ਨਹੀਂ ਦਿੰਦੇ। ਕਿਸੇ ਨੂੰ ਤਕਲੀਫ ਨਹੀਂ ਦਿੰਦੇ ਹੈਗੇ। ਡਾਕਟਰ ਪਾਸ ਅੱਜ ਬੜਾ ਅੱਛਾ ਪ੍ਰੋਗਰਾਮ ਹੈ, ਅਸੀਂ ਉਹਦੀ ਗੱਲ ਕਰਾਂਗੇ ਤੇ ਪਹਿਲਾਂ ਮੈਨੂੰ ਕਾਲ ਆਇਆ ਸੀ ਕਿਸੇ ਦਾ ਜਿੱਦਾਂ ਮੈਂ ਬੇਸ਼ੱਕ ਕਹਿੰਦਾ ਕਈ ਲੋਕ ਆਪਣਾ ਨਾਮ ਨਹੀਂ ਦੱਸਦੇ ਤੇ ਕਿਉਂਕਿ ਪਰਸਨਲ ਆਪਣਾ ਮੈਟਰ ਹੁੰਦਾ ਤੇ ਤੁਸੀਂ ਥੋੜੀ ਬਹੁਤੀ ਗੱਲ ਕਰੋ ਡਾਕਟਰ ਕੋਲੋਂ ਹਾਂ ਤੇ ਨਾ ਚ ਜਵਾਬ ਲੈ ਲਓ ਤੇ ਉਸ ਤੋਂ ਬਾਅਦ ਤੁਸੀਂ 1-to-1 ਕੰਸਲਟੇਸ਼ਨ ਖੁੱਲ੍ਹ ਕੇ ਗੱਲ ਕਰ ਸਕਦੇ ਹੋ ਆਫ 에ਅਰ, ਉਹਦੇ 'ਚ ਕੋਈ ਦਿੱਕਤ ਨਹੀਂ ਹੁੰਦੀ। ਡਾਕਟਰ ਸਾਹਿਬ ਮੈਨੂੰ ਕਿਸੇ ਦਾ ਫੋਨ ਆਇਆ ਸੀ ਤੇ ਉਹਨਾਂ ਦੇ ਨਾ ਹੱਥਾਂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਨਾ ਬੈਠੇ ਬੈਠੇ ਦਾ ਉਹਦਾ ਬੈਂਡ ਹੋ ਜਾਂਦੀ ਉਂਗਲਾਂ ਪਰ ਹੁਣ ਉਹ ਕਾਫੀ ਜ਼ਿਆਦਾ ਹੋ ਗਿਆ ਉਹਨਾਂ ਦਾ। ਰਾਈਟ ਸੋ ਉਹਦੀ ਕੰਟਰੈਕਸ਼ਨ ਹੋ ਰਹੀ ਹੈ ਟੈਂਡਨਸ ਦੀ ਤੇ ਹੋ ਸਕਦਾ ਪਈ ਮਸਕੂਲਰ ਕੰਟਰੈਕਸ਼ਨ ਵੀ ਹੋ ਸਕਦੀ ਆ ਤੇ ਇਦਾਂ ਪਈ ਕਈ ਵਾਰੀ ਘਾਟ ਪੈ ਜਾਂਦੀ ਆ ਜਾਂ ਕਿ ਕਾਪਰ ਦੀ ਜਾਂ ਮੈਗਨੀਜ਼ੀਅਮ ਦੀ ਤੇ ਉਹ ਘਾਟ ਦੇ ਨਾਲ ਤੁਹਾਡੇ ਸਪੈਜ਼ਮ ਹੋਣ ਲੱਗ ਪੈਂਦੇ ਜਾਂ ਕ੍ਰੈਂਪ ਹੋਣ ਲੱਗ ਪੈਂਦੇ ਆ ਤੇ ਇਹ ਸਪਲੀਮੈਂਟ ਕਰਨੇ ਪੈਂਦੇ ਆ ਤੇ ਸਪਲੀਮੈਂਟ ਜਦੋਂ ਪੂਰੀ ਹੋ ਜਾਂਦੀ ਆ ਤੇ ਇਹ ਹਟ ਸਕਦਾ ਜੀ। ਅੱਛਾ ਹਟ ਸਕਦਾ ਉਹਦੇ ਨਾਲ ਸਪਲੀਮੈਂਟ ਦੇ ਨਾਲ ਹੈ ਸਪਲੀਮੈਂਟਸ ਦੇ ਨਾਲ। ਹਾਂਜੀ ਇਹਦਾ ਹੁਣ ਥੋੜੀ ਦੇਰ ਮਹੀਨੇ ਹੋਏ ਸ਼ੁਰੂ ਇਹਦਾ ਕਾਰਨ ਕੀ ਹੁੰਦਾ? ਕਾਰਨ ਇਹੀ ਹੈ ਘਾਟ ਆ ਬੋਡੀ ਵਿੱਚ। ਹਾਂਜੀ ਅੱਛਾ ਘਾਟ ਕਿਉਂਕਿ ਹੁਣ ਜਿਹੜੇ ਆਪਾਂ ਫੂਡਸ ਖਾਂਦੇ ਆ ਉਹਨਾਂ ਵਿੱਚ ਮਿਨਰਲਸ ਬਹੁਤ ਘੱਟ ਹੈਗੇ ਆ। ਹਾਂਜੀ ਕਿਉਂਕਿ ਜਿਹੜੀ ਸੋਇਲ ਆ ਉਹ ਜ਼ਮੀਨ ਨੂੰ ਵਾਰ-ਵਾਰ ਵਾਹੀ ਜਾਂਦੇ ਆ ਤੇ ਉਹਨੂੰ ਫਰੈਸ਼ ਹੋਣ ਨਹੀਂ ਦਿੰਦੇ ਹੈਗੇ ਕਿ ਉਹ ਪੁਰਾਣੇ ਸਮੇਂ ਤੇ ਇਦਾਂ ਹੁੰਦਾ ਸੀ ਕਿ ਖੇਤ ਵਿਹਲਾ ਰਹਿਣ ਦਿੰਦੇ ਸੀ। ਹਾਂਜੀ ਉਹਨੂੰ ਟਾਈਮ ਦਿੰਦੇ ਸੀ ਵੀ ਰੀਫਰੈਸ਼ ਹੋ ਜਾਣ ਮਿਨਰਲਸ ਜਿਹੜੇ ਆ ਸੋਇਲ ਵਿੱਚ ਤੇ ਹੁਣ ਦਿੰਦੇ ਨਹੀਂ ਗਾ। ਓਵਰ ਫਾਰਮਿੰਗ ਹੋ ਰਹੀ ਆ ਤੇ ਫਿਰ ਜਿਹੜੇ ਫੂਡਸ ਤੁਹਾਡੇ ਕੋਲ ਆਉਂਦੇ ਅੱਜ ਕੱਲ੍ਹ ਉਹਨਾਂ ਵਿੱਚ ਇਨਫ ਮਿਨਰਲਸ ਨਹੀਂ ਹੁੰਦੇ ਤੇ ਬੋਡੀ ਵਿੱਚ ਘਾਟ ਪੈ ਜਾਂਦੀ ਭਾਜੀ। ਇਸੇ ਕਰਕੇ ਮੈਂ ਹਰੇਕ ਨੂੰ ਕਹਿੰਦਾ ਵੀ ਤੁਸੀਂ ਮਲਟੀ ਵਿਟਾਮਿਨ ਤੇ ਮਲਟੀ ਮਿਨਰਲ ਸਪਲੀਮੈਂਟ ਜ਼ਰੂਰ ਲਿਆ ਕਰੋ। ਅੱਛਾ ਉਹਨਾਂ ਦੀ ਨਾ ਇੱਕ ਹੋਰ ਪ੍ਰੋਬਲਮ ਸੀਗੀ ਸੇਮ ਬੰਦੇ ਦੀ, ਉਹ ਵਿਚਾਰੇ ਨਾ ਡਿੱਗ ਗਏ ਸੀਗੇ ਘਰ ਹੀ ਤੇ ਪਤਾ ਨਹੀਂ ਬਾਥਰੂਮ 'ਚ ਕਿ ਉੱਧਰ ਡਿੱਗੇ ਬੈੱਡ ਤੋਂ ਉੱਠਣ ਲੱਗੇ ਨਾ ਛੇਤੀ ਉੱਠ ਖੜੇ ਤੇ ਚੱਕਰ ਆ ਗਿਆ। ਅੱਛਾ ਜੀ। ਐਂਡ ਅਸੀਂ ਇਹ ਵੀ ਹਮੇਸ਼ਾ ਗੱਲ ਕਰਦੇ ਨੇ ਕਿਉਂਕਿ ਜਦੋਂ ਉਮਰ ਦਾ ਆਪਣਾ ਦੇਖ ਕੇ ਹਿਸਾਬ ਵਗੈਰਾ ਤੁਸੀਂ ਜਦੋਂ ਬੈੱਡ ਤੇ ਉੱਠਦੇ ਹੋ ਥੋੜੇ ਮਿੰਟ ਬੈਠ ਕੇ ਉੱਠੋ ਹੌਲੀ ਹੌਲੀ ਉੱਠੋ ਤਾਂ ਕਿ ਬਲੱਡ ਪ੍ਰੈਸ਼ਰ ਤੁਹਾਡਾ ਠੀਕ ਹੋ ਜਾਏ ਸੈਟਲ ਹੋ ਜਾਵੇ। ਹਾਂਜੀ ਦੈਟਸ ਰਾਈਟ। ਤੇ ਉਹ ਡਿੱਗੇ ਤੇ ਉਹਦੇ ਸੱਟ ਲੱਗੀ ਪਿੱਛੇ ਲੱਕ ਦੇ ਉੱਪਰ ਤੇ ਉਹਦੇ ਨਾਲ ਹੁਣ ਉਹਨੂੰ ਢਿੱਡ ਫੁੱਲਿਆ ਲੱਗਦਾ, ਉਹਦਾ ਕੀ ਕਾਜ਼ ਹੋ ਸਕਦਾ? ਹਾਂਜੀ ਸੋ ਪਹਿਲੀ ਗੱਲ ਤਾਂ ਹੈਗੀ ਆ ਵੀ ਜਦੋਂ ਜਿੱਦਾਂ ਕਹਿੰਦੇ ਵੀ ਹੌਲੀ ਉੱਠਣਾ ਚਾਹੀਦਾ ਤੇ ਜਦੋਂ ਉਹਨੂੰ ਚੱਕਰ ਇੱਦਾਂ ਜੇ ਆਉਂਦੇ ਰਹਿੰਦੇ ਆ ਤਾਂ ਹੋ ਸਕਦਾ ਵੀ ਆਇਰਨ ਦੀ ਘਾਟ ਵੀ ਉਹਨਾਂ ਦੇ ਹੈਗੀ ਆ। ਅੱਛਾ ਉਹ ਵੀ ਹੋ ਸਕਦੀ। ਹਾਂ ਦੈਟਸ ਰਾਈਟ। ਤੇ ਉਹ ਆਇਰਨ ਦੀ ਘਾਟ ਨਾਲ ਤੁਹਾਡੇ ਕਈ ਵਾਰੀ ਅੱਖਾਂ ਦੇ ਮੂਹਰੇ ਕਾਲਾ ਆ ਜਾਂਦਾ ਜਦੋਂ ਤੁਸੀਂ ਸਡਨਲੀ ਉੱਠਦੇ ਆ ਤੇ ਐਨੀਮੀਆ ਥੋੜੀ ਜਿਹੀ ਹੋ ਜਾਂਦੀ ਹੈ ਨਾ। ਤੇ ਬਾਕੀ ਜਿਹੜੀ ਸੱਟ ਲੱਗਣ ਦੇ ਨਾਲ ਤੁਹਾਡੀ ਬੋਡੀ ਦੇ ਵਿੱਚ ਕਿਤੇ ਵੀ ਕੋਈ ਨਾ ਕੋਈ ਇਫੈਕਟ ਪੈ ਸਕਦਾ ਹੈ। ਬੇਸ਼ੱਕ ਸੱਟ ਹੋਰ ਕਿਤੇ ਲੱਗੀ ਹੋਵੇ ਤੇ ਇਫੈਕਟ ਹੋਰ ਕਿਤੇ ਵੀ ਹੋ ਸਕਦਾ ਹੈ। ਹਾਂਜੀ ਦੈਟਸ ਰਾਈਟ ਬਿਕੋਜ਼ ਬੋਡੀ ਨੂੰ ਸ਼ੌਕ ਲੱਗਦਾ ਹੈ ਨਾ ਤੇ ਉਹ ਜਿਹੜਾ ਸ਼ੌਕ ਆ ਉਹ ਐਨਰਜੀ ਲੈਵਲ ਤੇ ਹੁੰਦਾ ਆ ਤੇ ਫਿਜ਼ੀਕਲ ਲੈਵਲ ਤੇ ਸਿਰਫ ਬਰੂਜ਼ਿੰਗ ਹੁੰਦੀ ਆ ਤੇ ਉਹ ਬਰੂਜ਼ਿੰਗ ਹੌਲੀ ਹਟ ਜਾਂਦੀ ਆ
ਪਰ ਬਹੁਤ ਹੀ ਕੇਸ ਇੱਦਾਂ ਦੇ ਦੇਖੇ ਆ ਜਿਨ੍ਹਾਂ ਦੇ ਐਕਸੀਡੈਂਟ ਹੋਏ ਸੀ ਜਾਂ ਕੋਈ ਸੱਟ ਗੁੱਝੀ ਲੱਗੀ ਸੀ ਤੇ ਉਹ ਰਿਕਵਰ ਨਹੀਂ ਹੋਏ, ਤੇ ਉੱਥੇ ਹੋਮਿਓਪੈਥਿਕ ਦਵਾਈ ਬਹੁਤ ਹੀ ਵਧੀਆ ਕੰਮ ਕਰਦੀ ਹੈ ਜੀ। ਤੇ ਐਲੋਪੈਥੀ ਵਿੱਚ ਇਦਾਂ ਦੀ ਕੋਈ ਦਵਾਈ ਹੈ ਨਹੀਂ ਕਿ ਜਿਹੜੀ ਪੁਰਾਣੀ ਸੱਟ ਨੂੰ ਠੀਕ ਕਰ ਦੇਵੇ। ਪਰ ਤੁਹਾਡੀ ਗੱਲ ਸਹੀ ਹੈ, ਕਿਉਂਕਿ ਇੱਕ ਤਾਂ ਪਹਿਲਾਂ ਜਦੋਂ ਠੰਡੀਆਂ ਸ਼ੁਰੂ ਹੋ ਜਾਂਦੀਆਂ ਉਹਦੇ ਕਰਕੇ ਵੀ ਉਹਨੂੰ ਟਾਈਮ ਲੱਗਦਾ ਹੀਲ ਹੋਣ ਲਈ। ਕਈ ਦਫਾ ਤਾਂ ਕਈ ਮਹੀਨੇ ਨਿਕਲ ਜਾਂਦੇ ਨੇ, ਬੰਦਾ ਸਮਰ ਥੋੜੇ ਬਹੁਤੇ ਠੀਕ ਹੋ ਜਾਂਦੇ, ਵਿੰਟਰ 'ਚ ਫੇਰ ਸ਼ੁਰੂ ਹੋ ਜਾਂਦੇ। ਹਾਂ ਦੈਟਸ ਰਾਈਟ, ਡਿਪੈਂਡ ਕਰਦਾ ਇੰਡੀਵਿਜੂਅਲ ਦੀ ਵਾਈਟੈਲਿਟੀ ਤੇ, ਹੈ ਨਾ, ਵੀ ਤੁਹਾਡੀ ਬੋਡੀ 'ਚ ਕਿੰਨੀ ਕੁ ਐਨਰਜੀ ਹੈਗੀ ਆ। ਜੇ ਤੁਹਾਡੀ ਐਨਰਜੀ ਸਟਰੋਂਗ ਆ ਤਾਂ ਬੋਡੀ ਜਲਦੀ ਠੀਕ ਹੋ ਜਾਂਦੀ ਆ, ਆਪਣੇ ਆਪ ਨੂੰ ਹੀਲ ਕਰ ਲੈਂਦੀ ਆ। ਤੇ ਜੇ ਤੁਹਾਡੀ ਵਾਈਟੈਲਿਟੀ ਲੋ, ਐਨਰਜੀ ਬਹੁਤ ਲੋ ਆ, ਤਾਂ ਫਿਰ ਜ਼ਿਆਦਾ ਟਾਈਮ ਲੱਗਦਾ ਹੈ ਬੋਡੀ ਨੂੰ ਰਿਕਵਰ ਹੋਣ ਨੂੰ। ਇੱਕ ਜਿਹੜਾ ਬੁਢਾਪਾ ਹੈਗਾ ਉਹ ਵੀ ਇੱਕ ਬਿਮਾਰੀ ਹੋਈ ਹੈ ਮੈਨੂੰ ਲੱਗਦਾ ਇੱਕ ਤਰ੍ਹਾਂ ਦੀ। ਹਾਂਜੀ, ਹੋਣਾ ਤਾਂ ਨਹੀਂ ਚਾਹੀਦਾ, ਹਾਂਜੀ ਹੋਣਾ ਤਾਂ ਨਹੀਂ ਚਾਹੀਦਾ ਹੈਗਾ, ਪਰ ਇਹ ਸਾਡਾ ਆਪਣਾ ਕਸੂਰ ਆ, ਕਿਉਂਕਿ ਆਪਣਾ ਸਰੀਰ ਦੀ ਦੇਖਭਾਲ ਕਰਦੇ ਨਹੀਂ ਪੂਰੀ। ਹਾਂਜੀ ਹਾਂ, ਆਪਣੀ ਖੁਰਾਕ ਸਹੀ ਨਹੀਂ ਹੁੰਦੀ ਹੈਗੀ, ਤੇ ਆਪਾਂ ਕੋਈ ਐਕਸਰਸਾਈਜ਼ ਨਹੀਂ ਕਰਦੇ, ਫਰੈਸ਼ ਏਅਰ ਨਹੀਂ ਲੈਂਦੇ, ਤੇ ਕੰਮ ਜ਼ਿਆਦਾ ਕਰਦੇ ਜਾਂ ਸਟ੍ਰੈਸ ਜ਼ਿਆਦਾ ਲੈਂਦੇ ਆ, ਤੇ ਉਹ ਫਿਰ ਸਾਰਾ ਸਰੀਰ ਤੇ ਅਸਰ ਪੈਣਾ ਹੀ ਹੁੰਦਾ। ਅੱਜ ਜਿਹੜਾ ਤੁਸੀਂ ਸਪੈਸ਼ਲ ਪ੍ਰੋਗਰਾਮ ਕਰਨਾ ਉਹਦੀ ਕਲਿੱਪ ਰੈਡੀ ਹੈ। ਮੈਂ ਕਲਿੱਪ ਤੋਂ ਪਹਿਲਾਂ ਥੋੜਾ ਬਹੁਤਾ ਟੈਲੀਫੋਨ ਰੀਡ ਕਰਦਾ ਜੋ ਸਕਰੀਨ ਤੇ ਆ ਰਿਹਾ 0121 551 1001। ਪਲੀਜ਼ ਕੋਸ਼ਿਸ਼ ਕਰੋ ਤੁਸੀਂ ਸ਼ੋਅ ਦੇ ਦਰਮਿਆਨ ਕਾਲ ਕਰਿਆ ਕਰੋ, ਤੇ ਕਿੰਨੀ ਦਫਾ ਤੁਸੀਂ ਲਾਸਟ ਮਿੰਟ ਕਰਦੇ ਫਿਰ ਅਸੀਂ ਕਾਲ ਨਹੀਂ ਲੈਂਦੇ ਪਾਉਂਦੇ। ਦੂਸਰੀ ਗੱਲ, ਡਾਕਟਰ ਦਾ ਅਸੀਂ ਜਿਹੜਾ 2-3 ਵੀਕ ਹੋ ਗਏ ਨਵਾਂ ਸਿਸਟਮ ਸੀਗਾ ਕਿ ਹੁਣ ਐਵਰੀ ਮੰਡੇ, ਵੈਨਸਡੇ ਤੇ ਫਰਾਈਡੇ ਬਿਟਵੀਨ 10 and 11 ਜਦੋਂ ਤੁਸੀਂ ਸਾਡੇ ਕਾਲ ਸੈਂਟਰ ਨੂੰ ਕਾਲ ਕਰੋਗੇ ਉਹ ਤੁਹਾਨੂੰ ਡਾਕਟਰ ਸਾਹਿਬ ਦਾ ਨੰਬਰ ਦੇਣਗੇ, ਜੋ ਇਹਨਾਂ ਦਾ ਪਰਸਨਲ ਨੰਬਰ ਹੈ। ਉਹ ਸਿਰਫ ਨੰਬਰ ਤੁਹਾਡੇ ਲਈ ਇਹਨਾਂ ਨੇ ਡੈਡੀਕੇਟ ਕਰਕੇ ਰੱਖਿਆ ਤਾਂ ਕਿ ਜਦੋਂ ਤੁਸੀਂ ਕਾਲ ਕਰਨਾ ਤੁਹਾਨੂੰ ਆਸਾਨ ਨੰਬਰ ਲੱਗ ਜਾਵੇ। ਮੰਡੇ, ਵੈਨਸਡੇ, ਫਰਾਈਡੇ ਬਿਟਵੀਨ 10 and 11 ਉਹ ਹੁਣ ਡਾਕਟਰ ਜੀ ਨੇ ਕਾਲ ਕਰਦੇ, ਤੁਹਾਡੀ ਰਿਸਪੌਂਸਿਬਿਲਿਟੀ ਹੈ। ਜਦੋਂ ਤੁਸੀਂ ਸ਼ੋਅ 'ਚ ਗੱਲ ਕਰੋਗੇ ਤੁਸੀਂ ਫਿਰ ਵੀ ਤੁਹਾਨੂੰ ਡਾਕਟਰ ਜੀ ਨੂੰ ਕਾਲ ਕਰਨਾ ਪਏਗਾ ਦਿਨਾਂ ਦੇ ਵਿੱਚ। ਡੋਂਟ ਫੋਰਗੇਟ ਯੂ, ਡਾਕਟਰ ਜੀ ਨੇ ਤੁਹਾਨੂੰ ਕਾਲ ਕਰਨਾ ਪਏਗਾ। ਸੋ ਪਲੀਜ਼ ਮੇਕ ਸ਼ੋਰ ਅਸੀਂ ਸਿਸਟਮ ਫੋਲੋ ਕਰੀਏ ਤਾਂ ਕਿ ਹਰ ਬੰਦੇ ਦੀ ਟਰਨ ਨਾ ਆ ਸਕੇ। ਜੀ ਡਾਕਟਰ ਸਾਹਿਬ ਆਪਾਂ ਪਹਿਲਾਂ ਕਲਿੱਪ ਦੇਖਦੇ ਫਿਰ ਗੱਲ ਕਰਦੇ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ। ਮੈਂ ਸੁਖਦੇਵ ਨੂੰ ਕਹਾਂਗਾ ਕਲਿੱਪ ਦਿਖਾ ਦੇ ਜੀ ਡਾਕਟਰ ਸਾਹਿਬ। ਸੋ ਪਿਛਲੀ ਵਾਰੀ ਆਪਾਂ ਦਿਖਾਇਆ ਸੀ ਵੀ ਕਿਸ ਤਰ੍ਹਾਂ ਖਾਣਾ ਖਾਧਾ ਆ ਸਟਮਕ ਵਿੱਚ ਜਾਂਦਾ ਹੈ ਤੇ ਕਿੱਦਾਂ ਹਜਮ ਹੁੰਦਾ ਹੈ, ਤੇ ਅੱਜ ਆਪਾਂ ਥੋੜ੍ਹੀ ਜਿਹੀ ਹੋਰ ਜਾਣਕਾਰੀ ਦਈਏ ਇਹਦੇ ਬਾਰੇ। ਸੋ ਇਹ ਹੈਗਾ ਪਿਕਚਰ ਸਟਮਕ ਦਾ, ਜਿਹਨੂੰ ਆਪਾਂ ਮਿਹਦਾ ਕਹਿੰਦੇ ਹਾਂ, ਤੇ ਖੁਰਾਕ ਇੱਥੇ ਮਿਹਦੇ ਵਿੱਚ ਆਉਂਦੀ ਆ ਐਸੋਫੇਗਸ ਦੇ ਥਰੂ। ਤੇ ਇੱਥੇ ਹੁਣ ਮਿਹਦੇ ਦੇ ਵਿੱਚ ਬਹੁਤ ਸਾਰੀ ਸਟਰੋਂਗ ਐਸਿਡ ਰਿਲੀਜ਼ ਹੁੰਦੀ ਆ, ਜਿਹਦੇ ਨਾਲ ਸਾਰੇ ਖੁਰਾਕ ਜਿਹੜੀ ਘੁਲ ਜਾਂਦੀ ਆ, ਤੇ ਇੱਥੇ ਕੁਝ ਪ੍ਰੋਬਲਮ ਆ ਸਕਦੇ ਆ। ਤੇ ਕਈ ਵਾਰੀ ਤਾਂ ਐਸਿਡ ਜ਼ਿਆਦਾ ਬਣਨ ਲੱਗ ਪੈਂਦੀ ਸਟਮਕ ਦੇ ਵਿੱਚ, ਤੇ ਉਹਦੇ ਨਾਲ ਸਟਮਕ ਵਿੱਚ ਸੋਜ ਪੈ ਜਾਂਦੀ ਆ, ਜਿਹਨੂੰ ਗੈਸਟਰਾਈਟਿਸ ਕਹਿੰਦੇ ਆ। ਤੇ ਇਹਦੀ ਵਜ੍ਹਾ ਹੁੰਦੀ ਆ ਕੁਝ ਦਵਾਈਆਂ ਜਿਹੜੀਆਂ ਐਂਟੀ ਇਨਫਲੈਮੇਟਰੀਜ਼ ਆ, ਜਿੱਦਾਂ ਆਈਬੂਪ੍ਰੋਫਨ ਹੋਈ ਤੇ ਜਾਂ ਐਸਪ੍ਰਿਨ ਆ, ਜਿਹਦੇ ਨਾਲ ਜ਼ਖਮ ਵੀ ਹੋ ਸਕਦੇ ਆ। ਤੇ ਸਟੇਰੋਇਡਸ ਜਿਹੜੇ ਆ ਉਹ ਵੀ ਕੁਝ ਖਰਾਬੀ ਇੱਥੇ ਕਰ ਸਕਦੇ ਆ। ਤੇ ਇੱਦਾਂ ਦੀਆਂ ਦਵਾਈਆਂ ਦੇ ਨਾਲ ਸਟਮਕ ਦੇ ਵਿੱਚ ਸੋਜ ਆ ਜਾਂਦੀ ਆ, ਤੇ ਫਿਰ ਕੁਝ ਦਰਦ ਵੀ ਹੁੰਦਾ ਆ, ਤੇ ਅਨਕੰਫਰਟੇਬਲ ਫੀਲਿੰਗ ਰਹਿੰਦਾ ਹੈ। ਤੇ ਦੂਸਰੀ ਗੱਲ ਇਹ ਆ ਵੀ ਇੱਥੇ ਐਸਿਡ ਕਮ ਵੀ ਹੋ ਸਕਦੀ ਆ, ਤੇ ਜਦੋਂ ਘੱਟ ਐਸਿਡ ਬਣਦੀ ਆ ਤੇ ਫਿਰ ਜਿਹੜਾ ਇੱਥੇ ਸਫਿੰਕਟਰ ਮਸਲ ਆ ਉਹ ਖੁੱਲ ਜਾਂਦਾ ਆ, ਕਿਉਂਕਿ ਜਦੋਂ ਸਟਰੋਂਗ ਐਸਿਡ ਹੁੰਦੀ ਆ ਉਹਦੇ ਰੀਫਲੈਕਸ ਹੁੰਦਾ ਆ ਵੀ ਇੱਥੇ ਜਿਹੜਾ ਸਫਿੰਕਟਰ ਮਸਲ ਹੈ ਉਹ ਬੰਦ ਰਹੇ ਤੇ ਐਸਿਡ ਉੱਤੇ ਨੂੰ ਨਾ ਜਾਏ। ਤੇ ਜਦੋਂ ਐਸਿਡ ਕਮ ਬਣਦੀ ਆ ਫਿਰ ਇਹ ਜਿਹੜਾ ਇੱਥੇ ਸਫਿੰਕਟਰ ਮਸਲ ਹੈ ਖੁੱਲ੍ਹਾ ਰਹਿ ਜਾਂਦਾ ਹੈ, ਤੇ ਫਿਰ ਜਿਹੜੀ ਐਸਿਡ ਆ ਉਹ ਉੱਤੇ ਨੂੰ ਜਾ ਸਕੇ ਤੁਹਾਨੂੰ ਹਾਰਟ ਬਰਨ ਦਿੰਦੀ ਹੈ, ਛਾਤੀ ਦੇ ਵਿੱਚ ਬਰਨਿੰਗ ਜਲਣ ਹੁੰਦੀ ਹੈ। ਤੇ ਇਹਦਾ ਨੋਰਮਲੀ ਜਦੋਂ ਤੁਸੀਂ ਜੀਪੀ ਦੇ ਜਾਂਦੇ ਆ ਤੇ ਬੇਸ਼ੱਕ ਉਹ ਐਸਿਡ ਜ਼ਿਆਦਾ ਹੋਵੇ ਜਾਂ ਕਮ ਹੋਵੇ, ਉਹ ਤੁਹਾਨੂੰ ਈਜ਼ੋਮੈਪਰਾਜ਼ੋਲ ਜਾਂ ਓਮੈਪਰਾਜ਼ੋਲ ਜਾਂ ਲੈਂਸੋਪ੍ਰਾਜ਼ੋਲ ਦਵਾਈ ਦਿੰਦੇ ਆ। ਤੇ ਅਨਫੋਰਚੂਨੇਟਲੀ ਉਹਦਾ ਇਫੈਕਟ ਕੀ ਹੈਗਾ ਵੀ ਉਹ ਹੋਰ ਐਸਿਡ ਕਮ ਕਰ ਦਿੰਦੀ ਆ ਤੇ ਐਸਿਡ ਹੋਰ ਘਟਾ ਦਿੰਦੀ ਆ, ਇਹਦਾ ਸਿਰਫ ਇਹੀ ਕੰਮ ਆ। ਤੇ ਸੋ ਇਹ ਜਿਹੜਾ ਰੀਫਲਕਸ ਆ ਇਹ ਫਿਰ ਵੀ ਹੁੰਦਾ ਹੀ ਰਹਿੰਦਾ ਹੈ, ਕਰਕੇ ਇਹ ਕੋਈ ਇਲਾਜ ਨਹੀਂ ਹੈਗਾ। ਤੇ ਸਾਨੂੰ ਚਾਹੀਦਾ ਵੀ ਕੁਝ ਦਵਾਈਆਂ ਦੇਣੀਆਂ ਚਾਹੀਦੀਆਂ ਜਿਨ੍ਹਾਂ ਦੇ ਨਾਲ ਐਸਿਡ ਪੂਰੀ ਬਣਨ ਲੱਗ ਪਏ ਸਟਮਕ ਵਿੱਚ, ਤੇ ਜਦੋਂ ਸਟਰੋਂਗ ਐਸਿਡ ਬਣਨ ਲੱਗ ਪਵੇ ਫਿਰ ਇਹ ਖੁਦ ਆਪਣੇ ਆਪ ਸਫਿੰਕਟਰ ਮਸਲ ਜਿਹੜਾ ਰੀਫਲੈਕਸ ਐਕਸ਼ਨ ਦੇ ਨਾਲ ਬੰਦ ਹੋ ਜਾਂਦਾ ਹੈ, ਤੇ ਇਹ ਫਿਰ ਰੀਫਲਕਸ ਹੋਣਾ ਉੱਤੇ ਨੂੰ ਬੰਦ ਹੋ ਜਾਂਦਾ।
ਤੇ ਇਹ ਗੈਸਟਰਾਈਟਿਸ ਜਿਹੜੀ ਆ ਤੇ ਇਹ ਖਾਸ ਕਰਕੇ ਜਿਹੜੀਆਂ ਦਵਾਈਆਂ ਦਿੰਦੇ ਆ ਐਂਟੀ ਇਨਫਲੈਮੇਟਰੀਜ਼ ਉਹ ਡੈਮੇਜ ਕਰਦੀਆਂ ਲਾਈਨਿੰਗ ਨੂੰ ਸਟਮਕ ਦੇ ਨੂੰ ਤੇ ਇਸ ਕਰਕੇ ਸੋਜ ਪੈ ਜਾਂਦੀ ਆ। ਹੁਣ ਜੇ ਆਪਾਂ ਸੋਚੀਏ ਵੀ ਇਹ ਸਟਮਕ ਹੈਗਾ ਆ ਤੇ ਇੱਥੇ ਜਿਹੜਾ ਡਾਇਫਰੈਮ ਮਸਲ ਉਹ ਇਸ ਤਰ੍ਹਾਂ ਆ ਤੇ ਸਟਮਕ ਇਹਦੇ ਨੀਚੇ ਹੁੰਦਾ ਨੋਰਮਲੀ ਤੇ ਪਰ ਕੀ ਹੁੰਦਾ ਹਾਈਟਸ ਹਰਨੀਆ ਵਿੱਚ ਥੋੜਾ ਜਿਹਾ ਸਟਮਕ ਦਾ ਪੋਰਸ਼ਨ ਜਿਹੜਾ ਉਹ ਡਾਇਫਰੈਮ ਮਸਲ ਦੇ ਉੱਤੇ ਆ ਜਾਂਦਾ ਇਸ ਤਰ੍ਹਾਂ ਤੇ ਉਹ ਫਿਰ ਜਿਹੜਾ ਤੁਹਾਡਾ ਖਾਦਾ ਆ ਫੂਡ ਥੋੜਾ ਜਿਹਾ ਇਹਦੇ ਵਿੱਚ ਪਿਆ ਰਹਿ ਜਾਂਦਾ ਹੈ ਤੇ ਇਹਦੇ ਵਿੱਚ ਐਸਿਡ ਵੀ ਤੁਹਾਨੂੰ ਆ ਜਾਂਦੀ ਹੈ ਤੇ ਜਦੋਂ ਗੈਸ ਬਣਦਾ ਆ ਤੇ ਪ੍ਰੈਸ਼ਰ ਦੇ ਨਾਲ ਇਹ ਖਾਦਾ ਜਿਹੜਾ ਤੇ ਐਸਿਡ ਜਿਹੜੀ ਆ ਉਹ ਤੁਹਾਨੂੰ ਇਸ ਪੋਰਸ਼ਨ ਦੇ ਵਿੱਚ ਆ ਜਾਂਦੀ ਆ ਤੇ ਜਦੋਂ ਪ੍ਰੈਸ਼ਰ ਹੁੰਦਾ ਗੈਸ ਦਾ ਫਿਰ ਉਹ ਤੁਹਾਨੂੰ ਉੱਤੇ ਨੂੰ ਤੁਹਾਡੀ ਨਾਲੀ ਦੇ ਉੱਤੇ ਦੀ ਆ ਕੇ ਛਾਤੀ ਦੇ ਵਿੱਚ ਵੀ ਜਲਣ ਹੁੰਦਾ ਹੈ ਤੇ ਇਹ ਗਲੇ ਦੇ ਵਿੱਚ ਵੀ ਆ ਕੇ ਲੱਗ ਸਕਦਾ ਹੈ ਉਦੋਂ ਫਿਰ ਸੋਰ ਥਰੋਟ ਹੋ ਜਾਂਦੀ ਹੈ ਤੇ ਇਹਦੇ ਨਾਲ ਹੀ ਕਈ ਵਾਰੀ ਖੰਘ ਆਉਂਦੀ ਰਹਿੰਦੀ ਆ ਤੇ ਖੰਘ ਦੀ ਵਜ੍ਹਾ ਨੋਰਮਲੀ ਹੁੰਦੀ ਫੇਫੜਿਆਂ ਵਿੱਚ ਪ੍ਰੋਬਲਮ ਪਰ ਇਹ ਖੰਘ ਜਿਹੜੀ ਆ ਇਹ ਸਟਮਕ ਦੇ ਪ੍ਰੋਬਲਮ ਕਰਕੇ ਹੁੰਦੀ ਰਹਿੰਦੀ ਆ ਤੇ ਇੱਥੇ ਫਿਰ ਕੌਫ ਮਿਕਸਚਰ ਕੋਈ ਕੰਮ ਨਹੀਂ ਕਰਦੇ ਹੈਗੇ ਤੇ ਇਹਦੇ ਨਾਲ ਜੀਭ ਵੀ ਤੁਹਾਡੀ ਸੋਰ ਹੋ ਜਾਂਦੀ ਹੈ ਸੁੱਜ ਜਾਂਦੀ ਆ ਛਾਲੇ ਵੀ ਹੋ ਸਕਦੇ ਮੂੰਹ ਵਿੱਚ ਤੇ ਕਈਆਂ ਦੇ ਜੋ ਬਹੁਤ ਚਿਰਾਂ ਬਾਅਦ ਜੇ ਚੱਲੀ ਜਾਵੇ ਇਹ ਕੰਮ ਤੇ ਉਹਨਾਂ ਦੇ ਦੰਦ ਵੀ ਐਸਿਡ ਦੇ ਨਾਲ ਕੱਸਣ ਲੱਗ ਪੈਂਦੇ ਆ ਸੋ ਇਹਨੂੰ ਇਸ ਤਰ੍ਹਾਂ ਜੇ ਹੋ ਜਾਵੇ ਇਹਨੂੰ ਹਾਈਟਸ ਹਰਨੀਆ ਕਹਿੰਦੇ ਆ। ਲੱਗਿਆ ਪਹਿਲਾਂ ਡਾਕਟਰ ਸਾਹਿਬ ਜਿਹੜੇ ਤੁਸੀਂ ਨਾਮ ਲਿਖੇ ਨੇ ਉਹ ਕਿੰਨੀ ਡਿਫਿਕਲਟ ਹੈ ਉਹ ਇੰਗਲਿਸ਼ ਤਾਂ ਲੱਗਦੀ ਨਹੀਂ ਹੈਗੀ ਉਹ ਇਹ ਪਹਿਲਾਂ ਤਾਂ ਉਹਦੇ ਉਹਦਾ ਲੱਗਦਾ ਕੋਈ ਫੋਰਨ ਲੈਂਗੁਏਜ ਆ ਕਿੰਨੇ ਡਿਫਿਕਲਟ ਨਾਮ ਨੇ ਉਹ। ਹਾਂਜੀ ਹਾਂਜੀ ਇਹ ਪਹਿਲਾਂ ਤੋਂ ਚੱਲੇ ਆਉਂਦੇ ਇਦਾਂ ਦੇ ਨਾਂ ਤੇ ਮੇਰਾ ਖਿਆਲ ਹੈ ਮੈਡੀਕਲ ਪ੍ਰੋਫੈਸ਼ਨ ਜਿਹੜੀ ਪੁਰਾਣੀ ਸੀਗੀ ਉਹ ਜਾਣ ਕੇ ਔਖੇ ਜਿਹੇ ਨਾਂ ਰੱਖਦੇ ਸੀ ਆਮ ਬੰਦੇ ਨੂੰ ਪਤਾ ਨਾ ਲੱਗੇ ਕੀ ਆ ਬੜਾ ਮੁਸ਼ਕਿਲ ਹੈ ਪਹਿਲੇ ਤੇ ਮੈਡੀਸਨ ਉਦਾਂ ਵੀ ਤੇ ਡਿਫਿਕਲਟ ਹੈਗੀ ਆ ਡਾਕਟਰ ਦੀ ਪੜ੍ਹਾਈ ਕਰਨੀ ਤੇ ਲੇਕਿਨ ਇਦਾਂ ਦੇ ਨਾਮ ਤੇ ਪ੍ਰੋਨਾਂਸ ਕਰਨੇ ਵੀ ਬੜੇ ਡਿਫਿਕਲਟ ਹੈਗੇ ਬਹੁਤ ਡਿਫਿਕਲਟ ਆ ਜੇ ਤੁਸੀਂ ਸੋਚੋ ਕਿ ਲੰਬਰੀਕੋਇਡਿਸ ਕੀ ਹੁੰਦਾ ਹਾਂਜੀ ਲੰਬਰੀਕੋਇਡਿਸ ਸਿਰਫ ਹੁੰਦਾ ਰਾਉਂਡ ਵਰਮ ਹਾਂਜੀ ਸੋ ਉਹ ਲੈਟਿਨ ਨੇਮਸ ਤੇ ਪਹਿਲਾਂ ਚੱਲੇ ਆਉਂਦੇ ਆ ਤੇ ਹੈਗੇ ਐਵੇਂ ਕੰਪਲਿਕੇਟਡ ਆ ਉਹ ਸਿੰਪਲੀਫਾਈ ਕਰਨੇ ਚਾਹੀਦੇ ਐਕਚੁਅਲੀ ਡਾਕਟਰ ਦੀ ਨਾ ਇੰਗਲਿਸ਼ ਦੀ ਸਮਝ ਪਵੇ ਨਾ ਹੈਂਡ ਰਾਈਟਿੰਗ ਦੀ ਸਮਝ ਹਾਂਜੀ ਹਾਂਜੀ ਦੈਟਸ ਰਾਈਟ ਪਤਾ ਨਹੀਂ ਇੰਨੇ ਬੰਦੇ ਪੜ੍ਹੇ ਲਿਖੇ ਹੈਂਡ ਰਾਈਟਿੰਗ ਸਾਰਿਆਂ ਨੂੰ ਭੈੜੀ ਹੁੰਦੀ ਹੁੰਦਾ ਉਹ ਫਿਰ ਜਲਦੀ ਲਿਖਣਾ ਪੈਂਦਾ ਭਾਜੀ ਫਿਰ ਕੀ ਕਰੀਏ ਬੜੀ ਹੈਰਾਨਗੀ ਦੀ ਗੱਲ ਹੈ ਕਿਸੇ ਡਾਕਟਰ ਦੀ ਹੈਂਡ ਰਾਈਟਿੰਗ ਸਫਾ ਨਹੀਂ ਹੁੰਦੀ ਦੈਟਸ ਰਾਈਟ ਐਨੀਵੇ ਦੱਸੋਗੇ ਥੋੜਾ ਬਹੁਤਾ ਹੋਰ ਦੱਸੋ ਹਾਂਜੀ ਸੋ ਆਪਾਂ ਜਿੱਦਾਂ ਵੀਡੀਓ ਵਿੱਚ ਦਿਖਾਇਆ ਹੈ ਨਾ ਵੀ ਜਿਹੜੇ ਸਟਮਕ ਦੇ ਪ੍ਰੋਬਲਮ ਆ ਇਹ ਖਾਸ ਕਰਕੇ ਦੋ ਵਜ੍ਹਾ ਹੁੰਦੀ ਆ ਜਾਂ ਤਾਂ ਐਸਿਡ ਜ਼ਿਆਦਾ ਬਣਦੀ ਆ ਜਾਂ ਐਸਿਡ ਬਹੁਤ ਕਮ ਬਣਦੀ ਆ ਹਾਂਜੀ ਪਰ ਜੀਪੀ ਅਨਫੋਰਚੂਨੇਟਲੀ ਉਹ ਡਿਸਟਿੰਗੁਇਸ਼ ਨਹੀਂ ਕਰਦੇ ਹੈਗੇ ਉਹ ਕਦੇ ਟੈਸਟ ਨਹੀਂ ਕਰਦੇ ਵੀ ਐਸਿਡ ਜ਼ਿਆਦਾ ਹੈ ਜਾਂ ਕਿ ਘੱਟ ਆ ਦਵਾਈ ਉਹ ਨਹੀਂ ਇੱਕੋ ਹੀ ਦੇਣੀ ਆ ਸਾਰਿਆਂ ਨੂੰ ਉਹੀ ਕੈਪਸੂਲ ਦਿੰਦੇ ਆ ਹਾਂਜੀ ਤਾਂ ਉਹ ਕੈਪਸੂਲ ਕੀ ਕਰਦੇ ਆ ਉਹ ਐਸਿਡ ਘਟਾਉਂਦੇ ਆ ਸਿਰਫ ਪੇਟ ਵਿੱਚ ਹਾਂਜੀ ਤੇ ਪਰ ਜੇ ਤੁਹਾਡੇ ਆਲਰੇਡੀ ਘੱਟ ਐਸਿਡ ਆ ਤਾਂ ਤੁਸੀਂ ਹੋਰ ਉਹਨੂੰ ਘਟਾ ਦਿੰਦੇ ਆ ਉਹ ਪ੍ਰੋਬਲਮ ਤਾਂ ਸੋਲਵ ਹੁੰਦਾ ਹੀ ਨਹੀਂਗਾ ਹਾਂਜੀ ਸੋ ਜਦੋਂ ਘੱਟ ਹੁੰਦੀ ਐਸਿਡ ਉਹ ਰੀਫਲਕਸ ਹੁੰਦਾ ਰਹਿੰਦਾ ਉੱਤੇ ਨੂੰ ਆਉਂਦੀ ਰਹਿੰਦੀ ਐਸਿਡ ਖਾਦਾ ਪੀਤਾ ਜਿਹੜਾ ਉਹ ਫਿਰ ਛਾਤੀ ਜਲਣ ਹੁੰਦੀ ਹੈ ਬਹੁਤ ਲੋਕ ਕੰਪਲੇਨ ਕਰਦੇ ਨੇ ਬਹੁਤ ਜ਼ਿਆਦਾ ਇਹ ਬਹੁਤ ਹੀ ਕਾਮਨ ਚੀਜ਼ ਹੈ ਇਸੇ ਕਰਕੇ ਮੇਰਾ ਦਿਲ ਭਰਿਆ ਹਾਂਜੀ ਹਮੇਸ਼ਾ ਜਲਣ ਹੁੰਦੀ ਰਹਿੰਦੀ ਹੈ ਜਾਂ ਉੱਤੇ ਨੂੰ ਆਉਂਦਾ ਰਹਿੰਦਾ ਖਾਦਾ ਪੀਤਾ ਤੇ ਡਕਾਰ ਆਉਂਦੇ ਰਹਿੰਦੇ ਆ ਸੋ ਇਹੀ ਇਹਦਾ ਕਾਰਨ ਹੈ ਕਿ ਉਹ ਜਿਹੜਾ ਸਫਿੰਕਟਰ ਮਸਲ ਉੱਥੇ ਸਟਮਕ ਦੇ ਉੱਤੇ ਬੰਦ ਹੋਣਾ ਚਾਹੀਦਾ ਹੈ ਉਹ ਬੰਦ ਨਹੀਂ ਹੁੰਦਾ ਕਿਉਂਕਿ ਇਨਫ ਐਸਿਡ ਨਹੀਂ ਹੈਗੀ ਜਦੋਂ ਇਨਫ ਐਸਿਡ ਹੁੰਦੀ ਹੈ ਉਹ ਰੀਫਲੈਕਸ ਐਕਸ਼ਨ ਆ ਉਹਨੂੰ ਪਤਾ ਲੱਗ ਜਾਂਦਾ ਇਹ ਹੁਣ ਏਜ ਰਿਲੇਟਡ ਹੁੰਦਾ ਏਜ ਰਿਲੇਟਡ ਇੰਨਾ ਨਹੀਂ ਹੈਗਾ ਭਾਜੀ ਹੁੰਦਾ ਤਾਂ ਹੈ ਹਰੇਕ ਚੀਜ਼ ਏਜ ਰਿਲੇਟਡ ਹੈਗੀ ਆ ਨੈਚੁਰਲੀ ਥੋੜਾ ਬਹੁਤਾ ਹੁੰਦਾ ਹੀ ਆ ਪਰ ਇਹ ਜ਼ਿਆਦਾ ਹੁੰਦਾ ਹੈ ਤੇ ਐਸਿਡ ਜਿਹੜੀ ਘਟਦੀ ਆ ਇਹ ਥੋੜਾ ਜਿਹਾ ਇਹ ਬਾਇਓਕੈਮੀਕਲ ਪ੍ਰੋਸੈਸ ਆ ਹਨਾ ਜੇ ਤੁਹਾਡੀ ਕੋਈ ਮਿਨਰਲਸ ਦੀ ਘਾਟ ਆ ਐਂਜ਼ਾਈਮਸ ਦੀ ਘਾਟ ਆ ਘਾਟਾਂ ਦੇ ਨਾਲ ਵੀ ਐਸਿਡ ਕਮ ਬਣਦੀ ਆ ਹਾਂਜੀ ਸੋ ਇਹੀ ਮੈਂ ਕਹਿੰਦਾ ਹੁੰਦਾ ਤਾਂ ਹੀ ਹਰ ਇੱਕ ਨੂੰ ਮਲਟੀਵਿਟਾਮਿਨ ਮਲਟੀ ਮਿਨਰਲ ਲੈਣਾ ਚਾਹੀਦਾ ਵੀ ਤੁਹਾਡੀ ਘਾਟ ਨਾ ਪਵੇ ਬਾਡੀ ਵਿੱਚ ਹਾਂਜੀ ਤੇ ਇਹ ਇੱਥੇ ਹੁਣ ਅਸੀਂ ਫਾਰਮੂਲਾ ਦੇਈਦੇ ਸੀਗੇ ਪੇਟ ਨੂੰ ਠੀਕ ਕਰਨ ਲਈ ਤੇ ਹੁਣ ਅਸੀਂ ਅਲੱਗ ਫਾਰਮੂਲੇ ਬਣਾ ਲਏ ਆ ਸੋ ਜਿਹਦੇ ਜ਼ਿਆਦਾ ਐਸਿਡ ਬਣਦੀ ਆ ਉਹਦੇ ਲਈ ਅਲੱਗ ਆ ਜਿਹਦੇ ਲਈ ਐਸਿਡ ਕਮ ਆ ਉਹਦੇ ਲਈ ਅਲੱਗ ਫਾਰਮੂਲਾ ਦੇਈਦਾ ਹੁਣ ਪਰ ਜੀਪੀ ਇੱਕੋ ਹੀ ਦਵਾਈ ਦਿੰਦੇ ਸਾਰਿਆਂ ਨੂੰ ਉਹੀ ਕੈਪਸੂਲ ਚੱਲਦੇ ਆ ਤੇ ਉਹ ਰੀਫਲਕਸ ਨੂੰ ਠੀਕ ਹੀ ਨਹੀਂ ਕਰਦੇ ਕਦੇ ਵੀ ਰੀਫਲਕਸ ਉਹਦੇ ਨਾਲ ਠੀਕ ਨਹੀਂ ਹੁੰਦਾ ਹੈਗਾ ਪਰ ਜੀ ਮੈਨੂੰ ਜੇ ਤੁਸੀਂ ਗੱਲਾਂ ਦੱਸਦੇ ਹੋ ਬੜੀ ਇੱਕ ਜਿਸਮ ਇੰਨਾ ਕੰਪਲਿਕੇਟਿਡ ਹੈ ਚੀਜ਼ ਬਹੁਤ ਰੱਬ ਨੇ ਜੋ ਕੀਤਾ ਰੱਬ ਸਾਡੇ ਨੇ ਕਮਾਲ ਦੀ ਚੀਜ਼ ਬਣਾਈ ਹੈ
ਇਹ ਉਹ ਜਿੱਦਾਂ ਹੁਣ ਆਪਣੀ ਬਾਡੀ ਹੈਗੀ ਹੈ, ਬਿਮਾਰੀਆਂ ਵੀ ਕੋਈ ਕਮੀ ਨਹੀਂ, ਬੇਸ਼ੁਮਾਰ ਬਿਮਾਰੀਆਂ ਵੀ ਵੱਧ ਗਈਆਂ ਨੇ। ਹਾਂਜੀ ਹਾਂਜੀ ਬਹੁਤ ਰੀਜ਼ਨ ਉਹਦਾ, ਕਿਉਂਕਿ ਫਰੈਸ਼ ਫੂਡ ਨਹੀਂ ਹੁੰਦਾ, ਉਹਦੇ ਚ ਅੰਦਰ ਚੀਜ਼ਾਂ ਮਿਲਾਵਟ ਹੁੰਦੀ ਹੈ, ਤੇ ਕੁਝ ਲਾਈਫ ਬੜੀ ਫਾਸਟ ਹੋ ਜਾਂਦੀ, ਲਾਈਫ ਦੇ ਵਿੱਚ ਬੜਾ ਕੁਝ। ਇਹ ਇਨਸਾਨ, ਆਰਡੀਨਰੀ ਇਨਸਾਨ ਜਿਹੜਾ ਕੰਮ ਕਮਾਈ ਕਰਨ ਵਾਲਾ, ਉਹ ਆਪਣੇ ਜਿਸਮ ਨੂੰ ਲੁੱਕ ਆਫਟਰ ਨਹੀਂ ਕਰ ਸਕਦਾ, ਨਹੀਂ ਕਰਦਾ ਜੀ, ਨਹੀਂ ਕਰਦਾ। ਬੜਾ ਮੁਸ਼ਕਿਲ ਹੈ ਯਾਰ, ਬੜੀ ਵੱਡੀ ਰਿਸਪੌਂਸਿਬਿਲਿਟੀ ਹੈ। ਇਹ ਰੱਬ ਨੇ ਤੁਹਾਨੂੰ ਇੱਕ ਜਿਸਮ ਦਿੱਤਾ ਪਿਆ, ਬੜੀ ਰਿਸਪੌਂਸਿਬਿਲਿਟੀ ਦਿੱਤੀ। ਪਹਿਲਾਂ ਤਾਂ ਬੜਾ ਕੇਅਰ ਫ੍ਰੀ ਹੁੰਦਾ ਸੀਗਾ, ਹੁਣ ਤੁਸੀਂ ਕੇਅਰ ਫ੍ਰੀ, ਓਨੈਸਟਲੀ ਤੁਸੀਂ ਸਾਰੇ ਸੋਚ ਕੇ ਦੇਖਿਓ, ਤੁਸੀਂ ਆਪਣੀ ਬਾਡੀ ਨੂੰ ਮਿਸਯੂਜ਼ ਨਹੀਂ ਕਰ ਸਕਦੇ। ਥੋੜਾ ਦਿਮਾਗ ਕਹਿੰਦਾ ਮੈਂ ਇਹ ਕਰਦਾ, ਮੈਂ ਇਹ ਕਰਦਾ, ਲੇਕਿਨ ਬਾਡੀ ਅਲਾਉ ਨਹੀਂ ਕਰਦੀ, ਉਹਨੂੰ ਪਤਾ ਕਿ ਤੂੰ ਮੈਨੂੰ ਧੱਕਾ ਦੇ ਰਿਹਾ। ਹਾਂਜੀ, ਬਾਡੀ ਤੁਹਾਨੂੰ ਦੱਸ ਦਿੰਦੀ ਹੈ ਨਾ ਤੇ ਇਦਾਂ ਨਹੀਂ ਕਰਨਾ, ਪਰ ਅਸੀਂ ਸੁਣਦੇ ਨਹੀਂ ਬਾਡੀ ਦੀ, ਹੈ ਨਾ। ਤੇ ਮੈਂ ਦੇਖਿਆ ਲੋਕੀ ਇਹ ਡਰਿੰਕ ਕਰਦੇ ਆ, ਉਹਨਾਂ ਦੀ ਬਾਡੀ ਥੋੜਾ ਬਹੁਤ ਚੇਂਜ ਆਉਣ ਲੱਗ ਪੈਂਦਾ ਹੈ। ਹਾਂਜੀ, ਪਰ ਉਹ ਪਰਵਾਹ ਨਹੀਂ ਕਰਦੇ ਹੈਗੇ, ਉਹ ਫਿਰ ਡਰਿੰਕ ਕਰੀ ਜਾਂਦੇ ਆ, ਦੇ ਡੋਂਟ ਟੇਕ ਨੋਟਿਸ ਆਫ ਵਾਟ ਦਾ ਬਾਡੀ ਇਜ਼ ਟੈਲਿੰਗ them। ਹਾਂਜੀ, ਤੇ ਫਿਰ ਕੋਈ ਨਾ ਕੋਈ, ਫਿਰ ਜਦੋਂ ਪ੍ਰੋਬਲਮ ਸ਼ੁਰੂ ਹੋ ਜਾਂਦਾ, ਫਿਰ ਪਤਾ ਲੱਗ ਜਾਂਦਾ ਹੁਣ ਬਲੱਡ ਪ੍ਰੈਸ਼ਰ ਹੋ ਗਿਆ, ਤੇ ਫਿਰ ਬਲੱਡ ਪ੍ਰੈਸ਼ਰ ਦੀ ਗੋਲੀ ਖਾਣ ਲੱਗ ਪੈਂਦੇ ਆ। ਹਾਂਜੀ, ਇਹ ਨਹੀਂ ਦੇਖਦੇ ਕਿ ਆਪਾਂ ਉਹ ਸ਼ੁਰੂ ਕਰ ਦੋ, ਇਹ ਨਹੀਂ ਦੇਖੋ ਕਿ ਆਪਣੇ ਆਪ ਆਪਣੀ ਖੁਰਾਕ ਚੇਂਜ ਕਰ ਦਈਏ ਜਾਂ ਆਪਾਂ ਆਪਣੀ ਸ਼ਰਾਬ ਬੰਦ ਕਰ ਦਈਏ, ਗੋਲੀਆਂ ਖਾਈ ਜਾਂਦੇ ਆ। ਦੇਖੋ ਬਹੁਤ ਇੰਪੋਰਟੈਂਟ ਗੱਲ ਆ, ਓਨੈਸਟਲੀ ਅਸੀਂ ਨਾ ਜਦੋਂ ਕੋਈ ਵੀ ਬਿਮਾਰੀ ਪੈਂਦੀ ਨਾ, ਫਟਾਫਟ ਮੈਡੀਕੇਸ਼ਨ ਨੂੰ ਦੌੜਦੇ ਆ, ਲੇਕਿਨ ਉਹਨੂੰ ਸਭ ਤੋਂ ਪਹਿਲਾਂ ਤੁਹਾਡਾ ਆਪਣਾ ਲਾਈਫ ਸਟਾਈਲ, ਇਹ ਪ੍ਰੋਗਰਾਮ ਲਾਈਫ ਸਟਾਈਲ ਐਂਡ ਹੈਲਥ ਵਗੈਰਾ ਤੁਹਾਨੂੰ ਦੱਸਦੇ ਨੇ, ਐਡਵਾਈਸ ਹੈਗੀ ਹੈ। ਬਾਕੀ ਵਿਸ਼ਾ ਮੈਂ ਬਾਰ-ਬਾਰ ਕਹਾਂਗਾ, ਵਿਸ਼ਾ ਆਪਣੀ ਜੀਪੀ ਨੂੰ ਚੈੱਕ ਕਰੋ, ਅਗਰ ਥੋੜਾ ਬਹੁਤਾ ਵੀ ਤੁਸੀਂ ਕਿਸੇ ਤਰ੍ਹਾਂ ਦੀ ਚੇਂਜ ਲੈ ਕੇ ਆਉਂਦੇ ਹੋ। ਲੇਕਿਨ ਜੋ ਤੁਸੀਂ ਲਾਈਫ ਸਟਾਈਲ ਚੇਂਜ ਕਰਨਾ, ਆਪਣੀ ਡਾਈਟ ਚੇਂਜ ਕਰਨੀ ਹੈ, ਤੇ ਉਹਦੇ ਤੇ ਉਹ ਤਾਂ ਤੁਹਾਡਾ ਉਹਦਾ ਫਾਇਦਾ ਹੀ ਫਾਇਦਾ, ਉਹਦਾ ਫਾਇਦਾ ਹੈ ਤੁਹਾਡਾ, ਕੋਈ ਉਹ ਤੇ ਕਾਸਟ ਨਹੀਂ ਆਉਂਦਾ। ਤੁਸੀਂ ਉਹ ਪੈਸਾ ਤਾਂ ਖਰਚਣਾ ਹੀ ਹੈ ਖੁਰਾਕ ਤੇ, ਜੇ ਤੁਸੀਂ ਚੰਗੀ ਖੁਰਾਕ ਤੇ ਖਰਚਿਓ ਤਾਂ ਉਹ ਬੈਟਰ ਨਹੀਂ ਹੈਗਾ। ਇੰਸਟੈਡ ਆਫ ਜਿਹੜੇ ਪੈਕਟਾਂ ਵਿੱਚ ਪਾਈਆਂ ਕੈਮੀਕਲ ਪਾਏ ਹੋਏ ਉਹਨਾਂ ਦੇ ਫੂਡਸ ਵਿੱਚ, ਉਹ ਵੀ ਖਾਣ ਨਾਲ ਤਾਂ ਤੁਹਾਨੂੰ ਨੁਕਸਾਨ ਹੀ ਹੋਣਾ। ਤੇ ਮੈਂ ਤਾਂ ਕਦੇ ਵੀ ਪੇਸ਼ੈਂਟ ਕਹਿੰਦਾ ਨਹੀਂ ਹੁੰਦਾ ਵੀ ਤੁਸੀਂ ਦਵਾਈਆਂ ਇੱਕਦਮ ਬੰਦ ਕਰ ਦਿਓ, ਬਿਲਕੁਲ ਕਦੇ ਵੀ ਨਹੀਂ ਕਹਿੰਦਾ। ਪਰ ਮੈਨੂੰ ਪਤਾ ਵੀ ਹੋਰ ਥੈਰੇਪਿਸਟ ਕਈ ਹੈਗੇ ਆ, ਉਹ ਕਹਿੰਦੇ ਜੀ ਤੂੰ ਕੋਈ ਲੋੜ ਨਹੀਂ ਇਹ ਦਵਾਈਆਂ ਉਹਦੀ, ਬੰਦ ਕਰ ਦਿਓ ਇੱਕਦਮ, ਤੇ ਜਿਹੜੇ ਮੈਂ ਤੁਹਾਨੂੰ ਸਪਲੀਮੈਂਟ ਦੇਣਾ ਹੀ ਖਾਓ। ਪਰ ਇੱਥੇ ਉਹ ਮੈਨੂੰ ਕਈ ਪੇਸ਼ੈਂਟ ਨੇ ਦੱਸਿਆ ਵੀ ਸਾਡੇ ਨਾਲ ਇੱਦਾਂ ਹੋਈ ਆ, ਤੇ ਉਹਨਾਂ ਦਾ ਇਹ ਬਹੁਤ ਬੁਰਾ ਹਾਲ ਹੋਇਆ ਭਾਜੀ। ਤੇ ਕਿਉਂਕਿ ਉਹ ਜਿਹੜੀ ਬਿਮਾਰੀ ਦਵਾਈਓ ਹੁੰਦੀ ਆ, ਐਲੋਪੈਥਿਕ ਦਵਾਈਆਂ ਨੇ, ਉਹ ਇੱਕਦਮ ਆਊਟ ਆਫ ਕੰਟਰੋਲ ਹੋ ਜਾਂਦੀ ਹੈ, ਆਊਟ ਆਫ ਕੰਟਰੋਲ ਬਿਲਕੁਲ ਹੋ ਜਾਂਦੀ ਭਾਜੀ, ਬੰਦਾ ਹਸਪੀਟਲ ਜਾਣ ਵਾਲਾ ਹੋ ਜਾਂਦਾ। ਸੋ ਇਹੀ ਮੈਂ ਕਹਿੰਦਾ ਵੀ ਕਦੇ ਵੀ ਤੁਸੀਂ ਇੱਕਦਮ ਦਵਾਈ ਆਪਣੀ ਬੰਦ ਨਾ ਕਰੋ, ਜੇ ਕਰਨੀ ਹੈ ਤਾਂ ਸਲਾਹ ਲੈ ਕੇ ਹੌਲੀ ਹੌਲੀ ਘਟਾਓ। ਪਰ ਜੀ ਇਹ ਤਾਂ ਮੈਡੀਕੇਸ਼ਨ ਹੈਗੇ ਆ, ਉਹਨੂੰ ਸਪਰੈਸ ਕਰਨ ਨੂੰ, ਜਿਹੜੀ ਤੁਹਾਡੀ ਬਿਮਾਰੀ ਹੈ, ਜੇ ਕਿਸੇ ਨੂੰ ਕੋਈ ਐਡਿਕਸ਼ਨ ਹੋਵੇ, ਉਹ ਵੀ ਤੁਸੀਂ ਇੱਕ ਦਿਨ ਬੰਦ ਨਹੀਂ ਕਰ ਸਕਦੇ ਇੱਕਦਮ। ਬਿਲਕੁਲ ਜੀ, ਇੱਕਦਮ ਨਹੀਂ ਬੰਦ ਕਰ ਸਕਦੇ, ਕਿਉਂਕਿ ਉਹ ਫਿਰ ਆਊਟ ਆਫ ਕੰਟਰੋਲ ਹੋ ਜਾਂਦਾ ਕੇਸ। ਤੇ ਇਹ ਹੁਣ ਜਿਹੜੇ ਸਟਮਕ ਲਈ ਵੀ ਦਿੰਦੇ ਕੈਪਸੂਲ, ਤੇ ਉਹ ਵੀ ਜੇ ਤੁਸੀਂ ਇੱਕਦਮ ਹੀ ਬੰਦ ਕਰ ਦਿਓ ਹੈ ਨਾ, ਤੇ ਤੁਸੀਂ ਗਿੱਝਿਓਂ ਖਾਣੀ ਆ, ਫਿਰ ਰੀਬਾਊਂਡ ਐਸਿਡਿਟੀ ਹੋ ਜਾਂਦੀ ਹੈ। ਰੀਬਾਊਂਡ ਦਾ ਮਤਲਬ ਇੱਕਦਮ ਵੱਧ ਜਾਂਦੀ ਹੈ ਐਸਿਡ ਵੀ ਸਟਮਕ ਦੇ ਵਿੱਚ, ਬਹੁਤ ਜ਼ਿਆਦਾ ਹੀ ਸਟਮਕ ਫਿਰ ਛੱਡਦਾ ਆ ਐਸਿਡ। ਹਾਂਜੀ, ਤੇ ਉਹਦੇ ਨਾਲ ਵੀ ਤੁਹਾਨੂੰ ਫਿਰ ਅਨਕੰਫਰਟੇਬਲ ਹੁੰਨੇ ਪਈ, ਬਹੁਤ ਜ਼ਿਆਦਾ ਐਸਿਡ ਇੱਕਦਮ ਬਣ ਗਈ ਆ, ਕਿਉਂਕਿ ਇਹ ਦਵਾਈਆਂ ਜਿਹੜੀਆਂ ਦਬਾ ਕੇ ਰੱਖਦੀਆਂ ਹਰੇਕ ਚੀਜ਼ ਨੂੰ। ਹਾਂਜੀ, ਤੇ ਇੱਦਾਂ ਹੀ ਹੈਗੀ ਆ, ਜੇ ਤੁਸੀਂ ਨੱਕ ਘੁੱਟਿਆ ਰਹਿੰਦਾ ਤੁਹਾਡਾ ਨਾ, ਕਈ ਲੋਕੀ ਸਪਰੇਅ ਮਾਰਨ ਲੱਗ ਪੈਂਦੇ ਜਾਂ ਡ੍ਰੌਪਸ ਪਾਉਣ ਲੱਗ ਪੈਂਦੇ ਨੱਕ ਦੇ ਵਿੱਚ, ਹੈ ਨਾ, ਤੇ ਉਹ ਫਿਰ ਗਿੱਝ ਜਾਂਦਾ ਆ। ਹਾਂਜੀ, ਨੱਕ, ਤੇ ਜੇ ਤੁਸੀਂ ਵੀ ਇੱਕਦਮ ਬੰਦ ਕਰ ਦਿੰਦੇ ਆ, ਤੁਹਾਡੇ ਰੀਬਾਊਂਡ ਕੰਜੈਸਸ਼ਨ ਹੋ ਜਾਂਦਾ ਆ। ਇਹਦਾ ਮਤਲਬ ਪਹਿਲਾਂ ਨਾਲੋਂ ਜ਼ਿਆਦਾ ਵੀ ਤੁਹਾਡਾ ਨੱਕ ਘੁੱਟਿਆ ਜਾਂਦਾ ਫਿਰ। ਹਾਂਜੀ, ਸੋ ਇੱਦਾਂ ਦੀ ਚੀਜ਼ਾਂ ਹੈਗੀਆਂ। ਬਹੁਤ ਇੰਟਰਸਟਿੰਗ ਗੱਲ, ਆਪਾਂ ਜਾਰੀ ਰੱਖਦੇ, ਪਹਿਲੇ ਕਾਲ ਆ ਰਹੀ ਆ। ਹਾਂਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਕੌਣ ਬੋਲਦੇ ਹੋ ਜੀ, ਕਿੱਥੋਂ ਬੋਲਦੇ ਹੋ? ਮੈਂ ਕਾਉਂਟਰੀ ਤੋਂ ਬੋਲਦੀ ਹਾਂ, ਮੇਰਾ ਨਾਮ ਗੁਰਜਨ ਕੌਰ ਆ। ਹਾਂਜੀ, ਸਵਾਗਤ ਕਰਦੇ ਆ, ਡਾਕਟਰ ਸਾਹਿਬ ਸੁਣਦੇ ਆ, ਤੁਸੀਂ ਕੀ ਪੁੱਛਣਾ ਚਾਹੁੰਦੇ? ਹਾਂਜੀ, ਉਹਨਾਂ ਨਾਲ ਗੱਲ ਕਰਨੀ ਆ। ਬਿਲਕੁਲ ਕਰੋ, ਸੁਣ ਰਹੇ ਡਾਕਟਰ ਸਾਹਿਬ। ਅੱਛਾ ਜੀ, ਉਹ ਮੈਂ ਇੱਕ ਭੈਣ ਨੂੰ ਦੇਖਿਆ, ਉਹਦੇ ਆਕਸੀਜਨ ਲੱਗੀ ਸੀ, ਉਹਨੂੰ ਆਰਾਮ ਆ ਗਿਆ। ਹਾਂ, ਮੇਰਾ ਵੀ ਕੁਝ ਕੇਸ ਇਦਾਂ ਦਾ ਹੀ ਆ। ਠੀਕ ਹੈ ਭੈਣ ਜੀ, ਦੱਸੋ ਕੀ ਪੁੱਛਣਾ ਚਾਹੁੰਦੇ ਤੁਸੀਂ? ਮੇਰੇ ਜਿੱਦਾਂ ਲੰਗਸ ਦੇ ਵਿੱਚ ਸਕਾਰ ਆ, ਉਹਦੇ ਕਰਕੇ ਤੇ ਆਕਸੀਜਨ ਜਿਹੜੀ ਆ ਉਹ ਸਟੋਰ ਨਹੀਂ ਹੁੰਦੀ, ਤੇ ਫਿਰ ਉਹਦੇ ਨਾਲ ਨਾ ਚੱਲਣ ਨਾਲ ਮੇਰਾ ਦਿਲ ਵੀ ਕਮਜ਼ੋਰ ਹੋ ਗਿਆ। ਹੁਣ ਮੇਰਾ ਇੱਕ ਪਾਸੇ ਦਾ ਦਿਲ ਠੀਕ ਚੱਲ ਰਿਹਾ, ਦੂਜੇ ਪਾਸੇ ਦਾ ਜਦੋਂ ਉੱਪਰ ਜਾਂਦਾ ਤਾਂ ਉਹ ਜਿਹੜੇ ਫਲੂਇਡ ਆ ਉਹ ਥੱਲੇ ਨੂੰ ਧੱਕ ਦਿੰਦੇ ਉਹਨੂੰ। ਹਾਂਜੀ, ਠੀਕ ਹੈ ਭੈਣ ਜੀ, ਉਹ ਪ੍ਰੋਬਲਮ ਹੈ ਤੁਹਾਡਾ ਕਾਫੀ ਸੀਰੀਅਸ ਕੇਸ ਹੈ ਇਹ। ਹਾਂਜੀ ਹਾਂਜੀ, ਉਹ ਤੇ ਮੈਂ ਆਕਸੀਜਨ ਹਰ ਵੇਲੇ ਲੈਣੀ, ਪਹਿਲਾਂ ਥੋੜੀ ਲੈਂਦੀ ਸੀ, ਹੁਣ ਜਿੱਦਾਂ ਜ਼ਿਆਦਾ ਲੈਣ ਲੱਗ ਪਈਆਂ, ਕਿਉਂਕਿ ਹੁਣ ਸਰਦਾ ਨਹੀਂ। ਹਾਂਜੀ, ਫਿਰ ਭੈਣ ਜੀ ਹੌਲੀ ਹੌਲੀ ਰਿਕੁਆਇਰਮੈਂਟ ਵੱਧਦੀ ਰਹਿੰਦੀ ਆ ਆਕਸੀਜਨ ਦੀ। ਹਾਂਜੀ ਹਾਂਜੀ, ਤੇ ਇਦਾਂ ਹੈਗਾ ਵੀ ਆਪਾਂ ਤੁਹਾਡਾ ਪੂਰਾ ਕੇਸ ਲੈ ਕੇ ਸਭ ਕੁਝ ਪੁੱਛ ਦੱਸ ਕੇ, ਹੈ ਨਾ, ਤੇ ਤੁਹਾਡੇ ਲਈ ਦਵਾਈ ਦੇਵਾਂਗੇ। ਹਾਂਜੀ, ਤੇ ਇਹ ਹੈ ਇਦਾਂ ਦੀ ਬਿਮਾਰੀ ਜਿਹੜੀ ਇੱਕ ਦਿਨ 'ਚ ਨਹੀਂ ਠੀਕ ਹੋ ਜਾਂਦੀ, ਟਾਈਮ ਕਾਫੀ ਲੱਗ ਜਾਂਦਾ ਹੈ।
ਹਾਂਜੀ, ਫਿਰ ਆਰਾਮ ਤਾਂ ਆਵੇ, ਜਿੱਦਾਂ ਹਾਂਜੀ ਕਿਸ ਤਰ੍ਹਾਂ ਵੀ ਆ ਹਾਂਜੀ ਜਾਵੇ। ਦੈਟਸ ਰਾਈਟ। ਕਈ ਲੋਕੀ ਚਾਹੁੰਦੇ ਹੁੰਦੇ ਨਹੀਂ ਤੇ ਸਾਡੀ ਬਿਮਾਰੀ ਹੈਗੀ 10 ਸਾਲ ਦੀ ਪਰ 2 ਹਫ਼ਤਿਆਂ 'ਚ ਠੀਕ ਹੋ ਜਾਵੇ। ਨਹੀਂ ਉਹ ਤਾਂ ਮੈਂ ਚਾਹੁੰਦੀ ਇਦਾਂ ਨਹੀਂ ਹੁੰਦਾ ਹੈ ਸਾਲ ਕਦੇ ਵੀ। ਲੱਗਾ ਉਹਨੂੰ, ਹਾਂਜੀ ਦੈਟਸ ਪਰ ਉਹ ਰਾਈਟ। ਠੀਕ ਹੋ ਗਈ ਆ। ਹਾਂਜੀ ਨਹੀਂ ਕਈ ਲੋਕੀ ਸਾਡੇ ਤੋਂ ਲੈਂਦੇ ਦਵਾਈ ਤੇ ਉਹ ਇੱਕ ਵਾਰੀ ਲੈ ਕੇ ਮੁੜ ਕੇ ਲੈਂਦੇ ਨਹੀਂਗੇ ਤੇ ਹੁੰਦੀ ਲੰਮੀ ਬਿਮਾਰੀ, ਪਰ ਇਦਾਂ ਭੈਣ ਜੀ ਇਦਾਂ ਹੁੰਦਾ ਨਹੀਂ ਕਿਉਂ ਹਨਾ। ਨਹੀਂ ਫਿਰ ਜੇ ਕੋਰਸ ਤਾਂ ਪੂਰਾ ਕਰਾਂਗੇ ਜਦੋਂ ਹਾਂਜੀ ਟਾਈਮ ਕਾਫੀ ਲੱਗ ਜਾਂਦਾ ਹੈ। ਪਰ ਜੀ ਮੈਂ ਪਹਿਲਾਂ ਸ਼ੋਅ ਦੇ ਸ਼ੁਰੂਆਤ 'ਚ ਦੱਸਿਆ ਸੀਗਾ ਜਿਹੜਾ ਤੁਸੀਂ ਸਾਡੇ ਕਾਲ ਸੈਂਟਰ ਨੂੰ ਕਾਲ ਕੀਤਾ, ਉਹਨਾਂ ਨੇ ਤੁਹਾਨੂੰ ਨੰਬਰ ਦਿੱਤਾ ਨਾ ਡਾਕਟਰ ਸਾਹਿਬ ਦਾ। ਹਾਂਜੀ ਹਾਂ ਬਸ ਉਹ ਤੁਸੀਂ ਸੋਮਵਾਰ, ਬੁੱਧਵਾਰ ਤੇ ਫਰਾਈਡੇ ਨੂੰ 10 ਤੋਂ 11 ਕਿਸੇ ਦਿਨ ਵੀ ਤੁਸੀਂ ਕਾਲ ਕਰ ਸਕਦੇ ਹੋ ਉਹਨਾਂ ਨੂੰ। ਮੈਂ ਕਈ ਵਾਰੀ ਕੀਤਾ, ਕੋਈ ਆਨਸਰ ਨਹੀਂ ਆਇਆ। ਨਹੀਂ ਤੁਸੀਂ ਇਹ 10 ਤੋਂ 11 ਜੇ ਤੁਸੀਂ ਟਾਈਮ ਤੋਂ ਬਾਅਦ ਕਰੋਗੇ ਫਿਰ ਆਨਸਰ ਨਹੀਂ ਹੋਏਗਾ। ਸਿਰਫ 1 ਘੰਟਾ। ਮੈਂ ਵਾਪਸ ਰਿਪੀਟ ਕਰਦਾ, ਮੈਨੂੰ ਲੱਗਦਾ ਭੈਣ ਜੀ ਚਲੇ ਗਏ। ਭੈਣ ਜੀ ਥੈਂਕ ਯੂ ਸੋ ਮਚ ਤੁਹਾਡੇ ਕਾਲ ਕਰਨ ਦਾ। ਡਾਕਟਰ ਜੀ ਓਨਲੀ 10 ਤੋਂ 11 ਉਸ ਨੰਬਰ ਤੇ ਕਾਲ ਆਨਸਰ ਕਰਨਗੇ, ਉਹ 100% ਕਰਨਗੇ ਕਿਉਂਕਿ ਹਰ ਬੰਦੇ ਉਹ 1 ਘੰਟੇ 'ਚ ਟਰਾਈ ਕਰਦੇ ਨੇ ਤੇ ਕਿੰਨੀ ਦਫਾ ਤੁਹਾਡਾ ਨਹੀਂ ਲੱਗੇਗਾ। ਯੂ ਗੋ ਟੂ ਕੀਪ ਟਰਾਈਂਗ ਇਟ। ਮੰਡੇ, ਵੈਨਸਡੇ, ਫਰਾਈਡੇ 10 ਤੋਂ 11 ਪਹਿਲਾਂ ਕਰੋਗੇ, ਬਾਅਦ 'ਚ ਕਰੋਗੇ ਤੇ ਡਾਕਟਰ ਜੀ ਆਨਸਰ ਨਹੀਂ ਕਰ ਪਾਣਗੇ ਕਿਉਂਕਿ ਉਹਨਾਂ ਦੇ ਹੋਰ ਸਰਜਰੀ ਲੱਗਦੀ ਹੈ, ਉੱਥੇ ਬਿਜ਼ੀ ਹੋ ਜਾਂਦੇ ਨੇ। ਸੋ ਪਲੀਜ਼ ਮੇਕ ਸ਼ੋਰ ਜੋ ਸਿਸਟਮ ਅਸੀਂ ਅਰੇਂਜ ਕੀਤਾ ਤੁਸੀਂ ਉਹਨੂੰ ਫੋਲੋ ਕਰੋ। ਓਨਲੀ ਬਿਟਵੀਨ 10 ਤੋਂ 11 ਪਹਿਲਾਂ ਕਰੋਗੇ, ਬਾਅਦ ਕਰੋਗੇ ਤੇ ਡਾਕਟਰ ਦਾ ਫੋਨ ਆਨਸਰ ਨਹੀਂ ਹੋਏਗਾ। ਤੇ ਪਲੀਜ਼ ਕੋਸ਼ਿਸ਼ ਕਰਨਾ ਕਿ ਆਪਸੀ ਮੇਨਟੇਨ ਕਰੀਏ ਸਿਸਟਮ ਤਾਂ ਕਿ ਹਰ ਬੰਦੇ ਦੀ ਟਰਨ ਆ ਸਕੇ। ਥੈਂਕ ਯੂ ਤੁਹਾਡਾ ਕਾਲ ਕਰਨ ਦਾ। ਹਾਂਜੀ ਕਈ ਵਾਰੀ ਭਾਜੀ ਇੱਕਦਮ ਹੀ ਕਈ ਕਾਲ ਆ ਜਾਂਦੇ ਫਿਰ ਅਸੀਂ ਸਾਰਿਆਂ ਨੂੰ ਆਨਸਰ ਨਹੀਂ ਕਰ ਸਕਦੇ ਮੈਂ ਉਹੀ ਦੱਸ ਇੱਕੋ ਰਿਹਾ ਟਾਈਮ ਨਾ, ਤੇ। ਹਾਂਜੀ ਫਿਰ ਉਹਨਾਂ ਦੇ ਚਾਂਸ ਹੈ ਕਿ ਵੀ ਦੁਬਾਰਾ ਫਿਰ ਤੁਸੀਂ ਟਰਾਈ ਕਰ ਲਓ, ਕਦੇ ਨਾ ਕਦੇ ਲਾਈਨ ਬਿੱਲੀ ਹੋ ਜਾਂਦੀ ਹੈ। ਬਿਲਕੁਲ ਬਿਲਕੁਲ ਦੈਟਸ ਰਾਈਟ। ਇਹ ਤੁਸੀਂ ਦੇਖੋ ਵੱਡੀ ਗੱਲ ਹੈ ਕਿ ਤੁਸੀਂ ਸਵੇਰ ਜਦੋਂ ਐਮਰਜੈਂਸੀ ਅਪਾਇੰਟਮੈਂਟ ਜੀਪੀ ਦੇ ਨਾਲ ਲੈਂਦੇ ਹੋ ਨਾ, ਉੱਥੇ ਤੁਹਾਨੂੰ ਆਉਂਦੀ ਆਵਾਜ਼ ਕਿ ਤੇਰਾ 11ਵਾਂ ਨੰਬਰ ਹੈ ਜਾਂ ਤੇਰਾ 15ਵਾਂ ਨੰਬਰ ਹੈ। ਉਹੀ ਸਿਸਟਮ ਅਸੀਂ ਉਹ ਵੇਟ ਕਰਨਾ ਪੈਂਦਾ, ਕਈ ਦਫਾ 20 ਮਿੰਟ ਅੱਧਾ ਘੰਟਾ ਲੱਗ ਜਾਂਦਾ ਵੇਟ ਕਰਨ ਨੂੰ। ਦੈਟਸ ਰਾਈਟ। ਹਾਂਜੀ ਅਸੀਂ ਉਹਦੀ ਕੰਪਲੇਨਾਂ ਨਹੀਂ ਕਰਦੇ ਕਿਉਂਕਿ ਉਹਦਾ ਕੋਈ ਸੁਣਦਾ ਨਹੀਂ ਹੁੰਦਾ। ਹਾਂਜੀ ਨਹੀਂ ਅਸੀਂ ਕੋਸ਼ਿਸ਼ ਤਾਂ ਕਰਦੇ ਹਾਂ ਹਰੇਕ ਕਰਨ ਦੀ, ਪਰ ਕਈ ਵਾਰੀ ਬਹੁਤ ਇਕੱਠੇ ਹੀ ਫੋਨ ਆ ਜਾਂਦੇ ਫਿਰ ਅਸੀਂ ਸਾਰਿਆਂ ਨੂੰ ਆਨਸਰ ਨਹੀਂ ਇੱਕ ਵਾਰੀ ਕਰ ਸਕਦੇ। ਇਹ ਸਿਰਫ ਥੋੜਾ ਔਖਾ ਜ਼ਰੂਰ ਹੈਗਾ ਲੇਕਿਨ ਇਸੇ ਕਰਕੇ 3 ਦਿਨ ਡਾਕਟਰ ਸਾਹਿਬ ਨੇ ਪਿਕ ਕੀਤੇ ਨੇ ਕਿਉਂਕਿ ਇਹਨਾਂ ਦੀ ਹੋਰ ਬੜੀ ਸਰਜਰੀ ਲੱਗਦੀ ਹੈ। ਸੋ 3 ਦਿਨ 1-1 ਘੰਟਾ ਦਿੱਤਾ, ਮੰਡੇ, ਵੈਨਸਡੇ ਤੇ ਫਰਾਈਡੇ। ਤੁਸੀਂ ਜੋ ਨੰਬਰ ਤੁਹਾਨੂੰ ਮਿਲ ਰਿਹਾ ਉੱਥੇ ਕਾਲ ਕਰਿਓ ਪਲੀਜ਼, ਬਹੁਤ ਇੰਪੋਰਟੈਂਟ ਹੈ। ਤੁਹਾਡੇ ਫਰਜ਼ ਬਣਦਾ ਤੁਸੀਂ ਕਾਲ ਕਰੋਗੇ, ਡਾਕਟਰ ਨਹੀਂ ਕਰਨਗੇ। ਇਸ ਟਾਈਮ ਦੇ ਵਿੱਚ ਡਾਕਟਰ ਪੱਕਾ 100% ਕਾਲ ਆਨਸਰ ਕਰਨਗੇ। ਇਦਾਂ ਨਹੀਂ ਹੋਗਾ ਕਿ ਨਾ ਆਨਸਰ ਕਰਨ। ਹਾਂ ਲਾਈਨ ਬਿਜ਼ੀ ਹੋ ਗਈ ਹੈ ਦੂਸਰੀ ਗੱਲ ਹੈ। ਹਾਂਜੀ ਠੀਕ ਹੈ ਡਾਕਟਰ ਸਾਹਿਬ। ਹਾਂਜੀ ਸੋ ਆਪਾਂ ਕਹਿ ਰਹੇ ਸੀ ਵੀ ਰੀਬਾਊਂਡ ਐਕਸ਼ਨ ਕਿੱਦਾਂ ਹੁੰਦਾ ਤੇ ਇਦਾਂ ਹੀ ਐਸਿਡ ਜ਼ਿਆਦਾ ਵੱਧ ਸਕਦੀ ਜਾਂ ਤੇ ਇੱਕਦਮ ਓਮੈਪਰੋਜ਼ੋਲ ਆਪਣਾ ਬੰਦ ਕਰ ਦਿੰਦੇ ਆ। ਇਸੇ ਤਰ੍ਹਾਂ ਜੇ ਨੱਕ ਵਿੱਚ ਕੰਜੈਸਸ਼ਨ ਰਹਿੰਦੀ ਹੈ ਤੇ ਤੁਸੀਂ ਇੱਕਦਮ ਆਪਣਾ ਸਪਰੇਅ ਬੰਦ ਕਰ ਦਿੰਦੇ ਹੋ, ਉਹ ਵੀ ਵੱਧ ਸਕਦਾ ਹੈ। ਰੀਬਾਊਂਡ ਐਕਸ਼ਨ ਹੁੰਦਾ ਹੈ। ਇੱਦਾਂ ਵੀ ਬੋਡੀ ਰਿਐਕਟ ਕਰਦੀ ਹੈ ਨਾ ਵੀ ਤੁਸੀਂ ਆਹ ਚੀਜ਼ ਮੇਰੇ ਬੋਡੀ 'ਚ ਪਾਈ ਜਾਂਦੇ, ਕੈਮੀਕਲ ਪਾਈ ਜਾਂਦੇ, ਉਹ ਵੀ ਬਾਹਰ ਦੁਬਾਰਾ ਸੁੱਟਣ ਨੂੰ ਵੀ ਇੱਕਦਮ ਵੱਧ ਜਾਂਦਾ ਕੰਮ। ਤੇ ਕਈ ਕਨਸਟੀਪੇਸ਼ਨ ਹੋ ਜਾਂਦੀ, ਉਹ ਫਿਰ ਲੈਕਸਟਿਵ ਦੀਆਂ ਟੈਬਲੇਟਸ ਖਾਣ ਲੱਗ ਪੈਂਦੇ ਹੈ ਨਾ, ਤੇ ਉਹ ਵੀ ਫਿਰ ਉਹਨਾਂ ਨੂੰ ਲੱਗ ਜਾਂਦੀ ਹੈ ਲੈਕਸਟਿਵ। ਉਹਨਾਂ ਨੂੰ ਫਿਰ ਖਾਣੀ ਹੀ ਪੈਂਦੀ ਲੈਕਸਟਿਵ ਐਵਰੀ ਡੇ ਹੈ ਨਾ। ਮਿਸ਼ਾ ਹੀ ਹੈ। ਹਾਂ ਤੇ ਜਦੋਂ ਉਹ ਬੰਦ ਕਰਦੇ ਆ ਉਹ ਫਿਰ ਰੀਬਾਊਂਡ ਐਕਸ਼ਨ। ਮੈਂ ਤੁਹਾਨੂੰ ਲਾਸਟ ਵੀਕ ਪੁੱਛਿਆ ਸੀ ਨਾ ਸਵਾਲ। ਹਾਂਜੀ ਤੇ ਉਹਨਾਂ ਨੂੰ ਹੁਣ 2 ਦਿਨਾਂ ਬਾਅਦ ਖਾਣੀ ਪੈਂਦੀ ਹੈ। ਹਾਂ ਦੈਟਸ ਰਾਈਟ ਯਾ। ਉਹਦਾ ਨੁਕਸਾਨ ਨਹੀਂ ਇੱਦਾਂ ਫਿਰ ਲੌਂਗ ਟਰਮ ਜਿਹੜਾ ਫਿਰ ਉਹ ਬੜੀ ਯੂਜ਼ਡ ਟੂ ਹੋ ਜਾਂਦੀ ਹੈ ਨਾ ਉਹਦੇ ਨਾਲ ਹੀ। ਹਾਂ ਉਹਦੇ ਨਾਲ ਹੀ ਫਿਰ ਟਾਇਲਟ ਆਉਂਦੀ, ਨਹੀਂ ਤਾਂ ਆਉਂਦੀ ਨਹੀਂ। ਪਰ ਡਾਕਟਰ ਸਾਹਿਬ ਵੀ ਆਪਾਂ ਕਾਲ ਲੈ ਲੈਂਦੇ ਹਾਂ, ਬੜੀ ਇੰਪੋਰਟੈਂਟ ਗੱਲਾਂ ਨੇ ਕਿਉਂਕਿ ਬਹੁਤ ਇੰਪੋਰਟੈਂਟ ਤੁਹਾਡੇ ਲਈ ਸ਼ੋਅ ਕਰਦੇ ਆ ਔਰ ਅਸੀਂ ਕਦੀ ਕੋਸ਼ਿਸ਼ ਕਰੀਏ ਜੋ ਵੀ ਕਾਲ ਕਰਦੇ ਤੁਹਾਨੂੰ ਵੇਟ ਨਾ ਕਰਨੀ ਪਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ? ਹਰਦੇਵ ਬੋਲਦੀ ਹਾਂ ਸਲਾਹ ਤੋਂ। ਥੈਂਕ ਯੂ ਜੀ, ਤੁਹਾਡਾ ਸ਼ੁਕਰਾਨਾ ਕਰਦੇ ਤੁਸੀਂ ਕਾਲ ਕੀਤਾ। ਡਾਕਟਰ ਸਾਹਿਬ ਸੁਣ ਰਹੇ, ਕੀ ਪੁੱਛਣਾ ਚਾਹੁੰਦੇ ਹੋ? ਮੈਂ ਡਾਕਟਰ ਹੋਰਾਂ ਦੇ ਨਾਲ ਗੱਲ ਕਰਨੀ ਸੀ ਕਿ ਮੇਰਾ ਸਿਰ ਹੈਵੀ ਰਹਿੰਦਾ, ਦੁਖਦਾ ਨਹੀਂ ਹੈ ਤੇ ਉਹਦੇ ਨਾਲ ਫਿਰ ਮੈਨੂੰ ਕਦੇ ਕਦੇ ਸਿਕ ਫੀਲ ਕਰਦੀ ਆ ਤੇ ਡਿਜ਼ੀ ਫੀਲ ਕਰਦੀ ਆ। ਪਰ ਇਹ ਹੈ ਨਹੀਂ ਕਿ ਹੁਣ ਥੋੜੇ ਦਿਨਾਂ ਦੀ ਗੱਲ ਹੈਗੀ, ਥੋੜੇ ਜਿਹੇ ਕਿੰਨੇ ਸਾਲ ਹੋ ਗਏ, 15-20 ਸਾਲ ਹੋ ਗਏ ਇਸ ਚੀਜ਼ ਨੂੰ। ਹਾਂਜੀ ਤੇ ਨਾਲ ਮੇਰੇ ਮਤਲਬ ਕਿ ਮੈਨੂੰ ਆਰਥਰਾਈਟਿਸ, ਮੇਰੇ ਗੋਡੇ ਵੀ ਦੁਖਦੇ ਹੈਗੇ, ਗੋਡੇ ਵੀ ਦੁਖਦੇ ਆ, ਉਹਦੇ ਨਾਲ ਬੈਕ ਦੁਖਦੀ ਆ ਤੇ ਗਾਲ ਸਟੋਨ ਵੀ ਹੈਗੇ। ਆ ਮੇਰੀਆਂ ਚੀਜ਼ਾਂ ਹੈਗੀਆਂ ਵਾ। ਡਾਕਟਰ ਸਾਹਿਬਾਂ ਨੂੰ ਜੇ ਪਤਾ ਲੱਗ ਸਕਦਾ ਕੁਝ ਹਾਂਜੀ ਭੈਣ ਜੀ ਮੇਰੀ ਹੈਲਪ ਕਰ ਸਕਦੇ ਆ ਤਾਂ ਠੀਕ ਆ। ਹਾਂਜੀ ਭੈਣ ਜੀ ਪਹਿਲਾਂ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਜ਼ਰੂਰ ਚੈੱਕ ਕਰਿਓ। ਹਾਂਜੀ ਬਲੱਡ ਪ੍ਰੈਸ਼ਰ ਪਹਿਲਾਂ ਜ਼ਰੂਰ ਚੈੱਕ ਕਰਿਓ। ਮੇਰਾ ਠੀਕ ਆ, ਮੈਂ ਚੈੱਕ ਕਰਦੀ ਰਹਿੰਦੀ ਹਾਂ। ਠੀਕ ਆ। ਇਹ ਹੁਣ ਜਿੱਦਾਂ ਹੀ ਤੁਸੀਂ ਸਿੰਪਟਮ ਦਿੱਤੇ ਆ, ਇਹ ਮੈਨੂੰ ਜਾਪਦਾ ਵੀ ਤੁਹਾਨੂੰ ਐਲਰਜੀ ਹੈ ਕਿਸੇ ਫੂਡ ਆਈਟਮ ਤੋਂ, ਤੇ ਖਾਸ ਕਰਕੇ ਮੈਨੂੰ ਸ਼ੱਕ ਹੈ ਵੀ ਤੁਹਾਨੂੰ ਕਣਕ ਤੋਂ ਐਲਰਜੀ ਹੈ ਭੈਣ ਜੀ। ਤੇ ਤੁਸੀਂ ਕਣਕ ਬਿਲਕੁਲ ਬੰਦ ਕਰਕੇ ਦੇਖਿਓ 3 ਹਫ਼ਤੇ, ਫਿਰ ਤੁਹਾਨੂੰ ਫਰਕ ਪੈਂਦਾ ਕਿ ਨਹੀਂ ਪੈਂਦਾ। ਹਾਂਜੀ ਅੱਛਾ ਹਾਂ ਹਾਂਜੀ। ਬਸ ਇਹ ਕਣਕ ਦੀ ਇਹਦੇ ਨਾਲ ਹੀ ਸਿਰਫ ਮੈਨੂੰ ਮਤਲਬ ਕਿ ਇਹਦੇ ਨਾਲ ਜਿੱਦਾਂ ਦੇ ਤੁਸੀਂ ਸਿੰਪਟਮ ਦੱਸੇ ਇਹ ਸਾਰੇ ਮਿਲਦੇ ਆ ਵੀਟ ਐਲਰਜੀ ਦੇ ਨਾਲ।
ਹਾਂਜੀ ਹਾਂਜੀ, ਸੋ ਇਹ ਤੁਸੀਂ ਪਹਿਲਾਂ ਬੰਦ ਕਰਕੇ ਦੇਖਿਓ ਭੈਣ ਜੀ। ਅੱਛਾ ਬਿਲਕੁਲ ਬੰਦ ਕਰਨੀ ਪਏਗੀ। ਹਾਂਜੀ, ਉਹ ਤਾਂ ਆਪਾਂ ਰੋਟੀਆਂ ਬਣਾਉਂਦੇ ਹੈਗੇ, ਹੋਰ ਤੇ ਕਣਕ ਕਿਸੇ ਤਰ੍ਹਾਂ ਦਾ ਯੂਜ਼ ਕਰਦੇ ਨਹੀਂ ਹੈਗੇ, ਤੇ ਉਹ ਤੇ ਅਸੀਂ ਬੰਦ ਕਰਕੇ ਦੇਖ ਟਰਾਈ ਕਰ ਲਾਂਗੇ ਮੈਂ, ਵੀ ਜੇ ਮੈਨੂੰ ਮਤਲਬ ਕਿ ਆਰਾਮ ਆ ਜਾਵੇ। ਪਰ ਮੈਂ ਤੁਹਾਨੂੰ ਜਿਹੜੀ ਚੀਜ਼ ਦੱਸੀ ਹੈਗੀ ਨਾ ਕਿ ਸਿਰ 'ਚ ਦਰਦ ਨਹੀਂ ਹੁੰਦਾ ਮੇਰੇ ਬਿਲਕੁਲ। ਹਾਂਜੀ ਭੈਣ ਜੀ, ਇਦਾਂ ਦੇ ਸਿੰਪਟਮ ਵੀਟ ਐਲਰਜੀ ਦੇ ਹੁੰਦੇ ਆ, ਜਦੋਂ ਦਰਦ ਪੈਂਦੇ ਹਨ। ਡਾਕਟਰ ਸਾਹਿਬ ਮਾਫੀ ਚਾਹਾਂਗਾ, ਟਾਈਮ ਬੜੀ ਫਾਸਟ ਬ੍ਰੇਕ ਜਾਣਾ ਪਏਗਾ ਕਿਉਂਕਿ ਆਟੋਮੈਟਿਕ ਸਾਨੂੰ ਬ੍ਰੇਕ ਤੇ ਜਾਣਾ ਪੈਂਦਾ। ਥੈਂਕ ਯੂ ਤੁਹਾਡੇ ਕਾਲ ਕਰਨ ਦਾ। ਤੁਹਾਨੂੰ ਡਾਕਟਰ ਸਾਹਿਬ ਦਾ ਨੰਬਰ ਦਿੱਤਾ ਜਾਏਗਾ ਤੇ ਉਹ ਤੁਸੀਂ ਡਾਕਟਰ ਨਾਲ ਖੁੱਲ੍ਹ ਕੇ ਗੱਲ ਕਰ ਲਿਓ, ਜਿੰਨੀ ਮਰਜ਼ੀ ਲੰਮੀ, 10 ਤੋਂ 11 ਐਵਰੀ ਮੰਡੇ ਵੈਨਸਡੇ ਫਰਾਈਡੇ ਕਾਲ ਕਰਕੇ ਐਟਲੀਸਟ ਤੁਹਾਨੂੰ ਪਤਾ ਕਿ ਡਾਕਟਰ ਜੀ ਕਹਿੰਦੇ ਕਿ ਕੁਝ ਹੋ ਸਕਦਾ ਹੈ। ਪਹਿਲਾਂ ਡਾਈਟ ਚੇਂਜ ਕਰੋ। ਹਾਂਜੀ, ਇਨਵੈਸਟੀਗੇਟ ਕਰਾਂਗੇ ਨਾ ਫਿਰ ਸਾਰਾ। ਬਿਲਕੁਲ ਵੈਰੀ ਇੰਪੋਰਟੈਂਟ। ਇਨਵੈਸਟੀਗੇਟ ਕਰਕੇ ਪਹਿਲੇ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਕਣਕ ਕਿਹਾ ਕਿ ਬੰਦ ਕਰਕੇ ਦੇਖੋ, ਜੇ ਥੋੜਾ ਫਰਕ ਪੈਂਦਾ ਹੈ ਤੇ ਨਾਲ ਦੀ ਨਾਲ ਤੁਹਾਨੂੰ ਇਲਾਜ ਵੀ ਦੱਸਣਗੇ। ਲੇਕਿਨ ਗੱਲ ਜ਼ਰੂਰ ਕਰ ਲਿਓ। ਪਲੀਜ਼ ਕੀਪ ਵਾਚਿੰਗ ਦਾ ਪ੍ਰੋਗਰਾਮ। ਅਸੀਂ ਆਪਣਾ ਫਿਰ ਜਾਰੀ, ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਬੋਲੇ ਸੋਹਣੇ ਹਾਲ ਸਤਿ ਸ੍ਰੀ ਅਕਾਲ। ਵੈਲਕਮ ਬੈਕ ਇਨ ਦ ਸੈਕੰਡ ਪਾਰਟ। ਬਹੁਤ ਇੰਪੋਰਟੈਂਟ, ਅਸੀਂ ਪਹਿਲਾਂ ਵੀ ਗੱਲ ਕਰਦੇ ਸੀਗੇ, ਜਦੋਂ ਵੀ ਤੁਸੀਂ ਜਦੋਂ ਅਸੀਂ ਕਿਹਾ ਕਿਸੇ ਨੂੰ ਐਡਿਕਸ਼ਨ ਹੋਵੇ, ਡਾਕਟਰ ਸਾਹਿਬ ਕੋਈ ਵੀ ਚੀਜ਼ ਚੰਗੀ ਮਾੜੀ ਹੋਵੇ ਤੁਸੀਂ ਉਹਨੂੰ ਇਮੀਡੀਏਟਲੀ ਸ਼ੁਰੂ ਨਹੀਂ ਕਰ ਸਕਦੇ, ਖਤਮ ਨਹੀਂ ਕਰ ਸਕਦੇ। ਜੋ ਵੀ ਤੁਸੀਂ ਛੱਡਣਾ ਚਾਹੁੰਦੇ ਲਾਈਫ ਸਟਾਈਲ ਦੇ ਵਿੱਚ ਹੌਲੀ ਹੌਲੀ ਤੁਸੀਂ ਆਪਣੇ ਨੂੰ ਟੈਸਟ ਕਰ ਸਕਦੇ ਹੋ ਕਿ ਮੈਂ ਇਹਨੂੰ ਛੱਡ ਕੇ ਦੇਖਾਂ, ਥੋੜੀ ਜਿਹੀ ਦਿਨ ਫਿਰ ਮੈਂ ਖਾ ਲੈਣਾ, ਛੱਡ ਕੇ ਦੇਖੋ। ਪਰਮਾਨੈਂਟਲੀ ਬੰਦ ਕਰਨ ਦਾ ਨਹੀਂ ਕਹਿੰਦੇ, ਤੁਹਾਨੂੰ ਸੁਜੈਸਟ ਕਰਦੇ। ਬਾਕੀ ਆਪਣੀ GP ਦੀ ਐਡਵਾਈਸ ਲਓ, ਜੇ ਮੈਂ ਛੱਡ ਦੇਵਾਂ, ਜੇ ਮੈਂ ਖਾ ਲਾਂ ਤੇ ਉਹਦਾ ਕੀ ਨੁਕਸਾਨ ਹੈ, ਉਹਦਾ ਕੀ ਫਾਇਦਾ। ਬਹੁਤ ਇੰਪੋਰਟੈਂਟ ਹੈਗਾ ਕਿਉਂਕਿ ਜੋ ਅਸੀਂ ਐਡਵਾਈਸ ਦਿੰਦੇ ਹਾਂ ਉਹ ਸਿਰਫ ਐਡਵਾਈਸ ਹੁੰਦੀ ਹੈ। ਹਰ ਬੰਦੇ ਨੂੰ ਸ਼ਾਇਦ ਨਾ ਸੂਟ ਕਰੇ, ਤੁਹਾਡੇ ਮੈਡੀਕਲ ਤੇ ਬਹੁਤ ਡਿਪੈਂਡ ਕਰਦਾ ਹੈ ਹਿਸਟਰੀ ਦੇ ਉੱਪਰ, ਕਿਉਂਕਿ ਉਹ ਜਿਹੜੀ ਹੁਣ ਐਡਵਾਈਸ ਹੈਗੀ ਸਾਨੂੰ ਨਹੀਂ ਪਤਾ। ਜੋ ਵੀ ਤੁਸੀਂ ਸੁਣਨੇ ਹੋ ਤੁਸੀਂ ਬਿਲਕੁਲ ਹੈਲਦੀ ਹੈਗੇ ਹੋ ਕਿ ਤੁਹਾਨੂੰ ਔਨ ਗੋਇੰਗ ਥੋੜੀ ਬਹੁਤੀ ਪ੍ਰੋਬਲਮਸ ਹੈਗੀਆਂ ਨੇ। ਬਾਕੀ ਦੇਖਿਆ ਜਾਏ ਡਾਕਟਰ ਸਾਹਿਬ ਪ੍ਰੋਬਲਮ ਤਾਂ ਮੈਂ ਨਾ ਤੁਹਾਨੂੰ ਗੱਲ ਦੱਸਾਂ, ਮੈਨੂੰ ਜਾਂ ਮੈਂ ਤਾਂ ਹੱਸ ਰਿਹਾ ਸੀ ਤੁਹਾਡੇ ਨਾਲ ਗੱਲ ਕਰਦਾ ਯਾਰ, ਤੁਸੀਂ ਵਿੰਟਰ ਦੇ ਵਿੱਚ ਨਾ ਤੁਸੀਂ ਕਿਤੇ ਹਾਈ ਸਟਰੀਟ ਤੇ ਕਿਤੇ ਗੱਡੀ ਪਾਰਕ ਬੈ ਕੇ ਬੈਠ ਜਾਵੋ, ਤੁਸੀਂ ਦੇਖੋ ਕੋਈ ਬੰਦਾ ਸਿੱਧਾ ਨਹੀਂ ਤੁਰਦਾ ਹੈ। ਤੁਹਾਨੂੰ ਸਭ ਬੰਦੇ ਨਜ਼ਰ ਆਉਂਦੇ ਨੇ ਬਿਮਾਰ, ਕੋਈ ਸੋਟੇ ਨਾਲ ਤੁਰਦਾ, ਕੋਈ ਕੋਡਾ ਤੁਰਦਾ, ਕੋਈ ਕੁਝ ਕਰਦਾ ਮੇਰੇ ਵਰਗਾ। ਉਦੋਂ ਬੰਦੇ ਨੂੰ ਫੀਲ ਹੁੰਦਾ ਕਿ ਯਾਰ ਕਿੰਨੇ ਹਾਲੇ ਇੱਕ ਫਰਕ, ਇੱਕ ਤਾਂ ਵੈਦਰ ਦਾ ਬੜਾ ਫਰਕ ਪੈਂਦਾ। ਸਮਰ 'ਚ ਉਹੀ ਬੰਦੇ ਥੋੜੇ ਬਹੁਤੇ ਠੀਕ ਹੋ ਜਾਂਦੇ, ਜਿਸਮ ਖੁੱਲ ਜਾਂਦਾ, ਪਰ ਉਹਦੇ ਨਾਲ ਸਾਡੇ ਲੋਕਾਂ ਨੂੰ ਆਦਤ ਪੈ ਜਾਂਦੀ ਹੈ ਠੰਡ 'ਚ ਰਹਿਣਾ। ਧੁੱਪੇ ਤਾਂ ਫਿਰ ਬੈਠਦੇ ਨਹੀਂ ਨਾ ਸਾਡੇ ਲੋਕ। ਹਾਂਜੀ, ਅਨਫੋਰਚੂਨੇਟਲੀ ਕਈ ਲੋਕੀ ਹੀਟਿੰਗ ਵੀ ਨਹੀਂ ਘਰ ਵਿੱਚ ਲਾਉਂਦੇ ਹੈਗੇ, ਤੇ ਸਿਆਲ ਨੂੰ ਤਾਂ ਥੋੜੀ ਬਹੁਤੀ ਹੀਟਿੰਗ ਚਾਹੀਦੀ ਆ ਕਿਉਂਕਿ ਠੰਡ ਦੇ ਨਾਲ ਤੁਹਾਡੇ ਜੋੜ ਜਿਹੜੇ ਲੋਕਅਪ ਹੋ ਜਾਂਦੇ ਆ। ਬਿਲਕੁਲ ਹਾਂਜੀ, ਤੇ ਫਿਰ ਜਦੋਂ ਬਾਰਿਸ਼ ਪੈਂਦੀ ਹੈ, ਡੈਂਪ ਜਿਹਾ ਮੌਸਮ ਰਹਿੰਦਾ ਹੈ, ਉਹਦੇ ਨਾਲ ਜ਼ਿਆਦਾ ਸੋਜ ਪੈਂਦੀ ਆ। ਸਪੈਸ਼ਲੀ ਲੋਕਾਂ ਨੂੰ ਜਿਨ੍ਹਾਂ ਨੂੰ ਬਾਈ ਰਹਿੰਦੀ ਹੈ ਨਾ, ਉਹ ਫਿਰ ਇੱਦਾਂ ਦਾ ਜਿਹੜਾ ਗਿੱਲਾ ਜਿਹਾ ਮੌਸਮ ਆ ਉਹ ਜ਼ਿਆਦਾ ਅਸਰ ਉਹਨਾਂ 'ਤੇ ਹੁੰਦਾ ਆ, ਜੋੜ ਜ਼ਿਆਦਾ ਦੁਖਣ ਲੱਗ ਪੈਂਦੇ ਉਸ ਵੇਲੇ। ਬੜੀ ਇੰਪੋਰਟੈਂਟ ਹੈ। ਦੇਖੋ ਅਸੀਂ ਕਹਿ ਦਿੰਦੇ ਕਿ ਪੈਸੇ ਬਚਾਓ, ਹੀਟਿੰਗ ਮਹਿੰਗੀ ਹੈ, ਬੜਾ ਮੁਸ਼ਕਿਲ ਹੈ। ਸਪੈਸ਼ਲੀ ਜਦ ਮੈਂ ਲੰਡਨ ਦੀ ਗੱਲ ਕਰਾਂ, ਲਾਈਫ ਇਜ਼ ਵੈਰੀ ਐਕਸਪੈਂਸਿਵ ਸਿਟੀ ਦੇ ਵਿੱਚ, ਵਨ ਆਫ ਦਾ ਮੋਸਟ ਐਕਸਪੈਂਸਿਵ ਸਿਟੀ ਹੈਗੀ ਹੈ। ਲੇਕਿਨ ਹੈਲਥ ਦੇ ਸਾਹਮਣੇ ਤਾਂ ਕੋਈ ਫਿਰ ਪੈਸੇ ਦੀ ਕੋਈ ਗੱਲ ਨਹੀਂ ਹੁੰਦੀ। ਆਪਣੇ ਤਰੀਕੇ ਨਾਲ ਜਦੋਂ ਤੁਸੀਂ ਡਾਕਟਰ ਸਾਹਿਬ, ਮੈਂ ਸ਼ੁਰੂਆਤ ਅਸੀਂ ਗੱਲ ਕਰਕੇ ਹਟਿਆ, ਜਿਸਮ ਨੂੰ ਦੇਖਣਾ ਬੜਾ ਮੁਸ਼ਕਿਲ ਹੈ, ਬੜੀ ਵੱਡੀ ਰਿਸਪੌਂਸਿਬਿਲਿਟੀ ਹੈ। ਇੱਕ ਤਰ੍ਹਾਂ ਦਾ ਤੁਹਾਡਾ ਕੋਈ ਸਾਥੀ ਹੈ, ਤੁਸੀਂ ਉਹਦੀ ਦੇਖਭਾਲ ਕਰਨੀ ਹੈ। ਤੁਹਾਡਾ ਖੁਦ ਦਾ ਜਿਸਮ ਤੁਹਾਡਾ ਸਾਥੀ ਹੈ। ਬਹੁਤ ਹੀਟਿੰਗ ਤੁਹਾਡੇ ਲਈ ਖਰਾਬ ਹੈ, ਬਹੁਤ ਠੰਡੀ ਤੁਹਾਡੇ ਲਈ ਖਰਾਬ ਹੈ। ਹੁਣ ਬੰਦਾ ਜਦੋਂ ਤੁਸੀਂ ਹੀਟਿੰਗ ਵੀ ਲਾਉਂਦੇ ਹੋ, ਬੰਦਾ ਕਹਿੰਦਾ ਕਿ ਜੇ ਮੈਂ ਇੱਕ ਪਾਸੇ ਹੀਟਿੰਗ ਲਾ ਲਈ ਪਰ ਥੋੜੀ ਜਿਹੀ ਬਾਰੀ ਵੀ ਖੁੱਲੀ ਹੋਣੀ ਚਾਹੀਦੀ ਤਾਂ ਕਿ ਫਰੈਸ਼ ਹਵਾ ਹੋਵੇ। ਫਿਰ ਲੋਕ ਕਹਿੰਦੇ ਮੇਰੇ ਹੀਟਿੰਗ ਲਾਉਣ ਦਾ ਕੀ ਫਾਇਦਾ ਜੇ ਮੈਂ ਹਵਾ ਅੰਦਰ ਲੈ ਕੇ ਆਣੀ ਹੈ। ਇਹ ਤਾਂ ਆਪੋ ਆਪਣੀ ਸੋਚ ਹੈ ਨਾ। ਨਹੀਂ ਠੀਕ ਹੈ, ਫਰੈਸ਼ ਏਅਰ ਵੀ ਚਾਹੀਦੀ ਹੈ, ਜਿਹੜੀ ਕਮਰੇ ਦੀ ਘਰ ਦੀ ਹਵਾ ਆ ਉਹ ਬਦਲਣੀ ਚਾਹੀਦੀ ਆ। ਥੋੜਾ ਚਿਰ ਉਹਨੂੰ ਅੱਧਾ ਘੰਟਾ ਖੋਲ ਦਿਓ ਬਾਰੀ ਨੂੰ, ਬਿਲਕੁਲ ਹਾਂਜੀ, ਹਵਾ ਥੋੜੀ ਜਿਹੀ ਤਾਜ਼ੀ ਪਾ ਲਓ, ਉਹਨੂੰ ਫਿਰ ਬੰਦ ਕਰ ਦਿਓ ਤੇ ਫਿਰ ਹੀਟਿੰਗ ਔਨ ਕਰ ਲਓ। ਭਾਜੀ ਇੰਪੋਰਟੈਂਟ ਹੈ ਕਿ ਫਰੈਸ਼ ਏਅਰ ਚਾਹੀਦੀ, ਜ਼ਰੂਰ ਚਾਹੀਦੀ ਹੈਗੀ ਹੈ। ਜ਼ਰੂਰੀ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਦਾ, ਜਦੋਂ ਕੋਵਿਡ ਦਾ ਬੜਾ ਜ਼ੋਰ ਚੱਲਿਆ ਸੀ ਮਾਰਚ ਅਪ੍ਰੈਲ ਵਿੱਚ ਨਾ, ਤੇ ਲੋਕਾਂ ਨੇ ਬੂਹੇ ਬਾਰੀਆਂ ਵੀ ਬੰਦ ਕਰਤੀਆਂ ਸੀ। ਉਦੋਂ ਕੋਈ ਵੀ ਬਿਮਾਰੀ ਤੁਹਾਡੇ ਬੂਹੇ ਬਾਰੀਆਂ ਚੋਂ ਨਹੀਂ ਆ ਸਕਦੀ, ਕਿਸੇ ਵੀ ਤਰ੍ਹਾਂ ਦੀ ਬਿਮਾਰੀ। ਆਪ ਇੱਕ ਦੂਜੇ ਨਾਲ ਟੱਚ ਕਰਨਾ ਜਾਂ ਇੱਕ ਦੂਜੇ ਦੇ ਤੁਸੀਂ ਕੋਲ ਖੜੇ ਹੋਣੇ, ਜਿੱਦਾਂ ਹੁਣ ਗੌਰਮੈਂਟ ਨੇ ਕਿਹਾ ਘੱਟੋ ਘੱਟ 2 ਮੀਟਰ ਦੂਰ ਖੜਾ ਹੋਣਾ, ਤੇ ਉਹਨਾਂ ਨੇ ਟੈਸਟ ਵਗੈਰਾ ਕੀਤਾ ਹੁੰਦਾ, ਜਿਹੜੇ ਜਰਮ ਮੂੰਹ ਚੋਂ ਨਿਕਲਦੇ ਇੱਕ ਦੂਸਰੇ ਦੇ ਉਹ ਇੰਨੀ ਦੂਰ ਤੱਕ ਨਹੀਂ ਪਹੁੰਚਦੇ। ਮੈਕਸਿਮਮ ਜਗ੍ਹਾ ਉਹਨਾਂ ਨੇ 2 ਮੀਟਰ ਦੱਸੀ ਹੈ। ਫਿਰ ਉਹਨਾਂ ਨੇ ਘਟਾ ਵੀ ਦਿੱਤੀ ਸੀ ਕਿ ਹੁਣ ਥੋੜਾ ਘੱਟ ਹੈਗਾ, ਤੁਸੀਂ 1 ਮੀਟਰ ਕਰ ਲਵੋ। ਅਸੀਂ ਮੀਟਰ ਵੀ ਛੱਡ ਕੇ ਮਤਲਬ ਇੱਕ ਦੂਜੇ ਨੂੰ ਜੱਫੀਆਂ ਪਾਉਣ ਲੱਗੇ, ਦੁਬਾਰਾ ਲੋਕਡਾਊਨ 'ਚ ਆ ਗਏ ਵਾਪਸ। ਹਾਂਜੀ, ਇੱਦਾਂ ਹੀ ਕੰਮ ਵਧਿਆ ਦੁਬਾਰਾ, ਤੇ ਜਿਹੜੇ ਰੈਸਟੋਰੈਂਟ ਖੁੱਲ੍ਹ ਗਏ, ਪੱਬਾਂ ਖੁੱਲ੍ਹ ਗਏ, ਪੱਬਾਂ ਦੇ ਖਾਸ ਉੱਥੇ ਤਾਂ ਡਰਿੰਕ ਪੀਣਾ ਹੁੰਦਾ ਹੈ, ਉਹ ਤਾਂ ਮਾਸਕ ਪਾ ਹੀ ਨਹੀਂ ਸਕਦੇ ਜਦੋਂ ਡਰਿੰਕ ਪੀਣਾ।
ਤੇ ਪਰ ਡਾਕਟਰ ਸਾਹਿਬ ਜਦੋਂ ਲੋਕਾਂ ਨੇ ਨਾ ਘਰ ਪਾਰਟੀਆਂ ਦੀਵਾਲੀ ਸੀਗੀ, ਲੋਕਾਂ ਨੇ ਇਕੱਠ ਕੀਤਾ, ਲੋਕਾਂ ਨੂੰ 10,000 ਪਾਉਂਡ ਫਾਈਨ ਹੋਇਆ ਉਹਦੇ ਵਿੱਚ। ਹਾਂਜੀ, ਫਾਈਨ ਵੀ 10,000 ਹੋਇਆ pound ਤੇ fine ਉਹਨਾਂ ਦੇ ਹੋਇਆ। ਘਰਾਂ 'ਚ ਬਿਮਾਰੀ ਵੀ ਫੈਲੀ ਆ। ਬਿਮਾਰੀ ਫੈਲੀ ਉਹੀ ਗੱਲ ਆ। ਦੈਟਸ ਰਾਈਟ, ਯਾ। ਅਸੀਂ ਹਮੇਸ਼ਾ ਆਰਗੂਮੈਂਟ ਕਰਦੇ ਹਾਂ ਕਿ ਯਾਰ ਡਾਕਟਰ ਗਵਰਨਮੈਂਟ ਬੰਦ ਕਰੀ ਜਾਂਦੀ ਹੈ, ਲੋਕਡਾਊਨ ਕਰੀ ਜਾਂਦੀ ਹੈ, ਬਿਮਾਰੀ ਹਟਦੀ ਨਹੀਂ। ਬਿਮਾਰੀ ਹਟ ਕੇ ਕਿੱਦਾਂ ਅਸੀਂ ਖੁਦ ਵਧਾਉਂਦੇ ਹਾਂ ਉਹਨੂੰ। ਹਾਂਜੀ, ਕਸੂਰ ਆਪਣਾ ਹੀ ਹੈ ਜੀ, ਕਸੂਰ ਆਪਣਾ ਹੀ ਆ। ਹਾਂਜੀ, ਪ੍ਰੀਕਾਸ਼ਨ ਜ਼ਰੂਰ ਲੈਣੇ ਚਾਹੀਦੇ ਆ ਜਦੋਂ ਵੀ ਤੁਸੀਂ ਬਾਹਰ ਜਾਂਦੇ ਡਾਕਟਰ ਹੋ। ਸਾਹਿਬ ਆਪਾਂ ਵਾਪਸ ਹੁਣ ਕਰੀਏ ਗੱਲ, ਜਦੋਂ ਤੁਸੀਂ ਸਟੋਮਕ ਦੀ ਗੱਲ ਕਰ ਰਹੇ ਹੋ, ਇਹ ਇੱਕ ਸਾਰਿਆਂ ਨੂੰ ਮੇਨ ਕਾਜ਼ ਆ ਬੰਦੇ ਦਾ ਬਿਮਾਰੀਆਂ ਦਾ, ਇਹ ਵੀ ਇੱਕ ਤਰ੍ਹਾਂ ਦਾ। ਤੁਹਾਡਾ ਪੇਟ ਦੇ ਵਿੱਚ ਜਾਂ ਰੋਟੀ ਡਾਈਜੈਸਟ ਨਹੀਂ ਹੁੰਦੀ, ਤੁਹਾਨੂੰ ਪ੍ਰੋਬਲਮ ਹੋ ਜਾਏਗੀ। ਹਾਂਜੀ, ਬਹੁਤ ਹੀ ਕਾਮਨ ਹੈ ਭਾਜੀ, ਬਹੁਤ ਹੀ ਜ਼ਿਆਦਾ ਕਾਮਨ ਆ। ਤੇ ਸਾਡੀ ਕਮਿਊਨਿਟੀ 'ਚ ਖਾਸ ਆ ਕਰਕੇ ਆਪਾਂ ਇਹ ਮਿਰਚਾਂ ਮਸਾਲੇ ਕੁਝ ਥੋੜ੍ਹੇ ਜਿਹੇ ਜ਼ਿਆਦਾ ਵਰਤਦੇ ਹਾਂ ਤੇ ਇਹਦੇ ਨਾਲ ਬਹੁਤ ਹੀ ਕੇਸ ਦੇਖੇ ਪਏ ਮਿਰਚਾਂ ਦੇ ਨਾਲ ਖਰਾਬ ਹੋਏ ਆ ਤੇ ਐਸਿਡਿਟੀ ਵਧੀ ਆ। ਤੇ ਆਪਾਂ ਨੂੰ ਇਹ ਹਿਸਾਬ ਦੀ ਇੱਦਾਂ ਦੀ ਜਿਹੜੇ ਸਪਾਈਸਿਸ ਵਰਤਣੇ ਚਾਹੀਦੇ ਆ। ਤੇ ਇਹ ਐਕਚੁਅਲੀ ਸਾਡੇ ਜਿਹੜੇ ਪੁਰਾਣੇ ਹਜ਼ਾਰਾਂ ਸਾਲ ਪਹਿਲਾਂ ਹਕੀਮ ਸੀ ਜਾਂ ਕੋਈ ਰਿਸ਼ੀ ਸੀ, ਉਹਨਾਂ ਨੇ ਦੱਸਿਆ ਵੀ ਇਹ ਚੀਜ਼ਾਂ ਜਿਹੜੀਆਂ ਇਹ ਇਸ ਚੀਜ਼ ਲਈ ਵਧੀਆ ਆ, ਸਿਹਤ ਲਈ ਇਹ ਕੰਮ ਕਰਦੀ ਆ। ਅਸੀਂ ਉਹ ਫੂਡ ਆਈਟਮ ਹੀ ਬਣਾ ਲਏ ਆ ਤੇ ਉਹ ਹੁਣ ਰੈਗੂਲਰ ਆਪਾਂ ਉਹੀ ਮਿਰਚ ਮਸਾਲੇ ਹਰ ਰੋਜ਼ ਪਾਈ ਜਾਂਦੇ ਆ, ਹਰੇਕ ਦਾਲ 'ਚ, ਹਰੇਕ ਸਬਜ਼ੀ 'ਚ। ਤੇ ਜ਼ਿਆਦਾ ਖਾਣ ਦੇ ਨਾਲ ਉਹ ਪੇਟ ਖਰਾਬ ਹੋ ਜਾਂਦਾ ਹੈ ਤੇ ਸਾਨੂੰ ਕੋਈ ਸਪੈਸੀਫਿਕ ਦਵਾਈਆਂ ਵਰਤਣੀਆਂ ਪੈਂਦੀਆਂ ਵੀ ਉਹਨਾਂ ਦਾ ਅਸਰ ਕੱਟਣ ਲਈ। ਹਾਂਜੀ, ਆਪਾਂ ਇੱਕ ਕਾਲ ਲੈ ਲੈਣੇ ਫਿਰ ਗੱਲ ਕਰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ? ਸਤਿ ਸ਼੍ਰੀ ਅਕਾਲ ਭਾਜੀ, ਮੈਂ ਬਿਮਲਾ ਆ ਤਾਂ ਮੈਂ ਕੈਂਟ ਤੋਂ ਬੋਲਦੀ ਆ। ਸ਼ੁਕਰ ਤੁਹਾਡਾ, ਸ਼ੁਕਰਾਨਾ ਕਰਦੇ ਤੁਸੀਂ ਕਾਲ ਕੀਤਾ। ਕੀ ਕਹਿਣਾ ਚਾਹੁੰਦੇ ਹੋ ਡਾਕਟਰ ਸਾਹਿਬ ਨੂੰ? ਉਹ ਮੈਂ ਡਾਕਟਰ ਜੀ ਦੀ ਥੋੜੀ ਪ੍ਰੇਜ਼ ਕਰਨਾ ਚਾਹੁੰਦੀ ਆ ਕਰਕੇ 3 ਮਹੀਨੇ ਪਹਿਲਾਂ ਮੇਰੇ ਡਾਇਬੀਟੀਜ਼ ਰਿਜ਼ਲਟ, ਜਿਹੜੇ ਬਲੱਡ ਟੈਸਟ ਦੇ ਰਿਜ਼ਲਟਸ ਆਏ ਸੀ, ਉਹ ਬਹੁਤ ਹਾਈ ਹੋ ਗਏ ਸੀ। ਤਾਂ ਮੈਨੂੰ ਡਾਕਟਰ ਜੀ ਨੇ ਕਿਹਾ ਸੀ, ਮੇਰੇ ਡਾਕਟਰ ਨੇ ਕਿਹਾ ਕਿ ਇਹ ਡੇਂਜਰ ਲੈਵਲ ਤੇ ਆ। ਤਾਂ ਕੁਦਰਤੀ ਬਾਬਾ ਜੀ ਦੀ ਮਿਹਰ ਹੋਈ, ਉਸੇ ਦਿਨ ਮੈਂ ਡਾਕਟਰ ਜੀ ਨੂੰ ਟੀਵੀ ਤੇ ਦੇਖਿਆ ਤਾਂ ਮੈਂ ਇਹਨਾਂ ਨੂੰ ਕੰਟੈਕਟ ਕੀਤਾ। ਤਾਂ ਹੁਣ ਮੈਂ ਬੜੀ ਖੁਸ਼ ਹਾਂ, ਮੈਂ ਬੈਠੀ ਵੀ ਸਮਾਈਲ ਕਰਦੀ ਹਾਂ ਕਿ ਜਿਹੜੇ ਮੇਰੇ ਰਿਜ਼ਲਟਸ ਹੁਣ ਕੱਲ ਆਏ ਆ ਡਾਕਟਰ ਤੋਂ। ਇਨਫੈਕਟ ਮੈਂ ਪਹਿਲਾਂ ਆਪਣੇ ਡਾਕਟਰ ਜੀ ਨੂੰ ਫੋਨ ਹੀ ਕੀਤਾ ਗੁੱਡ ਨਿਊਜ਼ ਦੱਸਣ ਨੂੰ ਕਿ ਮੇਰੇ ਹੁਣ ਰਿਜ਼ਲਟਸ ਬਹੁਤ ਵਧੀਆ ਆਏ ਆ। ਕਿਤੇ ਡੇਂਜਰ ਲੈਵਲ ਤੇ ਸੀਗੇ, ਹੁਣ ਹੁਣ ਵਰਚੁਅਲੀ ਨੋਰਮਲ ਲੈਵਲ ਤੇ ਪਹੁੰਚ ਗਏ। ਐਂਡ ਹੋਪਫੁਲੀ ਜੇ ਮੈਂ ਇਹਨਾਂ ਦੀ ਮੈਡੀਸਿਨ ਖਾਈ ਜਾਵਾਂ ਤਾਂ ਡਾਇਟ ਕੰਟਰੋਲ ਕਰੀ ਜਾਵਾਂ, ਨੈਕਸਟ ਟਾਈਮ ਮੇਰੀ ਡਾਇਬੀਟਿਸ ਬਿਲਕੁਲ ਅੰਡਰ ਕੰਟਰੋਲ ਹੋ ਜਾਊਗੀ। ਵੈਸੇ ਤਾਂ ਡਾਕਟਰ ਜੀ ਨੇ ਮੈਨੂੰ ਕਿਹਾ ਸੀ ਇਹਨੂੰ ਅਸੀਂ ਜੜ ਤੋਂ ਕੱਢ ਦੇਣੀ ਆ, ਇਹ ਜੜ ਤੋਂ ਕੱਢ ਦੇਣ ਤਾਂ ਫੇਰ ਤਾਂ ਪੁੱਛੋ ਹੀ ਨਾ, ਫੇਰ ਤਾਂ ਮੈਂ ਤੁਹਾਡੇ ਟੀਵੀ ਦੇ ਪ੍ਰੋਗਰਾਮ ਤੇ ਆ ਕੇ ਕਹੂੰਗੀ। ਨਹੀਂ, ਪਰ ਇੱਕ ਮੈਂ ਤੁਹਾਨੂੰ ਗੱਲ ਦੱਸਣਾ ਭੈਣ ਜੀ, ਤੁਹਾਡੀ ਨਾ ਆਵਾਜ਼ ਤੋਂ ਪਤਾ ਲੱਗਦਾ ਕਿ ਤੁਹਾਨੂੰ ਫਰਕ ਹੈ, ਪਤਾ ਲੱਗ ਜਾਂਦਾ ਬੰਦੇ ਦੀ ਆਵਾਜ਼ ਤੋਂ ਪਤਾ ਲੱਗ ਜਾਂਦਾ। ਜਿਸ ਦਿਨ ਮੈਂ ਇਹਨਾਂ ਨੂੰ ਪਹਿਲੀ ਵਾਰੀ ਟੀਵੀ ਤੇ ਦੇਖਿਆ ਸੀ ਨਾ, ਉਸ ਦਿਨ ਮੈਂ ਬੜੀ ਅਪਸੈਟ ਸੀਗੀ ਬਿਕਾਜ਼ ਜੋ ਕੁਝ ਮੇਰੇ ਬਲੱਡ ਰਿਜ਼ਲਟਸ ਨਿਕਲੇ ਸੀ। ਸੋ ਤਦੇ ਹੁਣ ਅੱਜ ਮੈਂ ਫੋਨ ਕਰਦੀ ਹਾਂ, ਤਦੇ ਮੈਂ ਬੈਠੀ ਵੀ ਸਮਾਈਲ ਕਰਦੀ ਹਾਂ। ਸੋ ਮੈਂ ਤਾਂ ਡਾਕਟਰ ਜੀ ਦਾ ਬਹੁਤ ਵੱਡਾ ਥੈਂਕ ਯੂ ਕਹਿਣਾ ਚਾਹੁੰਦੀ। ਵੈਸੇ ਮੈਂ ਤੁਹਾਡੇ ਪ੍ਰੋਗਰਾਮ ਦਾ ਬਹੁਤ ਵੱਡਾ ਥੈਂਕ ਯੂ ਕਹਿਣਾ ਚਾਹੁੰਦੀ ਕਿ ਉਸ ਦਿਨ ਨਾ ਮੈਂ ਪ੍ਰੋਗਰਾਮ ਦੇਖਦੀ, ਨਾ ਮੈਂ ਡਾਕਟਰ ਜੀ ਨੂੰ ਮਿਲਦੀ, ਤਾਂ ਨਾ ਮੇਰੀ ਸਿਹਤ ਨੂੰ ਫਰਕ ਪੈਂਦਾ। ਇਨਫੈਕਟ ਮੇਰੇ ਡਾਕਟਰ ਨੇ ਹੁਣ ਮੈਨੂੰ 2-3 ਹੋਰ ਗੋਲੀਆਂ ਵਾਧੂ ਲਾਈਆਂ ਹੋਣੀਆਂ ਸੀਗੀਆਂ। ਭੈਣ ਜੀ ਇੱਕ ਗੱਲ ਜਿਹੜੀ ਹੁੰਦੀ ਨਾ, ਮੈਂ ਨਾ ਦੇਖਦੀ, ਨਾ ਮੈਂ ਪ੍ਰੋਗਰਾਮ ਦੇਖਦੀ, ਨਾ ਮੈਂ ਕਾਲ ਚੈਨਲ, ਜੋ ਰੱਬ ਨੇ ਕਰਾਉਣਾ ਉਹ ਤਾਂ ਕਰਾਉਣਾ ਹੀ ਹੈ ਤੁਹਾਡੇ ਕੋਲੋਂ, ਤੁਸੀਂ ਨਾ ਕਰੋ ਜਾਂ ਹਾਂ ਕਰੋ। ਬਾਬਾ ਜੀ ਨੇ ਤਾਂ ਬੇਸ਼ੱਕ ਜੀ ਤੁਸੀਂ ਕਾਲ ਚੈਨਲ ਵਾਚ ਕਰਿਆ ਕਰੋ, ਅਸੀਂ ਬੜੇ ਇੰਟਰਸਟਿੰਗ ਪ੍ਰੋਗਰਾਮ ਲੈ ਕੇ ਆਉਂਦੇ ਹਾਂ। ਦਿਸ ਇਜ਼ ਵਨ ਆਫ ਦਾ ਚੈਨਲ ਯੂਕੇ ਦੇ ਵਿੱਚ ਜੋ ਹਰ ਤਰ੍ਹਾਂ ਦਾ ਐਜੂਕੇਸ਼ਨਲ ਪ੍ਰੋਗਰਾਮ ਅਸੀਂ ਲੈ ਕੇ ਆਉਂਦੇ ਹਾਂ। ਇਮੀਗ੍ਰੇਸ਼ਨ ਦੀ ਗੱਲ ਕਰ ਲਓ, ਮੈਡੀਕਲ ਕਰ ਲਓ, ਤੁਸੀਂ ਆਪਣੀ ਵਸੀਅਤਨਾਮੇ ਦੀ ਗੱਲ ਕਰ ਲਓ, ਤਰ੍ਹਾਂ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਨੇ। ਹਰ ਤਰ੍ਹਾਂ ਦੇ ਸਾਡੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਨਫੋਰਮੇਟਿਵ ਐਜੂਕੇਸ਼ਨਲ ਸ਼ੋਅ ਲੈ ਕੇ ਆਈਏ ਔਰ ਬਹੁਤ ਅੱਛਾ ਲੱਗਦਾ। ਅਰਦਾਸ ਕਰਦੇ ਕਿ ਤੁਸੀਂ ਇੱਦਾਂ ਤੰਦਰੁਸਤ ਰਹੋ। ਤੁਹਾਡੇ ਕਾਲ ਕਰਨ ਦਾ ਥੈਂਕ ਯੂ ਸੋ ਮਚ ਭੈਣ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਜਦੋਂ ਉਹਦਾ ਪਤਾ ਲੱਗਦਾ ਦੇਖੋ ਬੰਦੇ 'ਚ ਨਾ ਇੱਕ ਤਰ੍ਹਾਂ ਦੀ ਜਾਨ ਪੈ ਜਾਂਦੀ ਹੈ ਇੱਕਦਮ। ਤੁਸੀਂ ਉਹਨਾਂ ਨੂੰ ਰਿਚਾਰਜ ਹੋ ਗਿਆ, ਬੰਦਾ ਸਿਹਤ ਠੀਕ ਹੋ ਗਈ। ਪਹਿਲੀ ਗੱਲ ਤੇ ਜਦੋਂ ਭੈਣ ਜੀ ਸੀਗੇ ਕਹਿੰਦੇ ਮੈਂ ਉਦੋਂ ਬੜੀ ਥੱਕੀ ਜੀ, ਇੱਦਾਂ ਡਿਪਰੈਸ ਸੀਗੀ, ਕੁਆਇਟ ਜੀ, ਉਹ ਹੁਣ ਉਹਨੂੰ ਥੋੜਾ ਫਰਕ ਪੈ ਗਿਆ, ਲਾਈਵਲੀ ਹੋ ਗਏ ਨੇ। ਹਾਂਜੀ ਦੈਟਸ ਰਾਈਟ। ਤੁਸੀਂ ਜਾਂਚ ਲਿਆ, ਤੁਸੀਂ ਉਹਨਾਂ ਦੀ ਆਵਾਜ਼ ਤੋਂ ਜਾਂਚ ਲਿਆ ਨਾ ਵੀ ਹੁਣ એનર્ਜੀ ਬੋਡੀ 'ਚ ਹੈਗੀ ਆ, એનર્ਜੀ ਹੈਗੀ। ਤੇ ਪਹਿਲਾਂ ਜਦੋਂ ਢਿੱਲੇ ਸੀਗੇ ਤਾਂ એનર્ਜੀ ਬਿਲਕੁਲ ਇਹਨਾਂ ਦੀ ਲੋ ਸੀਗੀ, ਆਵਾਜ਼ ਇਹਨਾਂ ਦੀ ਫਰਕ ਸੀਗਾ ਆਵਾਜ਼ ਵਿੱਚ। ਹਾਂਜੀ, ਸੋ ਇਹਨਾਂ ਨੇ ਪਰਹੇਜ਼ ਪੂਰਾ ਕੀਤਾ ਜਿਹੜਾ ਦੱਸਿਆ, ਤੇ ਇਹਨਾਂ ਨੇ ਦਵਾਈ ਵੀ ਖਾਈ ਗਏ, 3 ਮਹੀਨੇ ਹੋ ਗਏ ਜਿੱਦਾਂ ਕਹਿੰਦੇ ਆ।
ਤੇ ਇਹਨਾਂ ਨੂੰ ਬਹੁਤ ਹੀ ਫਰਕ ਪੈ ਗਿਆ ਤੇ ਪਰ ਮੇਰੇ ਇੱਕ ਖਿਆਲ ਤਾਂ ਬਹੁਤ ਇੰਪੋਰਟੈਂਟ ਗੱਲ ਹੈ ਕਿ ਯੂ ਹੈਵ ਟੂ ਸਟੇ ਪੋਜ਼ਿਟਿਵ। ਉਹ ਬਹੁਤ ਇੰਪੋਰਟੈਂਟ ਚੀਜ਼ ਆ। ਤੁਸੀਂ ਕੁਝ ਵੀ ਸ਼ੁਰੂ ਕਰਦੇ ਹੋ, ਤੁਸੀਂ ਪਹਿਲਾਂ ਵੀ ਸ਼ੁਰੂਆਤ 'ਚ ਗੱਲ ਕਹੀ ਸੀ, ਜੇ ਤੁਹਾਨੂੰ 5-10 ਸਾਲ ਦੀ ਬਿਮਾਰੀ ਹੈਗੀ ਹੈ, ਉਹ ਤੁਹਾਨੂੰ ਲੱਗੇ ਕਿ 2 ਵੀਕਾਂ 'ਚ ਫਰਕ ਪੈ ਜਾਊ, ਨਹੀਂ ਪੈ ਸਕਦਾ। ਨਹੀਂ ਪੈ ਸਕਦਾ, ਨਹੀਂ ਪੈ ਸਕਦਾ, ਟਾਈਮ ਲੱਗਦਾ ਉਹਨੂੰ। ਹਾਂਜੀ, ਕਈ ਵਾਰੀ ਫਰਕ ਥੋੜੇ ਬਹੁਤ ਪੈ ਵੀ ਜਾਂਦਾ ਹੈ, ਬੋਡੀ ਤੇ ਡਿਪੈਂਡ ਕਰਦਾ ਨਾ। ਹਾਂਜੀ, ਇਦਾਂ ਨਹੀਂ ਹੈਗਾ ਵੀ ਕਦੇ ਵੀ ਨਹੀਂ ਪਏਗਾ, ਕਈਆਂ ਨੂੰ ਬਹੁਤ ਜਲਦੀ ਫਰਕ ਪੈ ਜਾਂਦਾ ਹੈ। ਤੇ ਇਹ ਭੈਣ ਜੀ ਉਹਨਾਂ ਦੀਆਂ ਲੱਤਾਂ 'ਚ ਵੀ ਥੋੜੀ ਜਿਹੀ ਨਰਵ ਡੈਮੇਜ ਸੀਗੀ, ਤੇ ਇਹ ਨਹੀਂ, ਮੈਨੂੰ 2 ਵੀਕਾਂ ਬਾਅਦ ਦੱਸ ਦਿੱਤਾ, ਕਹਿੰਦੇ ਪਏ ਮੇਰੇ ਲੱਤਾਂ ਨੂੰ ਫਰਕ ਹੈਗਾ ਆ। ਹਾਂਜੀ, ਜਿੱਦਾਂ ਪਏ ਉਹ ਲੱਤਾਂ ਵਿੱਚ ਜਲਨ ਹੋਣ ਲੱਗ ਪੈਂਦੀ ਹੈ। ਭਾਜੀ ਮੈਂ ਹੁਣ ਵਾਪਸ ਗੱਲ ਕਰਾਂ, ਜਿਹੜਾ ਪਹਿਲਾਂ ਉਹਨਾਂ ਦਾ ਸਲਾਉ ਤੋਂ ਭੈਣ ਜੀ ਦਾ ਹਰਦੇਵ ਦਾ ਫੋਨ ਆਇਆ ਸੀ ਉਹਨਾਂ ਦਾ, ਤੇ ਉਹਨਾਂ ਨੇ ਵੀ ਲੱਤਾਂ ਦੀ ਗੱਲ ਕੀਤੀ, ਉਹਨਾਂ ਦੇ ਗੋਡਿਆਂ ਤੇ ਪ੍ਰੋਬਲਮ ਹੈਗੀ ਹੈ, ਤੇ ਉਹ ਚਲੋ ਤੇ ਤੁਸੀਂ ਤੁਹਾਨੂੰ ਕਾਲ ਕਰਕੇ ਹੋਰ ਡਿਸਕਸ ਕਰਾਂਗੇ। ਇਹਨਾਂ ਦਾ ਕਾਲ ਮੈਨੂੰ ਯਾਦ ਆ ਪਹਿਲਾਂ ਆ ਚੁੱਕਾ ਹੈ ਕਿ ਇਹਨਾਂ ਦਾ ਜਿਹੜਾ ਨਾ ਇੱਕ ਬੜਾ ਕਹਿੰਦੇ ਬੜੇ ਸਾਲਾਂ ਦਾ 15-20 ਸਾਲ ਤੋਂ ਕੋਈ ਸਿਰ ਦੁਖਦਾ ਹੈ, ਉਹ ਦੁਖਦਾ ਨਹੀਂ ਹੈਗਾ, ਜਕੜਿਆ ਜਿਹਾ ਰਹਿੰਦਾ ਹੈ। ਹਾਂਜੀ ਹਾਂਜੀ, ਤੇ ਉਹਦਾ ਕੁਝ ਜੇ ਤੁਸੀਂ ਤੁਹਾਨੂੰ ਕਾਲ ਕਰਨਗੇ, ਦੇਖੋ ਜੇ ਹੋ ਸਕਦਾ ਕਿ ਮੈਨੂੰ ਲੱਗਦਾ ਕਾਫੀ ਤਕਲੀਫ 'ਚ ਨੇ। ਹਾਂਜੀ ਹਾਂਜੀ, ਸੋ ਇਹੀ ਲੱਗਦਾ ਵੀ ਕੋਈ ਫੂਡ ਆਈਟਮ ਤੋਂ ਐਲਰਜੀ ਹੋ ਸਕਦੀ ਹੈ। ਅੱਛਾ, ਹੋ ਸਕਦੀ ਹੈ। ਦੈਟਸ ਰਾਈਟ ਯਾਰ। ਪਰ ਬੜੇ ਇਲਾਜ ਕਰਾਏ ਉਹਨਾਂ ਨੇ ਤਰ੍ਹਾਂ ਜਗ੍ਹਾ ਦੇ ਉੱਪਰ। ਇਦਾਂ ਭਾਈ ਪਤਾ ਲੱਗ ਜਾਂਦਾ ਵੀ ਉਹ ਉਹਨਾਂ ਦਾ ਸਿਕ ਫੀਲਿੰਗ ਜਿਹਾ ਆਉਂਦਾ ਰਹਿੰਦਾ, ਨੋਜ਼ੀਆ ਆਉਂਦਾ ਰਹਿੰਦਾ ਉਹਨਾਂ ਨੂੰ। ਇਹ ਜਦੋਂ ਸਿਕ ਫੀਲਿੰਗ ਆਉਂਦਾ, ਇਹਦਾ ਮਤਲਬ ਵੀ ਕੁਛ ਨਾ ਕੁਛ ਤੁਸੀਂ ਖਾਂਦੇ ਆ, ਉਹ ਤੁਹਾਡੀ ਬੋਡੀ ਰਿਜੈਕਟ ਕਰ ਰਹੀ ਆ। ਹਾਂਜੀ, ਇੱਥੋਂ ਸਾਨੂੰ ਪਤਾ ਲੱਗ ਜਾਂਦਾ ਵੀ ਕੁਆਇਟ ਅ ਗੁੱਡ ਚਾਂਸ ਹੈ ਵੀ ਇਹ ਕੋਈ ਫੂਡ ਐਲਰਜੀ ਹੈ। ਚਲੋ ਠੀਕ ਹੈ, ਉਮੀਦ ਰੱਖਦਾ ਕਿ ਤੁਹਾਡਾ ਫਰਕ ਪਏਗਾ। ਤੁਸੀਂ ਪਲੀਜ਼ ਮੇਕ ਸ਼ੋਰ ਮੰਡੇ, ਟਿਊਜ਼ਡੇ, ਵੈਨਸਡੇ 10 ਤੋਂ 11 ਕਾਲ ਕਰਿਓ, ਜੋ ਡਾਕਟਰ ਜੀ ਦਾ ਤੁਹਾਨੂੰ ਨੰਬਰ ਜਾਂ ਮਿਲ ਗਿਆ ਜਾਂ ਤੁਹਾਨੂੰ ਦੇ ਦਾਂਗੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ ਭਾਜੀ, ਸਵਾਗਤ ਕਰਦੇ ਹਾਂ। ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ ਜੀ? ਮੈਂ ਦਰਜੀ ਤੋਂ ਬੋਲਦਾ ਜੀ। ਹਾਂਜੀ, ਮੈਂ ਆਪਣੀ ਵਾਈਫ ਦੇ ਬਾਰੇ ਪੁੱਛਣਾ ਸੀਗਾ। ਉਹ ਇੱਕ ਲੱਤ ਦੇ ਵਿੱਚ ਨਾ ਉਹ ਲਿੰਫਡੀਮਾ ਆ ਉਹਨੂੰ। ਹਾਂਜੀ ਭਾਜੀ, ਤੇ ਉਹਦੇ ਵਿੱਚ ਉਹ ਇੱਕ ਲੱਤ ਜਿਹੜੀ ਆ ਸੁੱਜਦੀ ਆ ਤੇ ਦੂਸਰੀ ਨਾਰਮਲ ਹੈ ਜਿੱਦਾਂ। ਹਾਂਜੀ ਭਾਜੀ, ਤੇ ਉਹ ਡਾਕਟਰਾਂ ਨੇ ਜਿਹੜਾ ਹੈਗਾ ਲਿੰਫਡੀਮਾ ਦਾ ਪੰਪ ਦਿੱਤਾ, ਤੇ ਉਹ ਜਦੋਂ ਲਾਉਂਦੀ ਹੈ ਨਾ, ਤੇ ਉਹ ਥੋੜਾ ਜਿਹਾ ਪਾਣੀ ਜਿਹੜਾ ਉੱਪਰ ਚਲੇ ਜਾਂਦਾ। ਹਾਂਜੀ, ਤੇ ਉਹ ਕਾਫੀ ਜ਼ਿਆਦਾ ਸੁੱਜੀ ਹੋਇਆ ਤੇ ਭਾਰੀ ਹੋਈ ਹੋਇਆ, ਤੇ 3 ਗੁਣਾ ਦੂਸਰੀ ਲੱਤ ਨਾਲੋਂ ਜ਼ਿਆਦਾ ਹੋਈ ਹੋਇਆ। ਹਾਂਜੀ ਭਾਜੀ, ਕੋਈ ਆਪਰੇਸ਼ਨ ਵੀ ਹੋਇਆ ਸੀ ਭੈਣ ਜੀ? ਨਹੀਂ, ਆਪਰੇਸ਼ਨ ਨਹੀਂ ਕੁਛ ਵੀ ਹੋਇਆ। ਅੱਛਾ ਜੀ, ਠੀਕ ਆ। ਫਿਰ ਇਹ ਜਿਹੜਾ ਲਿੰਫ ਸਿਸਟਮ ਹੈ ਨਾ, ਇਹਦੇ ਵਿੱਚ ਕਿਤੇ ਨਾ ਕਿਤੇ ਸੋਜ ਪੈ ਜਾਂਦੀ ਆ। ਹਾਂਜੀ, ਤੇ ਸੋਜ ਪੈਣ ਦੇ ਨਾਲ ਫਿਰ ਲਿੰਫ ਜਿਹੜਾ ਫਲੂਇਡ ਉਹ ਸਰਕੂਲੇਸ਼ਨ ਹੋਣ ਤੋਂ ਬੰਦ ਹੋ ਜਾਂਦਾ ਭਾਜੀ। ਹਾਂਜੀ, ਤੇ ਅਸੀਂ ਇਹਦੇ ਲਈ ਦਵਾਈ ਦੇ ਸਕਦੇ ਜਿਹੜਾ ਉਹ ਸਰਕੂਲੇਸ਼ਨ ਨੂੰ ਚਲਾਵੇ। ਅੱਛਾ ਜੀ। ਤੇ ਫਿਰ ਜਿਹੜਾ ਕਾਫੀ ਦੇਰ ਹੋ ਗਈ ਹੈ ਵੈਸੇ। ਹਾਂਜੀ, ਚਲੋ ਕੋਸ਼ਿਸ਼ ਕਰ ਸਕਦੇ ਭਾਜੀ, ਹੋਰ ਤਾਂ ਨਹੀਂ। ਅਸੀਂ ਤਾਂ ਦੇਖੋ ਦਵਾਈ ਦੇਣੀ ਆ, ਠੀਕ ਤਾਂ ਰੱਬ ਨਹੀਂ ਕਰਨਾ ਹਨਾ, ਅਸੀਂ ਤਾਂ ਸਿਰਫ ਦਵਾਈ ਦੇਣ ਵਾਲੇ ਆ, ਕੋਸ਼ਿਸ਼ ਕਰਨ ਵਾਲੇ ਆ ਭਾਜੀ। ਅੱਛਾ ਜੀ। ਹਾਂਜੀ, ਤੇ ਕੋਸ਼ਿਸ਼। ਤੁਹਾਡਾ ਫਿਰ ਨੰਬਰ ਕਿੱਥੋਂ ਮਿਲੂਗਾ ਜੀ? ਭਾਜੀ ਤੁਹਾਨੂੰ ਕਾਲ ਸੈਂਟਰ ਨੂੰ ਜਦੋਂ ਤੁਸੀਂ ਕਾਲ ਕੀਤਾ, ਉਹਨਾਂ ਨੇ ਤੁਹਾਨੂੰ ਨੰਬਰ ਦਿੱਤਾ ਕਿ ਨਹੀਂ ਦਿੱਤਾ ਕੋਈ? ਹੈਲੋ, ਅੱਛਾ, ਮੈਨੂੰ ਲੱਗਦਾ ਚਲੇ ਗਏ ਸ਼ਾਇਦ। ਭਾਈ ਸਾਹਿਬ, ਤੁਸੀਂ ਜਿਨ੍ਹਾਂ ਨੇ ਤੁਸੀਂ ਕਾਲ ਕੀਤਾ, ਤੁਸੀਂ ਕਾਲ ਸੈਂਟਰ ਨੂੰ ਵਾਪਸ ਕਾਲ ਕਰੋ। ਸਾਡਾ ਜਿਹੜਾ ਕਾਲ ਸੈਂਟਰ ਬਰਮਿੰਘਮ, ਉਹਨਾਂ ਕੋਲੋਂ ਡਾਕਟਰ ਜੀ ਦਾ ਇੱਕ ਨੰਬਰ ਲਓ ਜੋ ਸਪੈਸ਼ਲੀ ਆਪਣੇ ਤੁਸੀਂ ਲੋਕਾਂ ਲਈ ਰੱਖਿਆ ਹੋਗਾ। ਮੰਡੇ, ਵੈਨਸਡੇ ਤੇ ਫਰਾਈਡੇ 10 ਤੋਂ 11 ਕਾਲ ਕਰਨਾ, ਓਨਲੀ ਵਿਦਿਨ 1 ਆਵਰ, ਵਿਦਿਨ 10 and 11। ਅੱਗੇ ਪਿੱਛੇ ਕਾਲ ਆਨਸਰ ਨਹੀਂ ਹੋਏਗਾ, ਤਾਂ ਫਿਰ ਇੱਦਾਂ ਨਾ ਕਹਿਣਾ ਕਿ ਡਾਕਟਰ ਨੇ ਕਾਲ ਆਨਸਰ ਨਹੀਂ ਕੀਤਾ। ਹੀ ਇਜ਼ ਐਲੋਕੇਟਿਡ 1 ਆਵਰ ਮੰਡੇ, ਵੈਨਸਡੇ, ਫਰਾਈਡੇ। ਤਾਂ ਤੁਸੀਂ ਕਾਲ ਕਰੋ, ਪਲੀਜ਼ ਮੇਕ ਸ਼ੋਰ ਵਾਪਸ ਕਾਲ ਕਰਕੇ ਤੁਸੀਂ ਨੰਬਰ ਲੈ ਲਓ। ਥੈਂਕ ਯੂ ਜੀ ਡਾਕਟਰ ਸਾਹਿਬ। ਹਾਂਜੀ, ਸੋ ਇੱਦਾਂ ਵੀ ਐਲੋਪੈਥਿਕ ਦਵਾਈਆਂ ਜਿਹੜੀਆਂ ਉਹ ਖਾਸ ਕਰਕੇ ਸਪਰੈਸ ਕਰਦੀਆਂ ਕੰਡੀਸ਼ਨ ਨੂੰ। ਤੇ ਇਕੱਲੇ ਪੇਸ਼ੈਂਟ ਆਏ ਸੀ ਮੇਰੇ ਕੋਲ, ਤੇ ਉਹਨਾਂ ਨੂੰ ਦੱਸਿਆ ਵੀ ਉਹਨਾਂ ਦੇ ਗਿੱਟੇ ਵਿੱਚ ਪ੍ਰੋਬਲਮ ਆ ਗਿਆ। ਹਾਂਜੀ, ਇੱਕ ਲੱਤ ਦੇ ਗਿੱਟੇ ਵਿੱਚ, ਤੇ ਉਹ ਦੁਖਦਾ ਰਿਹਾ, ਤੇ ਉਹਨੇ ਟੈਸਟ ਕੀਤੇ, ਉਹਨਾਂ ਨੂੰ ਕੁਝ ਖਾਸ ਲੱਭਿਆ ਨਹੀਂਗਾ। ਤੇ ਜਦੋਂ ਨਹੀਂ ਲੱਭਿਆ, ਉਹਨੇ ਫਿਰ ਸਟੀਰੋਇਡ ਦਾ ਇੰਜੈਕਸ਼ਨ ਲਾ ਦਿੱਤਾ ਗਿੱਟੇ ਵਿੱਚ। ਹਾਂਜੀ, ਤੇ ਉਹ ਗਿੱਟਾ ਤਾਂ ਆਰਾਮ ਆ ਗਿਆ, ਪਰ ਥੋੜ੍ਹੇ ਚਿਰ ਬਾਅਦ ਉਹਦਾ ਦੂਸਰਾ ਗਿੱਟਾ ਜਿਹੜਾ ਸੀ ਉਹ ਸੁੱਜ ਗਿਆ, ਉਹ 'ਚ ਦਰਦ ਪੈਣ ਲੱਗ ਪਿਆ। ਹਾਂਜੀ, ਤੇ ਉਹ ਫਿਰ ਇੱਦਾਂ ਵੀ ਉਹਦੇ ਵਿੱਚ ਟੀਕਾ ਲਾਉਂਦੇ ਆ, ਉਹ ਦੂਸਰੇ ਗਿੱਟੇ 'ਚ ਫੇਰ ਵਾਪਸ ਚਲੇ ਜਾਂਦਾ ਪ੍ਰੋਬਲਮ। ਰੀਅਲੀ ਇਦਾਂ ਕਿਉਂ ਜੰਪ ਹੁੰਦਾ ਫਰਮ ਵਨ ਟੂ ਦ ਅਦਰ ਵਨ? ਹਾਂਜੀ, ਇਹ ਬੜੀ ਇੰਟਰਸਟਿੰਗ ਗੱਲ ਹੈ ਭਾਜੀ, ਸੋਚਣ ਵਾਲੀ ਗੱਲ ਹੈ ਵੀ ਕਿਉਂ ਇਦਾਂ ਹੁੰਦਾ ਹੈ। ਕਿਉਂ ਹੁੰਦਾ ਹੈ? ਕਿਉਂਕਿ ਜਿਹੜੀ ਬਿਮਾਰੀ ਆ, ਜਿਹੜਾ ਉਹ ਐਨਰਜੀ ਲੈਵਲ ਤੇ ਡਿਸਟਰਬੈਂਸ ਆ, ਉਹ ਕਿਉਰ ਨਹੀਂ ਹੋ ਰਿਹਾ। ਉਹ ਸਟੀਰੋਇਡ ਸਿਰਫ ਉਹਨੂੰ ਦਬਾ ਦਿੰਦਾ, ਇਨਫਲੇਮੇਸ਼ਨ ਸਪਰੈਸ ਕਰ ਦਿੰਦਾ। ਹਾਂ, ਸਪਰੈਸ ਕਰ ਦਿੰਦਾ। ਹੁਣ ਸਰੀਰ ਇੰਨਾ ਕਲੇਵਰ ਆ, ਉਹ ਹੋਰ ਕਿਤੇ ਪਹੁੰਚਾ ਦਿੰਦਾ ਬਿਮਾਰੀ ਨੂੰ। ਹਾਂਜੀ, ਇਸੇ ਤਰ੍ਹਾਂ ਬਿਮਾਰੀਆਂ ਵੱਧਦੀਆਂ ਰਹਿੰਦੀਆਂ ਭਾਜੀ। ਹਾਂਜੀ, ਜੇ ਹੁਣ ਤੁਸੀਂ ਉਹਨੂੰ ਦਵਾਈ ਜੋ ਬਿਮਾਰੀ ਨੂੰ, ਉਹ ਹੋਰ ਡੂੰਘੀ ਚਲੇ ਜਾਂਦੀ ਆ। ਹਾਂਜੀ, ਸੋ ਜਿੱਦਾਂ ਭੈਣ ਜੀ ਕਹਿੰਦੇ ਆ ਵੀ ਇਹਨਾਂ ਦੇ ਪਹਿਲਾਂ ਫੇਫੜਿਆਂ ਵਿੱਚ ਸੀ ਪ੍ਰੋਬਲਮ, ਹੁਣ ਹਾਰਟ ਦਾ ਪ੍ਰੋਬਲਮ ਹੋ ਗਿਆ ਉਹਨਾਂ ਨੂੰ। ਹਾਂਜੀ, ਇੱਦਾਂ ਹੀ ਕਈ ਦਵਾਈਆਂ ਅਸੀਂ ਦੇਖੀਆਂ 30-40 ਸਾਲ ਵਿੱਚ ਜਦੋਂ ਦੀ ਕੰਮ ਕਰਦੇ ਆ, ਉਹ ਇੰਨੀਆਂ ਸਟਰੋਂਗ, ਉਹਨੀ ਐਂਟੀ
ਐਂਟੀ ਇਨਫਲੈਮੇਟਰੀ ਦਵਾਈਆਂ ਕੱਢੀਆਂ ਸੀਆਂ, ਉਹ ਜੋੜਾਂ ਤੋਂ ਸਪਰੈਸ ਕਰ ਦਿੰਦੀਆਂ ਸੀ ਬਿਮਾਰੀ ਨੂੰ। ਉਹ ਕਹਿੰਦੇ ਅਸੀਂ ਤਾਂ ਜੋੜ ਤਾਂ ਮੇਰੇ ਠੀਕ ਹੋ ਗਏ, ਪਰ ਉਹਨਾਂ ਨੂੰ ਹਾਰਟ ਪ੍ਰੋਬਲਮ ਸ਼ੁਰੂ ਹੋ ਜਾਂਦਾ ਸੀ। ਹਾਂਜੀ, ਬਹੁਤ ਵਾਰੀ ਇੱਦਾਂ ਦੇ ਕੇਸ ਦੇਖੇ ਆ। ਉਹ ਇੱਦਾਂ ਬਿਮਾਰੀ ਡੂੰਘੇ ਔਰਗਨ 'ਤੇ ਹੋਰ ਚੱਲ ਜਾਂਦੀ ਜਦੋਂ ਇੱਕ ਥਾਂ ਤੋਂ ਤੁਸੀਂ ਸਪਰੈਸ ਕਰ ਦਿਓ। ਵੀ ਹੋਮਿਓਪੈਥੀ ਦਵਾਈ ਜਿਹੜੀ ਆ ਉਹ ਰਿਵਰਸ ਕਰਦੀ ਭਾਜੀ, ਉਹ ਐਨਰਜੀ ਲੈਵਲ 'ਤੇ ਕੰਮ ਕਰਕੇ ਉਹਨੂੰ ਕਿਉਰ ਕਰਦੀ ਆ, ਪਰ ਐਲੋਪੈਥਿਕ ਦਵਾਈ ਅਨਫੋਰਚੂਨੇਟਲੀ ਸਪਰੈਸ ਕਰਦੀ ਹੈ। ਸਪਰੈਸ ਕਰਦੀ ਹੈ। ਮੈਂ ਆਪਣੀ ਕੋਈ ਕਾਲ ਲੈ ਲਈ, ਫਿਰ ਗੱਲ ਕਰਦੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਡਾਕਟਰ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਮੈਂ ਜੀ ਲੈਸਟਰ ਤੋਂ ਬੋਲਦੀ ਹਾਂ ਜੀ। ਹਾਂਜੀ, ਤੇ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਨੀ ਹੈ ਜੀ। ਬਿਲਕੁਲ, ਤੁਸੀਂ ਕਰ ਰਹੇ ਹੋ, ਸੁਣ ਰਹੇ ਡਾਕਟਰ ਸਾਹਿਬ ਕੀ ਕਹਿੰਦੇ ਹੋ। ਅੱਛਾ ਜੀ, ਮੇਰੇ ਡਾਕਟਰ ਸਾਹਿਬ ਐਸਿਡ ਬਹੁਤ ਬਣਦੀ ਹੈ, ਟੂ ਮੱਚ ਬਣਦੀ ਹੈ, ਜਿਵੇਂ ਮੈਂ ਕੁਝ ਖਾ ਨਹੀਂ ਸਕਦੀ, ਮੇਰਾ weight ਵੀ ਲੂਜ਼ ਹੋ ਗਿਆ। ਹਾਂਜੀ, ਤੇ ਮੈਂ ਖੜ ਵੀ ਨਹੀਂ ਸਕਦੀ, ਇੰਨੀ ਹਾਲਾਤ ਖਰਾਬ ਹੋ ਗਈ ਮੇਰੇ। ਹਾਂਜੀ, ਠੀਕ ਹੈ ਜੀ। ਹਾਂਜੀ, ਇਹਦੇ ਬਾਰੇ ਦੱਸੋ ਜੀ ਤੁਸੀਂ ਮੈਨੂੰ, ਕੁਝ ਮੇਰਾ ਕੁਝ ਕਰੋ ਤੁਸੀਂ। ਹਾਂਜੀ ਭੈਣ ਜੀ, ਤੁਹਾਡੇ ਪੇਟ ਵਿੱਚ ਜਲਨ ਹੁੰਦੀ ਜਾਂ ਕਿ ਛਾਤੀ ਵਿੱਚ ਜਲਨ ਹੁੰਦੀ ਜੀ? ਹਾਂਜੀ 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 ਹਾਂਜੀ, ਪੇਟ ਵਿੱਚ ਜਾਂ ਕਿ ਜੋ ਕੋਈ ਵੀ ਚੀਜ਼ ਖਾਣੀ ਹੈ ਨਾ ਡਾਕਟਰ ਸਾਹਿਬ, ਕੁਝ ਵੀ ਖਾਣੀ ਆ, ਪਾਣੀ ਵੀ ਪੀਣੀ ਆ, ਤਾਂ ਵੀ ਗਰਮੀ ਮੈਨੂੰ ਹੌਟ ਫੀਲ ਹੋਣ ਲੱਗ ਜਾਂਦਾ ਆ। ਤਾਂ ਉਹ ਖਾਦਾ ਪੀਤਾ ਅੰਦਰ ਤੁਹਾਡੇ ਲੱਗਦਾ ਜਾ ਕੇ, ਜਾਣੀ ਕਿ ਹਾਂਜੀ ਹਾਂਜੀ ਬਹੁਤ ਜ਼ਿਆਦਾ, ਕੋਈ ਕੁਝ ਖਾ ਨਹੀਂ ਸਕਦੀ ਮੈਂ। ਹਾਂਜੀ ਭੈਣ ਜੀ, ਸੋ ਪਲੀਜ਼ ਇਹਦਾ ਡਾਕਟਰ ਸਾਹਿਬ ਕਰੋ ਕੁਝ। ਸੋ ਤੁਹਾਡੇ ਐਸਿਡ ਬਹੁਤ ਜ਼ਿਆਦਾ ਬਣ ਗਈ, ਗੈਸਟਰਾਈਟਿਸ ਹੋ ਗਿਆ, ਤੁਹਾਡੀ ਜਿਹੜਾ ਸਟਮਕ ਦੀ ਲਾਈਨਿੰਗ ਉਹਦੇ ਵਿੱਚ ਸੋਜ ਪਿਆ ਹੈ ਭੈਣ ਜੀ। ਹਾਂ ਹਾਂਜੀ, ਅੱਛਾ ਇਹਦਾ ਤੁਸੀਂ ਕੁਝ ਕਰੋ ਫਿਰ ਮੇਰਾ ਡਾਕਟਰ ਸਾਹਿਬ ਪਲੀਜ਼। ਹਾਂਜੀ, ਸੋ ਇਹਦੇ ਲਈ ਦਵਾਈ ਤੁਹਾਨੂੰ ਦੇ ਸਕਦੇ ਆ ਵੀ ਉਹਨਾਂ ਐਸਿਡ ਘਟ ਜਾਏਗੀ ਭੈਣ ਜੀ, ਨੋ ਪ੍ਰੋਬਲਮ। ਹਾਂ ਠੀਕ ਹੈ, ਕਦੋਂ ਤੋਂ? ਹਾਂਜੀ, ਫਿਰ ਕਿਸ ਤਰ੍ਹਾਂ ਕਰੂੰਗੀ ਜੀ ਮੈਂ? ਡਾਕਟਰ ਸਾਹਿਬ, ਮੈਂ ਭੈਣ ਜੀ ਤੁਹਾਨੂੰ ਪਹਿਲਾਂ ਵੀ ਦੱਸਿਆ, ਹਮੇਸ਼ਾ ਮੈਂ ਰਿਪੀਟ ਕਰੀ ਜਾਂਦਾ, ਤੁਹਾਨੂੰ ਸਾਡੇ ਕਾਲ ਸੈਂਟਰ ਨੇ ਡਾਕਟਰ ਸਾਹਿਬ ਦਾ ਨੰਬਰ ਦਿੱਤਾ ਤੁਹਾਨੂੰ? ਹੈਲੋ, ਨਹੀਂ, ਆਈ ਥਿੰਕ ਡ੍ਰੌਪ ਕਰ ਦਿੰਦੇ ਨੇ ਜਾਂ ਫੋਨ ਡ੍ਰੌਪ ਹੋ ਜਾਂਦਾ। ਭੈਣ ਜੀ, ਤੁਸੀਂ ਹੁਣੇ ਕਾਲ ਕੀਤਾ ਸੀਗਾ, ਵਾਪਸ ਸਾਡੇ ਕਾਲ ਸੈਂਟਰ ਨੂੰ ਰਿੰਗ ਕਰਕੇ ਨਾ ਡਾਕਟਰ ਸਾਹਿਬ ਦਾ ਇੱਕ ਸਪੈਸ਼ਲ ਨੰਬਰ ਜੋ ਉਹਨਾਂ ਨੇ ਐਲੋਕੇਟ ਕੀਤਾ ਉਹ ਲੈ ਲਓ। ਉਹ ਨੰਬਰ ਤੁਸੀਂ ਮੰਡੇ, ਵੈਨਸਡੇ, ਫਰਾਈਡੇ ਬਿਟਵੀਨ 10 and 11 ਕਾਲ ਕਰਨਾ। ਪਲੀਜ਼ ਮੇਕ ਸ਼ੋਰ ਜਿੰਨੇ ਵੀ ਤੁਸੀਂ ਕਾਲ ਕਰਦੇ ਹੋ ਜਾਂ ਤੁਸੀਂ ਪ੍ਰੋਗਰਾਮ ਦੇਖਦੇ ਹੋ, ਜਦੋਂ ਸਾਡੇ ਕਾਲ ਸੈਂਟਰ ਨੂੰ ਕਾਲ ਕਰਦੇ ਹੋ, ਮੇਕ ਸ਼ੋਰ ਤੁਸੀਂ ਉਹਨਾਂ ਕੋਲੋਂ ਨੰਬਰ ਲਵੋ ਜੋ ਡਾਕਟਰ ਨੇ ਸਪੈਸ਼ਲੀ ਐਲੋਕੇਟ ਕੀਤਾ, ਤਾਂ ਕਿ ਤੁਸੀਂ ਮੰਡੇ, ਵੈਨਸਡੇ, ਫਰਾਈਡੇ ਕਾਲ ਕਰ ਸਕੋ। ਉਹ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਡਾਕਟਰ ਨੂੰ ਕਾਲ ਕਰਨਾ ਹੈ। ਇਹਨਾਂ ਨੇ ਨਵਾਂ ਸਿਸਟਮ ਰੱਖਿਆ, ਸੋ ਇਟਸ ਵਰਕਿੰਗ ਐਟ ਦ ਮੋਮੈਂਟ। ਲਾਈਨਾਂ ਬਿਜ਼ੀ ਹੋਣਗੇ, ਕੀਪ ਟਰਾਈਂਗ ਜੀ ਡਾਕਟਰ ਸਾਹਿਬ। ਹਾਂਜੀ, ਸੋ ਉਹੀ ਗੱਲ ਆਪਾਂ ਕਰ ਰਹੇ ਸੀ ਅੱਜ ਐਸਿਡਿਟੀ। ਦੇਖੋ, ਅਸੀਂ ਇਹਦੇ ਤੇ ਗੱਲ ਕਰਦੇ ਸੀ, ਭੈਣ ਜੀ ਨੇ ਸੇਮ ਉਹਦਾ ਕੁਐਸਚਨ ਪੁੱਛਿਆ ਉਹਨਾਂ ਨੇ। ਦੈਟਸ ਰਾਈਟ। ਸੋ ਇਹੀ ਆ ਵੀ ਜਿਹੜੇ ਆਪਾਂ ਮਿਰਚ ਮਸਾਲੇ ਖਾਂਦੇ ਹਨ ਉਹਨਾਂ ਦਾ ਥੋੜ੍ਹਾ ਬਹੁਤ ਪਰਹੇਜ਼ ਕਰਨਾ ਪੈਂਦਾ ਹੈ, ਅਤੇ ਉਹ ਫਿਰ ਸਟਮਕ ਨੂੰ ਚਾਂਸ ਮਿਲ ਜਾਂਦਾ ਰਿਕਵਰ ਕਰਨੇ ਨੂੰ। ਅਤੇ ਜਿਹੜੀ ਡਾਇਟ ਹੈ ਉਹ ਬਿਲਕੁਲ ਹਲਕੀ ਡਾਇਟ ਕਰਨੀ ਪੈਂਦੀ ਹੈ ਵੀ ਜਿਹੜਾ ਜਲਦੀ ਹਜਮ ਹੋ ਜਾਵੇ। ਜੇ ਆਪਾਂ ਸਟਰੋਂਗ ਜਿਹੇ ਫੂਡਸ ਖਾਂਦੇ ਹਾਂ ਜਿਹੜੇ ਚਿਰ ਲੱਗਦਾ ਡਾਈਜੈਸਟ ਕਰਨ ਨੂੰ, ਜਿੱਦਾਂ ਮੀਟ ਆ ਜਾਂ ਕਿ ਫੈਟ ਵਾਲੀਆਂ ਚੀਜ਼ਾਂ, ਫਰਾਈਡ ਚੀਜ਼ਾਂ ਆ, ਅਤੇ ਉਹ ਸਟਮਕ ਨੂੰ ਬਹੁਤ ਕੰਮ ਕਰਨਾ ਪੈਂਦਾ ਉੱਥੇ ਉਹਨਾਂ ਨੂੰ ਹਜਮ ਕਰਨ ਲਈ, ਅਤੇ ਉੱਥੇ ਫਿਰ ਤੁਹਾਡਾ ਪ੍ਰੋਬਲਮ ਵੱਧਦਾ ਰਹਿੰਦਾ ਹੈ। ਸੋ ਇੱਦਾਂ ਦੀ ਸਲਾਹ ਇਹਨਾਂ ਨੂੰ ਦੇਵਾਂਗੇ ਅਤੇ ਠੀਕ ਕਰ ਦੇਵਾਂਗੇ। ਡਾਕਟਰ ਸਾਹਿਬ, ਇਹ ਨਾ ਲੋਕ ਗੱਲਾਂ ਕਰਦੇ ਨੇ ਕਿ ਜੇ ਤੁਸੀਂ ਗਰਮ ਚੀਜ਼ਾਂ ਖਾ, ਜਿੱਦਾਂ ਮਸਾਲੇ, ਗਰਮ ਮਸਾਲਾ ਹੋਇਆ ਜਾਂ ਮਿਰਚਾਂ ਮੁਰਚਾਂ ਖਾਂਦੇ ਤੁਹਾਨੂੰ ਠੰਡੀ ਘੱਟ ਲੱਗਦੀ ਹੈ, ਕੋਈ ਹੈ ਉਹਦੇ 'ਚ ਪਰ ਕੋਈ ਲੌਜਿਕ ਹੈਗਾ? ਹਾਂਜੀ, ਹੁੰਦੀਆਂ ਜਿਹੜੀਆਂ ਗਰਮ ਚੀਜ਼ਾਂ ਹੁੰਦੀਆਂ ਉਹ ਬਾਡੀ ਵਿੱਚ ਹੀਟ ਪੈਦਾ ਕਰਦੀਆਂ। ਹੀਟ ਪੈਦਾ, ਪਰ ਫਿਰ ਨੁਕਸਾਨ ਵੀ ਤਾਂ ਕਰਦੀਆਂ ਨੇ। ਨੁਕਸਾਨ ਜ਼ਿਆਦਾ ਖਾ ਲਓ ਫਿਰ ਨੁਕਸਾਨ ਵੀ ਕਰਦੀਆਂ। ਥੋੜ੍ਹੀ ਜਿਹੀ ਤਾਂ ਪਚ ਜਾਂਦੀ ਹਰੇਕ ਨੂੰ, ਜੇ ਤੁਸੀਂ ਜ਼ਿਆਦਾ ਖਾਓ ਫਿਰ ਤੁਹਾਨੂੰ ਨੁਕਸਾਨ ਵੀ ਕਰਦੀ ਆ। ਹਾਂਜੀ, ਖਾਸ ਕਰਕੇ ਲੇਡੀਜ਼ ਜਿਹਨਾਂ ਨੂੰ ਮੈਨੋਪੌਜ਼ ਹੁੰਦਾ ਨਾ, ਉਹਨੂੰ ਹੌਟ ਫਲੈਸ਼ਿਸ ਆਉਂਦੇ ਆ, ਉਹ ਜੇ ਗਰਮ ਚੀਜ਼ਾਂ ਖਾਈ ਜਾਣ ਤਾਂ ਉਹਨਾਂ ਦਾ ਬਹੁਤ ਵੱਧ ਜਾਂਦੀ ਹੀਟ ਬਾਡੀ ਵਿੱਚ। ਇੱਕ ਬੜੀ ਕਮਾਲ ਦੀ ਗੱਲ ਹੈ, ਜਦੋਂ ਆਪਣੇ ਲੋਕ ਨਾ ਬਾਹਰ ਕੋਈ ਚੀਜ਼ ਲੈ ਆਉਂਦੇ ਨੇ, ਹੁਣ ਜਦੋਂ ਬਾਹਰ ਹੁੰਦੇ ਨੇ ਦੇ ਮੋਸਟਲੀ ਕੇਟਰਡ ਫॉर ਦੀ ਹੋਸਟ ਕਮਿਊਨਿਟੀ ਲਈ, ਮਾਈਲਡ ਹੁੰਦਾ ਤੇ ਤੁਸੀਂ ਆਮ ਖਾ ਸਕਦੇ, ਮਿੱਠਾ ਮਿੱਠਾ ਸਵੀਟ ਐਂਡ ਸਾਵਰ ਜਿਹਾ, ਤੇ ਉਹਨੂੰ ਘਰ ਆਣ ਕੇ ਨਾ ਉਹਨੂੰ ਇੱਕਦਮ ਤੈਅ ਲਗਾ ਕੇ ਉਹਨੂੰ ਕਰਾਰਾ ਬਣਾ ਲੈਂਦੇ ਨੇ ਆਪਣੇ ਸਵਾਦ ਵਾਲਾ। ਦੈਟਸ ਰਾਈਟ। ਤੇ ਉਹ ਜੇ ਇੱਕ ਫਨੀ ਥਿੰਗ ਇਹ ਹੈ ਭਾਜੀ ਵੀ ਜਿਹੜੀ ਐਕਚੁਅਲੀ ਉਹ ਸਬਜ਼ੀ 'ਚ ਕੋਈ ਹੋਵੇ ਨਾ, ਉਹਦਾ ਟੇਸਟ ਤਾਂ ਆਉਂਦਾ ਹੀ ਨਹੀਂਗਾ ਵੀ ਅਸਲੀ ਕੀ ਉਹਦਾ ਟੇਸਟ ਆ, ਉਹ ਸਿਰਫ ਮਿਰਚ ਮਸਾਲਿਆਂ ਦਾ ਟੇਸਟ ਹੀ ਆਉਂਦਾ ਆ। ਹੁਣ ਮੈਂ ਜੇ ਗੱਲ ਕਰਾਂ ਨਾ, ਇਹ ਤੁਸੀਂ ਜਿੰਨੇ ਵੀ ਘਰ ਬੈਠੇ ਤੁਸੀਂ ਹੱਸਦੇ ਹੋਗੇ ਕਿ ਮੈਂ ਵਾਕਈ ਇੱਕ ਫਨੀ ਗੱਲ ਕਰ ਰਿਹਾ। ਤੁਸੀਂ ਸਾਗ ਲੈ ਕੇ ਆਉਂਦੇ ਹੋ, ਬੜਿਆ ਬਣਾਇਆ ਦੁਕਾਨ ਤੋਂ ਲੈ ਕੇ ਆਏ, ਚਲੋ ਮੈਂ ਅੱਜ ਸਾਗ ਤੇ ਮੱਕੀ ਦੀ ਰੋਟੀ ਖਾ ਲੈਣਾ। ਤੁਸੀਂ ਘਰ ਲਿਆ ਕੇ ਉਹਨੂੰ ਤੜਕਾ ਲਗਾਉਣਾ ਜ਼ਰੂਰ, ਉਹ ਸਟਰੋਂਗ ਕਰਨਾ ਪੈਂਦਾ। ਮੈਂ ਜ਼ਰਾ ਇਹਨੂੰ ਸਵਾਦ ਬਣਾ ਦਿੰਦੀ ਹੈ, ਪਰ ਬਣ ਵੀ ਜਾਂਦਾ ਡਾਕਟਰ ਸਾਹਿਬ ਜੇ ਦੇਖਿਆ ਜਾਵੇ। ਠੀਕ ਹੈ, ਰੈਸਟੋਰੈਂਟ ਨਾਲੋਂ ਤੁਹਾਡਾ ਆਪਣਾ ਟੇਸਟ ਜਿਹੜਾ ਆ ਉਹ ਤੁਸੀਂ ਉਹ ਪਸੰਦ ਕਰਦੇ ਹੋ ਨਾ, ਜਿੱਦਾਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉੱਦਾਂ ਬਣਾਉਂਦੇ ਹੋ ਨਾ।
ਬੜੀ ਕਮਾਲ ਦੀ ਗੱਲ ਆ। ਦੇਖੋ ਇਨਸਾਨ ਦਾ ਟੇਸਟ ਹੁੰਦਾ ਹੈ, ਡਿਫਰੈਂਟ ਡਿਸ਼ ਦੇ ਨਾਲ ਡਿਫਰੈਂਟ ਚੀਜ਼ਾਂ ਖਾਧੀਆਂ ਜਾਂਦੀਆਂ। ਜਿਹਨੇ ਸਾਗ ਖਾਧਾ, ਮੱਕੀ ਦੀ ਰੋਟੀ ਖਾਧੀ, ਨਾਲ ਬਟਰ ਪਾਣਾ ਉਹਦੇ ਵਿੱਚ ਤੇ ਨਾਲ ਮੂਲੀ ਖਾਣੀ ਲੈ ਕੇ। ਹਾਂਜੀ, ਉਹ ਤਾਂ ਜ਼ਰੂਰੀ ਹੈ ਪੰਜਾਬੀਆਂ ਲਈ ਭਾਜੀ। ਹਾਂਜੀ, ਉਹ ਤਾਂ ਜ਼ਰੂਰੀ ਹੈ। ਹਾਂਜੀ, ਘੀ ਵੀ ਚਾਹੀਦਾ ਨਾਲ ਤੇ ਦਹੀਂ ਵੀ ਚਾਹੀਦਾ ਨਾਲ ਸਾਗ ਦੇ। ਹਾਂਜੀ, ਉਹ ਤਾਂ ਜ਼ਰੂਰੀ ਹੈ ਨਾ। ਨਹੀਂ, ਪਰ ਆਪਣੀ ਡਾਈਟ ਦਾ ਬੜਾ ਡਾਕਟਰ ਸਾਹਿਬ ਵੈਸੇ ਬਹੁਤ ਕਨਫਿਊਜ਼ਿੰਗ ਹੈਗਾ। ਬੰਦੇ ਕਈ ਦਫਾ ਕਹਿੰਦੇ ਮੈਂ ਪੱਥਰ ਖਾ ਲਾ, ਮੈਨੂੰ ਇਹ ਕਹਿਣ ਵਾਲੀ ਗੱਲ ਹੈ ਕਿ ਮੈਨੂੰ ਹਜ਼ਮ ਹੋ ਜਾਂਦਾ। ਫਿਰ ਜਦੋਂ ਬੰਦੇ ਦੀ ਉਮਰ ਹੋ ਜਾਂਦੀ ਹੈ, ਜਿੱਦਾਂ ਤੁਸੀਂ ਦੱਸਦੇ ਹੋ, ਹੁਣ ਮੈਂ ਹਮੇਸ਼ਾ ਪ੍ਰੋਗਰਾਮ 'ਚ ਬੜੇ ਗੌਰ ਨਾਲ ਸੁਣਦਾ, ਨਾੜੀਆਂ ਕਮਜ਼ੋਰ ਹੋ ਜਾਂਦੀਆਂ, ਬਲੱਡ ਪ੍ਰੈਸ਼ਰ ਦਾ ਜਿਹੜਾ ਬਲੱਡ ਦਾ ਪ੍ਰੈਸ਼ਰ ਹੁੰਦਾ ਸਲੋ ਹੋ ਜਾਂਦਾ, ਉਹ ਹਰ ਜਗ੍ਹਾ ਤੇ ਪਹੁੰਚਦਾ ਨਹੀਂ ਹੈ। ਅਗਰ ਫਿਰ ਤੁਸੀਂ ਕੋਈ ਹਾਰਡ, ਜਿੱਦਾਂ ਤੁਸੀਂ ਛੋਲੇ ਖਾ ਲਵੋ, ਉਹ ਥੋੜੇ ਹਾਰਡ ਹੁੰਦੇ, ਪਹੁੰਚਾਣੇ ਮੁਸ਼ਕਲ ਹੋ ਜਾਂਦੇ ਨੇ। ਦੈਟਸ ਰਾਈਟ। ਹਨਾ, ਇਟਸ ਵੈਰੀ ਡਿਫਿਕਲਟ। ਦੈਟਸ ਰਾਈਟ। ਤੁਹਾਨੂੰ ਜਿੱਦਾਂ ਤੁਹਾਡੀ ਬੋਡੀ ਨੂੰ ਲਿਸਨ ਕਰਨਾ ਪੈਂਦਾ ਹੈ, ਸੁਣੋ ਤੁਹਾਡੀ ਬੋਡੀ ਕੀ ਕਹਿ ਰਹੀ ਹੈ, ਤੁਹਾਨੂੰ ਕੀ ਸਿਗਨਲ ਦੇ ਰਹੀ ਆ। ਹਾਂਜੀ, ਉਹ ਸਾਇੰਸ ਐਂਡ ਸਿੰਪਟਮਸ ਆਉਂਦੇ ਆ ਜ਼ਰੂਰ। ਜੇ ਤੁਸੀਂ ਸੁਣਦੇ ਨਹੀਂ ਹੈਗੇ, ਫਿਰ ਵੀ ਤੁਸੀਂ ਸਭ ਕੁਝ ਅੰਦਰ ਪਾਈ ਜਾਂਦੇ ਆ, ਹੈ ਨਾ, ਬੇਸ਼ੱਕ ਹਜਮ ਹੋਵੇ ਬੇਸ਼ੱਕ ਨਾ ਹੋਵੇ, ਫਿਰ ਤੁਸੀਂ ਹੋਰ ਨੁਕਸਾਨ ਹੀ ਪਹੁੰਚਾਉਣਾ। ਭਾਜੀ, ਜਿਹੜੇ ਬੰਦੇ ਨੇ ਆਪਣੀ ਬੋਡੀ ਦੀ ਨਹੀਂ ਗੱਲ ਸੁਣੀ, ਉਹ ਲੋਕਾਂ ਦੀ ਕੀ ਗੱਲ ਸੁਣੇ। ਹੁਣ ਤੁਸੀਂ ਤੇ ਮੈਂ ਬੈਠ ਕੇ ਗੱਲਾਂ ਕਰਦੇ, ਕਿਸੇ ਨੇ ਨਹੀਂ ਸੁਣਨੀ ਹੋਣੀ, ਕਹਿੰਦਾ ਮੈਂ ਖੁਦ ਨਹੀਂ ਸੁਣਦਾ। ਨਹੀਂ, ਸਹੀ ਗੱਲ ਨਹੀਂ, ਪਰ ਇੰਪੋਰਟੈਂਟ ਗੱਲ ਹੈ, ਮਜ਼ਾਕ ਕਰਕੇ ਜ਼ਿਆਦਾ ਪਹਿਲਾਂ ਤਾਂ ਖੁਸ਼ ਰਿਹਾ ਕਰੋ। ਓਨੈਸਟਲੀ ਆਪਣਾ ਨਾ ਲਿਵ ਯੋਰ ਲਾਈਫ। ਕਿਉਂਕਿ ਤੁਹਾਨੂੰ ਮੈਂ ਡਾਕਟਰ ਸਾਹਿਬ ਮੈਂ ਹਮੇਸ਼ਾ ਕਹਿੰਦਾ ਨਾ, ਜਦੋਂ ਤੁਸੀਂ ਕਿਸੇ ਨੂੰ ਪੁੱਛਦੇ ਹੋ, ਸੜਕ ਤੇ ਮਿਲਦੇ ਹੋ, ਤੁਸੀਂ ਫਤਿਹ ਬੁਲਾਉਂਦੇ ਹੋ, ਪੁੱਛਦੇ ਕੀ ਹਾਲ ਹੈ, ਕਹਿੰਦੇ ਜੀ ਟਾਈਮ ਪਾਸ ਕਰਦੇ। ਹਾਂ, ਬਹੁਤ ਨੈਗੇਟਿਵ ਹੈ ਇੱਦਾਂ ਕਹਿਣਾ। ਕਿੰਨਾ ਨੈਗੇਟਿਵ ਚੀਜ਼ ਹੈਗੀ। ਅਗਰ ਤੁਸੀਂ ਰੱਬ ਜ਼ਿੰਦਗੀ ਦੇਵੇ 15-20 ਸਾਲ ਤੁਸੀਂ ਜੀਣਾ, ਹੁਣ ਤੁਸੀਂ ਟਾਈਮ ਹੀ ਪਾਸ ਕਰੀ ਜਾਓਗੇ। ਦੈਟਸ ਰਾਈਟ। ਇੰਨੀ ਓਪਰਚੁਨਿਟੀਜ਼ ਹੈਗੀ ਇਸ ਮੁਲਕ ਵਿੱਚ, ਤੁਸੀਂ ਕੁਝ ਵੀ ਕਰ ਸਕਦੇ ਹੋ ਭਾਜੀ। ਚੈਰਿਟੀ ਵਰਕ ਕਰੋ, ਹੈਲਪ ਕਰੋ, ਕੁਝ ਕਿਸੇ ਦੀ ਮਦਦ ਕਰੋ। ਕਿਸੇ ਕੁਝ ਵੀ ਕੰਮ ਹੁੰਦਾ, ਤੁਸੀਂ ਬਾਹਰ ਨਿਕਲ ਕੇ ਲੋਕਾਂ ਦੀ ਹੈਲਪ ਕਰੋ, ਤੁਸੀਂ ਦੇਖੋ ਕਿਆ ਸੈਟੀਸਫੈਕਸ਼ਨ ਮਿਲਦੀ ਹੈਗੀ। ਬਿਲਕੁਲ ਬਿਲਕੁਲ, ਬੜੀ ਸੈਟੀਸਫੈਕਸ਼ਨ। ਬਹੁਤ ਓਪਰਚੁਨਿਟੀਜ਼ ਹੈਗੀ ਆ, ਬਹੁਤ ਕੁਝ ਤੁਸੀਂ ਕਰ ਸਕਦੇ ਆ। ਇੱਦਾਂ ਨਾ ਢੇਰੀ ਢਾਹ ਕੇ ਬਹਿ ਜਾਓ ਵੀ ਨਹੀਂ ਕੁਝ ਨਹੀਂ ਹੈਗਾ ਜ਼ਿੰਦਗੀ 'ਚ। ਮੈਂ ਜੇ ਕਿਸੇ ਨੂੰ ਰਿੰਗ ਕਰਾਂ ਤਕਰੀਬਨ 10:30 ਵਜੇ, ਤੇ ਅੱਜ ਦੀ ਗੱਲ ਹੈ, ਕਿਸੇ ਨੂੰ ਰਿੰਗ ਕੀਤਾ, ਸੁਣਦੇ ਹੁਣ ਮੇਰਾ ਪ੍ਰੋਗਰਾਮ ਖਾਸ ਜਾਣ ਪਛਾਣ ਵਿੱਚ, ਮੈਂ 1-2 ਦਿਨ ਰਿੰਗ ਕਰ ਲਿਆ। ਮੈਂ ਕਿਹਾ ਕਿੱਦਾਂ, ਉਹ ਮੈਂ ਅੱਜ ਲੇਟ ਉੱਠੀ ਤੇ ਮੈਂ ਸੋਚਿਆ ਕੁਝ ਕਰਨਾ ਤਾਂ ਹੈ ਨਹੀਂ, ਮੈਂ ਥੋੜਾ ਪਈ ਰਵਾਂ। ਅੱਛਾ। ਭਾਜੀ, ਇੱਕ ਗੱਲ ਹੈਗੀ ਹੈ, ਅਗਰ ਤੁਸੀਂ 10 ਵਜੇ 10:30 11 ਵਜੇ ਸੌਂਦੇ ਨਾ, ਸੁਬਾਹ ਆਪਣਾ ਤੁਸੀਂ ਦਿਲ 'ਚ ਬਣਾ ਲਓ ਕਿ ਮੈਂ 8 7:30 8 ਵਜੇ ਉੱਠਣਾ। ਬੇਸ਼ੱਕ ਤੁਸੀਂ ਕੁਝ ਨਹੀਂ ਕਰਨਾ, ਮੇਕ ਅ ਰੂਟੀਨ। ਜਦੋਂ ਤੁਸੀਂ ਉੱਠ ਕਰਦੇ ਫਿਰ ਬੰਦਾ ਕਹਿੰਦਾ ਚਲੋ ਮੈਂ ਕਰ ਲਾਂ। ਅਗਰ ਜੇ ਤੁਸੀਂ 11 ਵਜੇ ਉੱਠਦੇ ਹੋ, 3 ਵਜੇ ਹਨੇਰਾ ਹੋ ਜਾਣਾ, ਦਿਨ ਤੇ ਖਤਮ ਹੋ ਗਿਆ। ਦਿਨ ਤਾਂ ਖਤਮ ਹੋ ਗਿਆ। ਦੈਟਸ ਰਾਈਟ। ਲਾਈਟ ਤਾਂ ਤੁਹਾਨੂੰ ਮਿਲੀ ਨਹੀਂ, ਤੇ ਜਿੰਨੀ ਲਾਈਟ ਤੁਹਾਨੂੰ ਮਿਲੇ ਉਨੀ ਤੁਹਾਡੀ ਸਿਹਤ ਲਈ ਚੰਗੀ ਆ। 3 ਵਜੇ ਫਿਰ ਪਰਦੇ ਬੰਦ ਕਰ ਦਿੰਦੇ ਨੇ, ਆਪਣਾ ਬੱਤੀਆਂ ਜਗਾ ਕੇ ਟੀਵੀ ਦੇਖਣ ਲੱਗ ਗਏ। ਹਾਂਜੀ, ਦੈਟਸ ਰਾਈਟ। ਇਸੇ ਕਰਕੇ ਵਿਟਾਮਿਨ ਡੀ ਦੀ ਘਾਟ ਆ, ਹਰੇਕ ਵਿੱਚ ਵਿਟਾਮਿਨ ਡੀ ਦੀ ਘਾਟ ਆ। ਬਹੁਤ ਜਾਸਤੀ। ਇੱਕ ਤਾਂ ਸਾਡਾ ਸਕਿਨ ਜਿਹੜਾ ਥੋੜਾ ਜਿਹਾ ਡਾਰਕ ਆ, ਅਸੀਂ ਅਬਜ਼ੋਰਬ ਨਹੀਂ ਕਰ ਸਕਦੇ। ਤੇ ਇੱਕ ਗੱਲ ਹੀ ਪਈ, ਸਨਲਾਈਟ ਬਹੁਤ ਘੱਟ ਆ ਇਸ ਮੁਲਕ ਵਿੱਚ, ਤੇ ਹਰੇਕ ਨੂੰ ਵਿਟਾਮਿਨ ਡੀ ਦੀ ਕਮੀ ਆ ਭਾਜੀ। ਡਾਕਟਰ, ਮੈਂ ਚਾਹਾਂਗਾ ਤੁਸੀਂ ਅੱਜ ਬਹੁਤ ਇੰਟਰਸਟਿੰਗ ਜੋ ਕੀਤਾ ਸੀਗਾ, ਆਪਣੇ ਕਲਿੱਪ ਵਗੈਰਾ ਦਿਖਾਇਆ, ਤੇ ਉਹਦੇ ਤੇ ਤੁਸੀਂ ਦੱਸੋ ਕਿ ਜਾਸਤੀ ਚੀਜ਼ਾਂ ਦਾ ਕਿ ਕਿਹੜੀਆਂ ਅੱਛੀਆਂ ਕਿ ਬੰਦਿਆਂ ਨੂੰ ਰੂਟੀਨ ਖਾਣੀਆਂ ਚਾਹੀਦੀਆਂ ਤਾਂ ਕਿ ਉਹ ਪ੍ਰੋਬਲਮ ਨਾ ਤਾਂ ਕਨਸਟੀਪੇਸ਼ਨ ਦੀ ਰਵੇ, ਨਾ ਉਹਨੂੰ ਡਾਇਰੀਆ ਦਾ ਹੋਵੇ, ਕੁਝ ਇੱਦਾਂ ਦਾ ਹੋਵੇ। ਹਾਂਜੀ, ਸੋ ਭਾਜੀ ਜਿੰਨੀਆਂ ਵੀ ਤੁਸੀਂ ਫਰੈਸ਼ ਚੀਜ਼ਾਂ ਖਾ ਸਕਦੇ ਹੋ, ਹਾਂਜੀ, ਉਹਨਾਂ ਤੁਹਾਡੀ ਸਿਹਤ ਲਈ ਬੈਟਰ ਆ। ਜੇ ਤੁਸੀਂ ਆਰਗੈਨਿਕ ਲੈ ਸਕਦੇ ਹੋ, ਥੋੜ੍ਹੀਆਂ ਮਹਿੰਗੀਆਂ ਹੁੰਦੀਆਂ ਆਰਗੈਨਿਕ, ਪਰ ਉਹ ਤੁਹਾਡੇ ਲਈ ਬੈਟਰ ਹੋਣਗੀਆਂ ਕਿਉਂਕਿ ਉਹਨਾਂ ਦੇ ਉੱਤੇ ਕੈਮੀਕਲ ਪੈਸਟੀਸਾਈਡਸ ਵਗੈਰਾ ਨਹੀਂ ਛਿੜਕੇ ਹੁੰਦੇ। ਹਾਂਜੀ, ਤੇ ਉਹ ਕੁਝ ਨੈਚੁਰਲੀ ਉਗਾਏ ਹੁੰਦੀਆਂ ਚੀਜ਼ਾਂ, ਤੇ ਉਹ ਤੁਹਾਡੀ ਸਿਹਤ ਲਈ ਬਹੁਤ ਹੀ ਵਧੀਆ। ਤੇ ਪਾਣੀ ਜੇ ਤੁਸੀਂ ਪੀਣਾ ਤੇ ਟੈਪ ਵਾਟਰ ਤੁਸੀਂ ਹਮੇਸ਼ਾ ਨਾ ਟੈਪ ਵਾਟਰ ਵਰਤੋ, ਕਿਉਂਕਿ ਟੈਪ ਵਾਟਰ ਦੇ ਵਿੱਚ ਵੀ ਕੈਮੀਕਲਸ ਪਾਏ ਹੁੰਦੇ ਆ। ਹਾਂਜੀ, ਤੇ ਜੇ ਤੁਸੀਂ ਸਪਰਿੰਗ ਵਾਟਰ ਵਰਤ ਸਕਦੇ ਆ ਤਾਂ ਉਹ ਤੁਹਾਡੇ ਲਈ ਬੈਟਰ ਹੋਊਗਾ। ਤੇ ਹਾਈਡਰੇਸ਼ਨ ਕਰਨੀ ਜ਼ਰੂਰੀ ਆ। ਜੇ ਹੁਣ ਕਈ ਲੋਕੀ ਪਾਣੀ ਨਹੀਂ ਇਨਫ ਪੀਂਦੇ ਹੈਗੇ, ਹਾਂਜੀ, 1 ਗਲਾਸ ਦਿਹਾੜੀ ਦਾ ਪੀਣਾ ਮੇਬੀ, ਤੇ ਉਹਦੇ ਨਾਲ ਫਿਰ ਤੁਹਾਡੀ ਕਬਜ਼ ਪੈ ਜਾਂਦੀ ਆ। ਹਾਂਜੀ, ਤੇ ਉੱਦਾਂ ਵੀ ਡੀਹਾਈਡਰੇਸ਼ਨ ਨਾਲ ਤੁਹਾਡੀ ਬੋਡੀ ਵਿੱਚ ਇੰਨੇ ਕੈਮੀਕਲ ਰਿਐਕਸ਼ਨ ਚੱਲ ਰਹੇ ਆ, ਉਹਨਾਂ ਨੂੰ ਪਾਣੀ ਦੀ ਜ਼ਰੂਰਤ ਆ। ਹਾਂਜੀ, ਤੁਹਾਡੀ ਸਰੀਰ ਜਿਹੜਾ 70 80 90% ਪਾਣੀ ਦਾ ਹੈ, ਹਰੇਕ ਸੈੱਲ ਵਿੱਚ ਪਾਣੀ ਆ। ਜੇ ਹੁਣ ਪਾਣੀ ਨਾ ਹੋਵੇ ਤਾਂ ਸੈੱਲ ਉਹ ਕਿੱਦਾਂ ਜੀਣ, ਹਾਂਜੀ, ਕਿੱਦਾਂ ਰਿਐਕਸ਼ਨ ਹੋਣ। ਬਿਲਕੁਲ। ਸੋ ਇੱਦਾਂ ਦੀਆਂ ਚੀਜ਼ਾਂ ਜ਼ਰੂਰੀ ਆ। ਤੇ ਮੈਂ ਕਹੂੰਗਾ ਵੀ ਵਿਟਾਮਿਨਸ ਮਿਨਰਲਸ ਜ਼ਰੂਰ ਖਾਓ, ਸਪਲੀਮੈਂਟ ਕਰੋ, ਤੇ ਵਿਟਾਮਿਨ ਡੀ ਜ਼ਰੂਰ ਲਓ, ਵਿਟਾਮਿਨ ਸੀ ਜ਼ਰੂਰ ਲਓ, ਕਿਉਂਕਿ ਇਹ ਚੀਜ਼ਾਂ ਦੀ ਘਾਟ ਦੇ ਨਾਲ ਤੁਹਾਡੀਆਂ ਕਈ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ। ਹਾਂਜੀ, ਕਿਉਂਕਿ ਇਹ ਹੁਣ ਇਟਲੀ ਦੇ ਡਾਕਟਰਾਂ ਨੇ ਵੀ ਰਿਸਰਚ ਕੀਤਾ ਹੈ ਵੀ ਜਿਨ੍ਹਾਂ ਦੇ ਕਰੋਨਾ ਬਹੁਤ ਜ਼ਿਆਦਾ ਜ਼ਬਰਦਸਤ ਹੋਈ ਆ, ਉਹਨਾਂ ਦੀ ਵਿਟਾਮਿਨ ਡੀ ਬਹੁਤ ਹੀ ਕਮ ਸੀ ਭਾਜੀ। ਹਾਂਜੀ, ਤੇ ਉਹਨਾਂ ਦੇ ਫੇਫੜਿਆਂ ਵਿੱਚ ਜ਼ਿਆਦਾ ਪ੍ਰੋਬਲਮ ਆਇਆ ਕਰਕੇ ਵਿਟਾਮਿਨ ਡੀ ਦੀ ਘਾਟ ਦੇ ਨਾਲ। ਤੇ ਉਹ ਹੁਣ ਵਿਟਾਮਿਨ ਡੀ ਹੁਣ ਸਾਰੇ ਸਪਲੀਮੈਂਟ ਕਰ ਰਹੇ ਆ ਜਿਨ੍ਹਾਂ ਦੇ ਕਰੋਨਾ ਦੇ ਕੇਸ ਆ।
ਤੇ ਸੋ ਇਦਾਂ ਦੀਆਂ ਚੀਜ਼ਾਂ ਸਾਨੂੰ ਸੋਚਣੀਆਂ ਚਾਹੀਦੀਆਂ ਵੀ ਕੀ ਸਾਨੂੰ ਚਾਹੀਦਾ। ਤੇ ਵਿਟਾਮਿਨਸ ਮਿਨਰਲਸ ਤਾਂ ਜ਼ਰੂਰੀ ਆ, ਉਹਨਾਂ ਤੋਂ ਬਿਨਾਂ ਆਪਾਂ ਚੱਲ ਹੀ ਨਹੀਂ ਸਕਦੇ ਭਾਜੀ। ਹਾਂਜੀ, ਤੇ ਜਦੋਂ ਤੁਸੀਂ ਫਾਰਮਿੰਗ ਕਰਦੇ ਆ, ਤੁਸੀਂ ਫਸਲਾਂ ਉਗਾਉਂਦੇ ਆ, ਉਹ ਵਿਟਾਮਿਨਸ ਮਿਨਰਲਸ ਦੇ ਜਿਹੜੀਆਂ ਸੋਇਲ ਦੇ ਵਿੱਚੋਂ ਖਿੱਚਦੇ ਆ, ਉਹਨਾਂ ਦੇ ਨਾਲ ਹੀ ਪਲਦੇ ਆ ਉਹ। ਹਾਂਜੀ, ਤੇ ਜੇ ਤੁਸੀਂ ਉਹ ਓਵਰ ਫਾਰਮਿੰਗ ਹੋਈ ਜਾਂਦੀ ਸੋਇਲ ਦੀ, ਉਹਦੇ ਵਿੱਚ ਵਿਟਾਮਿਨਸ ਮਿਨਰਲਸ ਵਾਲੇ ਰਹਿੰਦੇ ਨਹੀਂ ਗੇ, ਤੇ ਫਿਰ ਉਹ ਫੂਡਸ ਦੇ ਵਿੱਚ ਵੀ ਕੰਮ ਹੋ ਜਾਂਦੇ ਆ। ਹਾਂਜੀ, ਸੋ ਇਸੇ ਕਰਕੇ ਮੈਂ ਕਹੂੰਗਾ ਵੀ ਤੁਸੀਂ ਸਪਲੀਮੈਂਟ ਕਰੋ ਤੇ ਆਰਗੈਨਿਕ ਫੂਡਸ ਖਾਣ ਦੀ ਕੋਸ਼ਿਸ਼ ਕਰੋ, ਤੇ ਫਰੈਸ਼ ਜ਼ਿਆਦਾ ਖਾਓ, ਤੇ ਡੱਬਿਆਂ ਵਾਲੀਆਂ ਜਾਂ ਪੈਕਟਸ ਵਾਲੀਆਂ ਘੱਟ ਖਾਓ। मैं शुरुआत भी किया, दोबारा कह देना कि ਜਿਹੜਾ ਪ੍ਰੋਗਰਾਮ ਹੈਲਥ ਐਂਡ ਲਾਈਫ ਸਟਾਈਲ ਬਾਰੇ ਐਡਵਾਈਸ ਓਨਲੀ ਹੁੰਦੀ ਹੈ, ਤੇ ਇੱਕ ਤਰ੍ਹਾਂ ਦੀ ਗਾਈਡਲਾਈਨ ਹੁੰਦੀ ਹੈ। ਤੁਸੀਂ ਜੋ ਵੀ ਕਰਨਾ, ਕਿਸੇ ਤਰ੍ਹਾਂ ਕਰਨਾ, ਉਹਦਾ ਐਂਡ ਜਾ ਕੇ ਖਤਮ ਹੁੰਦਾ ਤੁਹਾਡੇ ਜੀਪੀ ਪਾਸ। ਪਲੀਜ਼ ਮੇਕ ਸ਼ੋਰ ਤੁਸੀਂ ਆਪਣੀ ਜੀਪੀ ਨੂੰ ਕੰਸਲਟ ਕਰੋ ਹਰ ਚੀਜ਼ ਦੇ ਵਿੱਚ, ਕਿਉਂਕਿ ਕਈ ਦਫਾ ਬੰਦੇ ਨੂੰ ਇੱਕ ਜਿਹੜੇ ਬੰਦੇ ਨੂੰ ਫਾਇਦਾ ਕਰਦੀ ਹੈ, ਦੂਜੇ ਨੂੰ ਨੁਕਸਾਨ ਕਰ ਸਕਦੀ ਹੈ। ਜ਼ਰੂਰੀ ਨਹੀਂ ਕਿ ਹਰ ਬੰਦੇ ਨੂੰ ਇੱਕ ਚੀਜ਼ ਖਾ ਲਈ ਉਦੋਂ ਉਹਦਾ ਫਾਇਦਾ ਹੋਏਗਾ। ਆਪਣੀ ਬੋਡੀ ਤੇ ਜਿੱਦਾਂ ਤੁਸੀਂ ਟਿਊਨ ਕਰਕੇ ਰੱਖਿਆ ਉਹਨੂੰ, ਉਹਦਾ ਦੇ ਮੁਤਾਬਿਕ ਤੁਸੀਂ ਚੀਜ਼ ਡਾਈਜੈਸਟ ਕਰਦੇ ਹੋ। ਕਈ ਤਾਂ ਬੜੀਆਂ ਸਖਤ ਚੀਜ਼ਾਂ ਖਾਂਦੇ ਨੇ, ਕਈ ਨਰਮ ਖਾ ਲੈਣ, ਖੋਲ੍ਹੇ ਜੇ ਡਾਈਟ ਚੇਂਜ ਕਰ ਲੈਣ ਤਾਂ ਹੋ ਜਾਂਦਾ। ਕਈ ਬੰਦਾ ਕਹਿੰਦਾ ਇਹ ਨਾ ਕਰੋ, ਉਹ ਨਾ ਕਰੋ, ਇਹ ਤੁਸੀਂ ਆਪ ਟੈਸਟ ਕਰਕੇ ਕਰ ਸਕਦੇ ਹੋ। ਪਰ ਐਟ ਦ ਡੇ ਤੁਸੀਂ ਪਲੀਜ਼ ਮੇਕ ਸ਼ੋਰ ਤੁਸੀਂ ਆਪਣੀ ਜੀਪੀ ਦੇ ਨਾਲ ਕੰਸਲਟ ਕਰੋ ਕਿ ਮੈਂ ਇੱਦਾਂ ਕਰਦਾ ਕਿ ਦੋਜ਼ ਪੀਪਲ ਐਕਸਪਰਟ ਹੋਣ ਨਾ ਹੋਣ, ਲੇਕਿਨ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਸਾਨੂੰ ਪੁੱਛਣ ਵਾਲੇ ਬਹੁਤ ਹੈਗੇ ਨੇ। ਅਸੀਂ ਬੜੀ ਕੇਅਰਫੁਲ ਹੋ ਕੇ ਤੁਹਾਨੂੰ ਐਡਵਾਈਸ ਦਿੰਦੇ ਹਾਂ। ਹਮੇਸ਼ਾ ਸੋਚ ਕੇ ਸਮਝ ਕੇ ਜੀਪੀ ਦੀ ਕੰਸਲਟੇਸ਼ਨ ਦੇ ਨਾਲ ਆਪਣਾ ਲਾਈਫ ਸਟਾਈਲ ਚੇਂਜ ਕਰੋ। ਤੇ ਟਾਈਮ ਬੜਾ ਥੋੜਾ ਰਹਿੰਦਾ। ਡਾਕਟਰ ਸਾਹਿਬ ਕੋਈ 30 ਸੈਕਿੰਡ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਭਾਜੀ, ਠੀਕ ਹੈ, ਆਪਾਂ ਨੂੰ ਕਾਨੂੰਨ ਤੇ ਚੱਲਣਾ ਪੈਂਦਾ ਆ। ਬਿਲਕੁਲ। ਤੇ ਉਹੀ ਤਰ੍ਹਾਂ ਦੀ ਐਡਵਾਈਸ ਦੇਣੀ ਪੈਂਦੀ ਆ। ਤੇ ਅਨਫੋਰਚੂਨੇਟਲੀ ਮੋਸਟਲੀ ਜੀਪੀਜ਼ ਜਿਹੜੇ ਹੈਗੇ, ਉਹਨਾਂ ਦੀ ਕੋਈ ਨੌਲੇਜ ਨਹੀਂ ਹੁੰਦੀ ਹੋਮਿਓਪੈਥਿਕ ਦਵਾਈਆਂ ਬਾਰੇ। ਹਾਂਜੀ, ਕਰਕੇ ਉਹਨਾਂ ਨੂੰ ਇਹ ਕੋਰਸ ਵਿੱਚ ਸਿਖਾਇਆ ਨਹੀਂ ਜਾਂਦਾ। ਸੋ ਹੋਮਿਓਪੈਥਿਕ ਦਵਾਈਆਂ ਬਾਰੇ ਉਹ ਅਨਫੋਰਚੂਨੇਟਲੀ ਨਹੀਂ ਕਮੈਂਟ ਵਾਲਾ ਕਰ ਸਕਦੇ ਹੈਗੇ। ਤੇ ਇਹ ਥੋੜ੍ਹਾ ਬਹੁਤਾ ਡਿਸੀਜਨ ਤੁਹਾਨੂੰ ਆਪ ਵੀ ਖੁਦ ਲੈਣਾ ਪੈਂਦਾ ਹੈ। ਤੇ ਉਹ ਉੱਦਾਂ ਜਿਹੜੀਆਂ ਐਲੋਪੈਥਿਕ ਦਵਾਈਆਂ ਉਹ ਪ੍ਰਿਸਕ੍ਰਾਈਬ ਕਰਦੇ ਆ, ਉਹਨਾਂ ਬਾਰੇ ਉਹ ਤੁਹਾਨੂੰ ਜ਼ਰੂਰ ਸਲਾਹ ਦੇ ਸਕਦੇ ਆ। ਤੇ ਤੁਸੀਂ ਖੁਦ ਡਿਸੀਜਨ ਆਪਣੇ ਆਪ ਬਣਾਉਣੀ ਆ, ਕਿਉਂਕਿ ਤੁਹਾਨੂੰ ਉਹ ਫੋਰਸ ਵੀ ਨਹੀਂ ਕਰ ਸਕਦੇ ਵੀ ਤੁਸੀਂ ਦਵਾਈਆਂ ਖਾਓ ਜਾਂ ਨਾ ਖਾਓ। ਇਹ ਤੁਹਾਡੀ ਆਪਣੀ ਡਿਸੀਜਨ ਆ, ਤੁਹਾਨੂੰ ਆਪਣੇ ਆਪ ਵੀ ਰਿਸਪੌਂਸਿਬਿਲਿਟੀ ਲੈਣੀ ਪੈਂਦੀ ਹੈ। ਜੇ ਨਹੀਂ ਸੂਟ ਕਰਦੀ ਤੁਹਾਨੂੰ ਦੱਸਣਾ ਚਾਹੀਦਾ। ਜੇ ਤੁਹਾਨੂੰ ਕੋਈ ਸਾਈਡ ਇਫੈਕਟ ਹੁੰਦੇ ਤੁਹਾਨੂੰ ਦੱਸਣਾ ਚਾਹੀਦਾ ਵੀ ਇਹ ਮੈਨੂੰ ਨੁਕਸਾਨ ਕਰ ਰਹੀ ਦਵਾਈ। ਹਾਂਜੀ, ਤੁਸੀਂ ਐਵੇਂ ਖਾਈ ਜਾਂਦੇ ਫਿਰ ਹੋਰ ਕਿਤੇ। ਥੈਂਕ ਯੂ ਸੋ ਮਚ। ਟਾਈਮ ਬੜੀ ਫਾਸਟ ਚਲੇ ਗਿਆ। ਪਲੀਜ਼ ਅਕਾਲ ਚੈਨਲ ਨੂੰ ਹਮੇਸ਼ਾ ਸਪੋਰਟ ਕਰੋ, ਪ੍ਰੋਗਰਾਮ ਦੇਖਦਾ ਕਰੋ। ਨੈਕਸਟ ਵੀਕ ਸੇਮ ਟਾਈਮ ਸੇਮ ਪਲੇਸ पे मुलाकात करेंगे। तब तक रब रखा। फतेह बले जी। वाहिगुरू जी का खालसा, वाहिगुरू जी की फतेह। बोले